ਇਹ ਆਰਡੀਨੈਂਸ ਆਏ ਸੀ ਕੈਬਨਿਟ ਜਦੋਂ ਹਰਸਿਮਰਤ ਕੌਰ ਨੇ ਸਾਈਨ ਕੀਤੇ ਬਾਅਦ ਜਦੋਂ ਮੁੱਕਰ ਗਈ, ਅਸੀਂ ਉਦੋਂ ਤੋਂ ਹੀ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ। ਇਹ ਬਿੱਲ ਪਾਰਲੀਮੈਂਟ ਤੱਕ ਜਾਣੇ ਹੀ ਨਹੀਂ ਚਾਹੀਦੇ ਸੀ। ਜੇ ਕਿਤੇ ਕੈਪਟਨ ਸਰਕਾਰ ਥੋੜ੍ਹਾ ਜਿਹਾ ਧਿਆਨ ਦੇ ਲੈਂਦੀ, ਜਦੋਂ ਕਾਹਨ ਸਿੰਘ ਪੰਨੂ ਜਿਹੜੇ ਕਿ ਸੈਕਟਰੀ ਐਗਰੀਕਲਚਰ ਸੀ ਉਸ ਵੇਲੇ, ਸਤੰਬਰ 2019 ਚ ਜਦੋਂ ਨੀਤੀ ਆਯੋਗ ਨੇ ਬੈਠਕ ਕੀਤੀ, ਬੁਲਾਇਆ ਸਾਰਿਆਂ ਨੂੰ, ਉਹਨਾਂ ਨੇ ਆ ਕੇ ਦੱਸਿਆ ਕਿ ਇਹ ਬਿੱਲ ਬਹੁਤ ਖਤਰਨਾਕ ਨੇ। ਕੈਪਟਨ ਸਾਹਿਬ ਨੇ ਉਹ ਬਿੱਲ 7 ਮਹੀਨੇ ਦੱਬੀ ਰੱਖੇ। ਉਸ ਤੋਂ ਬਾਅਦ ਕਹਿੰਦੇ ਜੀ ਕਰੋਨਾ ਆ ਗਿਆ, ਸਪਟੰਬਰ 'ਚ ਬਿੱਲ ਜਿਹੜੇ ਨੇ ਉਹ ਲੋਕ ਸਭਾ 'ਚ ਟੇਬਲ ਹੋ ਗਏ। ਇੱਥੋਂ ਤੱਕ ਗੱਲ ਜਾਣੀ ਨਹੀਂ ਚਾਹੀਦੀ ਸੀ। ਬਿਲਕੁਲ ਮਾਨ ਸਾਹਿਬ, ਇੱਕ ਬਹੁਤ ਟ੍ਰੈਂਡ ਦੇ ਵਿੱਚ ਆਇਆ ਹੋਇਆ ਸ਼ਬਦ ਮੈਚ ਫਿਕਸਿੰਗ। ਕੋਈ ਵੀ ਮੁੱਦਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਤੋਂ ਰਿਐਕਸ਼ਨ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਰਲੇ ਹੋਏ ਨੇ, ਔਰ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਮੁੱਦੇ ਤੇ ਨਾ ਖੇਤੀ ਬਿੱਲਾਂ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਮੈਚ ਫਿਕਸਿੰਗ ਚੱਲ ਰਹੀ ਹੈ ਸੈਂਟਰ ਗਵਰਨਮੈਂਟ ਦੀ ਔਰ ਸਟੇਟ ਗਵਰਨਮੈਂਟ ਦੀ। ਦੇਖੋ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਕਿ ਇਦੋਂ ਪਹਿਲਾਂ ਵੀ ਇਲੈਕਸ਼ਨਾਂ 'ਚ ਵੀ ਜਿਹੜੀਆਂ ਇਹਨਾਂ ਦੋਨੇ ਪਾਰਟੀਆਂ ਦੀਆਂ ਆਪਸ 'ਚ ਸਾਂਝੀਵਾਲਤਾ ਜਿਹੜੀ ਉਹ ਕਈ ਵਾਰ ਸਾਹਮਣੇ ਆਈ। ਮੈਂ ਜਲਾਲਾਬਾਦ ਤੋਂ ਲੜ ਰਿਹਾ ਸੀ ਸੁਖਬੀਰ ਬਾਦਲ ਦੇ ਖਿਲਾਫ, ਰਵਨੀਤ ਬਿੱਟੂ ਨੂੰ ਉੱਥੇ ਜਾਣ ਦੀ ਕੀ ਲੋੜ ਸੀ? ਲੰਬੀ ਤੋਂ ਬਾਦਲ ਸਾਹਿਬ ਲੜ ਰਹੇ ਸੀ, ਕੈਪਟਨ ਸਾਹਿਬ ਨੂੰ ਉੱਥੇ ਜਾਣ ਦੀ ਕੀ ਲੋੜ ਸੀ? ਵੱਡੇ ਲੀਡਰ ਭੇਜ ਕੇ ਤਾਂ ਕਿ ਵੋਟ ਜਿਹੜਾ ਵੋਟ ਬੈਂਕ ਨੂੰ ਕਾਂਗਰਸ ਦੇ ਨੂੰ ਕਾਇਮ ਰੱਖ ਕੇ ਇਹਨਾਂ ਦੋਨਾਂ ਨੂੰ ਜਿਤਾਇਆ ਜਾਵੇ। ਇਹ ਤਾਂ ਗੱਲ ਹੁਣ ਮੇਰੇ ਖਿਆਲ 'ਚ ਕਿਸੇ ਤੋਂ ਲੁਕੀ ਨਹੀਂ ਕਿ ਇਹਨਾਂ ਦੀ ਮੈਚ ਫਿਕਸਿੰਗ ਹੈ। ਇਹਨਾਂ ਦੇ ਬਹੁਤ ਸਾਰੇ ਅੰਦਰੋਂ ਹੋਰ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬਾਅਦ ਦੇ ਵਿੱਚ ਜਦੋਂ ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਬਹੁਤ ਸਾਰੇ ਇੱਕ ਸਨਸਨੀਖੇਜ ਖੁਲਾਸੇ ਹੋਣਗੇ ਕਿ ਆਪਸ 'ਚ ਰਲੇ ਹੋਏ ਨੇ। ਉਹ ਕੈਪਟਨ ਸਾਹਿਬ ਨੇ ਕਿਹੜੀ ਗੱਲ ਦੱਸ ਦਿਓ ਜਿਹੜੀ ਮੋਦੀ ਸਾਹਿਬ ਦੀ ਮੋੜਤੀ ਹੋਵੇ। ਮੋਦੀ ਸਾਹਿਬ ਵੀ ਜਦੋਂ ਮਰਜ਼ੀ ਜੋ ਮਰਜ਼ੀ ਕਾਨੂੰਨ ਪਾਸ ਕਰਾਉਣਾ ਹੁੰਦਾ ਉਹ ਕਰਵਾ ਲੈਂਦੇ ਨੇ। ਉਹ ਤਾਂ ਅਮੈਂਡਮੈਂਟ ਇਲੈਕਟ੍ਰਿਸਿਟੀ ਅਮੈਂਡਮੈਂਟ 2020 ਵੀ ਲੈ ਕੇ ਆਉਣਗੇ। ਮੋਦੀ ਸਰਕਾਰ ਨੇ ਤੇ ਨੋਟਿਸ ਭੇਜਿਆ ਪੂਰੇ ਪਰਿਵਾਰ ਨੂੰ ਕੈਪਟਨ ਸਾਹਿਬ ਤੇ ਨੋਟਿਸ ਕਦੋਂ ਆਉਂਦਾ ਹੁੰਦਾ? ਟਾਈਮਿੰਗ ਦੇਖੀ ਉਹਦੀ। ਨੋਟਿਸ ਉਦੋਂ ਆਉਂਦਾ ਹੁੰਦਾ ਜਿਸ ਦਿਨ ਕੈਪਟਨ ਸਾਹਿਬ ਕਿਸਾਨਾਂ ਨਾਲ ਕਿਤੇ ਧਰਨਾ ਦੇਣ ਜਾਂ ਕੋਈ ਹੋਰ, ਤਾਂ ਕਿ ਇਹ ਲੱਗੇ ਕਿ ਕੈਪਟਨ ਸਾਹਿਬ ਇਹ ਕਹਿ ਸਕਣ ਕਿ ਦੇਖੋ ਮੈਂ ਤੁਹਾਡਾ ਸਾਥ ਦੇਣਾ ਤਾਂ ਸਰਕਾਰ ਮੈਨੂੰ ਤੰਗ ਕਰਦੀ। ਕਾਹਦੇ ਨੋਟਿਸ ਨੇ? ਕਹਿ ਕੇ ਤਾਂ ਗਏ ਨੇ 12-13 ਸਾਲ ਉਧਰ ਚੱਲੀ ਗਏ ਨੇ, ਹੁਣ ਇਹਨਾਂ ਨਾਲ ਚੱਲ ਲੈਣਗੇ। ਇਹ ਕਿਹੜੇ ਕੇਸ ਹੁੰਦੇ ਨੇ? ਪਹਿਲਾਂ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਕੈਪਟਨ ਸਾਹਿਬ ਤੋਂ ਵੀ ਤਾਂ ਸਾਰੇ ਕੇਸ ਵਾਪਸ ਲੈ ਕੇ ਗਏ ਸੀ ਨਾ 2016 ਦੇ ਐਂਡ 'ਚ। 3 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਵਿਰੋਧੀ ਪਾਰਟੀ ਦੀ ਕੋਈ ਕਮੀ ਲੱਭੀ ਦੀ ਹੁੰਦੀ ਹੈ, ਜਦ ਕਿ ਬਾਦਲ ਸਾਹਿਬ ਨੇ ਸਾਰੇ ਕੇਸ ਹੀ ਵਾਪਸ ਲੈ ਲਏ। ਫਿਰ ਉਹਦਾ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਫਿਰ ਮੁਆਵਜ਼ਾ ਤਾਂ ਮਿਲਦਾ ਹੀ ਹੈ। ਈਵੀਐਮ ਨੂੰ ਲੈ ਕੇ ਜੋ ਖਾਸੇ ਰਿਐਕਸ਼ਨ ਆ ਰਹੇ ਨੇ, ਪੋਲੀਟੀਕਲ ਰਿਐਕਸ਼ਨ, ਤੁਹਾਡਾ ਕੀ ਰਿਐਕਸ਼ਨ ਹੈ? ਦੇਖੋ, ਮੈਂ ਕਹਿਣਾ ਕਿ ਜਿਹੜੀ ਵੀ ਇਲੈਕਟ੍ਰੋਨਿਕ ਚੀਜ਼ ਹੈ, ਜੇ ਮੰਗਲ ਗ੍ਰਹਿ ਨੂੰ ਜਾਂਦਾ ਹੋਇਆ ਸਾਡਾ ਚੰਦਰਯਾਨ ਇੱਥੋਂ ਕੰਟਰੋਲ ਕੀਤਾ ਜਾ ਸਕਦਾ ਹੈ ਲੱਖਾਂ ਕਿਲੋਮੀਟਰ ਦੀ ਦੂਰੀ ਤੇ, ਤਾਂ ਜਿਹੜੀ ਈਵੀਐਮ ਹੈ ਉਹਦੇ ਤੇ ਜੇ ਕੋਈ ਸ਼ੱਕ ਉੱਠਦਾ, ਮੈਂ ਕਹਿੰਦਾ ਸਿੱਧਾ ਹੀ ਨਹੀਂ ਮੈਂ ਇਲਜ਼ਾਮ ਲਾਉਂਦਾ ਕਿ ਈਵੀਐਮ ਗਲਤ ਹੈ। ਇੱਕ ਗੱਲ ਦਾ ਮੈਨੂੰ ਹਜੇ ਤੱਕ ਹੈਰਾਨੀ ਹੁੰਦੀ ਹੈ, ਜਦੋਂ ਵੀ ਈਵੀਐਮ ਤੇ ਕੋਈ ਸ਼ੱਕ ਪੈਦਾ ਕੀਤਾ ਜਾਂਦਾ ਹੈ, ਅਚਾਨਕ ਬੀਜੇਪੀ ਈਵੀਐਮ ਦੇ ਹੱਕ 'ਚ ਕਿਉਂ ਆ ਜਾਂਦੀ ਹੈ? ਨਹੀਂ ਇਹ ਤਾਂ ਠੀਕ ਨੇ। ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨਾ ਯਕੀਨ ਹੈ ਤਾਂ ਉਹ ਕਹਿਣ ਹਾਂਜੀ ਈਵੀਐਮ ਚੇਂਜ ਕਰਕੇ ਦੇਖ ਲੈਂਦੇ ਹਾਂ। ਅਮਰੀਕਾ ਵਰਗੇ ਮੁਲਕ ਨੇ ਬੈਲਟ ਪੇਪਰ ਤੋਂ ਉਹਨਾਂ ਦੀ ਵੋਟਾਂ ਪੈਂਦੀਆਂ ਨੇ, ਕਿ ਉਹ ਜ਼ਰੂਰੀ ਨਹੀਂ। ਸੋ ਮੇਰੇ ਖਿਆਲ 'ਚ ਜਿਹੜਾ ਕੰਮ ਅਮਰੀਕਾ 'ਚ ਮਸ਼ੀਨਾਂ ਕਰਦੀਆਂ ਉਹ ਇੱਥੇ ਬੰਦੇ ਕਰਦੇ ਆ, ਪਰ ਜਿਹੜਾ ਕੰਮ ਅਮਰੀਕਾ 'ਚ ਬੰਦਿਆਂ ਨੂੰ ਕਰਨਾ ਪੈਂਦਾ ਉਹ ਇੱਥੇ ਮਸ਼ੀਨਾਂ ਤੋਂ ਕਰਾਈ ਜਾਂਦੇ। ਇਹਦਾ ਮਤਲਬ ਉਹਨਾਂ ਨੂੰ ਮਸ਼ੀਨਾਂ 'ਤੇ ਯਕੀਨ ਨਹੀਂ ਨਾ। ਸੋ ਈਵੀਐਮ ਤੇ ਜੇ ਕੋਈ ਸ਼ੱਕ ਹੁੰਦਾ ਤਾਂ ਉਹਨੂੰ ਕਲੀਅਰ ਕਿਉਂ ਨਹੀਂ ਕਰਦੇ? ਬੀਜੇਪੀ ਈਵੀਐਮ ਦੇ ਹੱਕ 'ਚ ਆ ਕੇ ਕਿਉਂ ਖੜ ਜਾਂਦੀ ਹੈ? ਇਹ ਸਵਾਲ ਉੱਠਦੇ ਨੇ। ਠੀਕ ਹੈ, ਪੰਜਾਬ ਦੇ ਵਿੱਚ ਬੈਲਟ ਪੇਪਰ ਥਰੂ ਹੋਣੇ ਚਾਹੀਦੇ ਇਲੈਕਸ਼ਨ ਜਾਂ ਫਿਰ ਈਵੀਐਮ? ਮੈਂ ਤਾਂ ਕਹਿੰਦਾ ਜੀ ਈਵੀਐਮ ਤੇ ਸਵਾਲ ਇਦਾਂ ਉੱਠਦੇ ਨੇ ਕਿ ਲੋਕਾਂ ਦੇ ਮੈਂਡੇਟ ਨੂੰ ਚੇਂਜ ਕੀਤਾ ਜਾ ਸਕਦਾ ਹੈ। ਬਹੁਤ ਸਾਰੀਆਂ ਵੀਡੀਓ ਵੀ ਆਈਆਂ ਨੇ ਕਿ ਬਟਨ ਕਿਸੇ ਹੋਰ ਦਾ ਦੱਬਿਆ, ਵੋਟ ਕਿਤੇ ਹੋਰ ਜਾਂਦੀ ਹੈ। ਤਾਂ ਮਤਲਬ ਇਹ ਗੱਲ ਦਾ ਲੋਕਾਂ ਨੂੰ, ਲੋਕਤੰਤਰ ਦੇਖੋ, ਲੋਕਤੰਤਰ 'ਚ ਲੋਕ ਵੱਡੇ ਨੇ, ਲੋਕਤੰਤਰ ਦੇ ਮਾਲਕ ਲੋਕ ਨੇ। ਲੋਕਾਂ ਨੂੰ ਘੱਟੋ ਘੱਟ ਇਹ ਯਕੀਨ ਤਾਂ ਹੋਣਾ ਚਾਹੀਦਾ ਨੇ ਕਿ ਮੈਂ ਵੋਟ ਜਿੱਥੇ ਪਾਈ ਹੈ ਉੱਥੇ ਗਈ ਹੈ। ਸੋ ਈਵੀਐਮ ਤੇ ਸਵਾਲ ਉੱਠਦੇ ਨੇ, ਉੱਠਦੇ ਰਹਿੰਦੇ ਨੇ ਹਰ ਵਕਤ। ਇਹਨੂੰ ਕਲੀਅਰ ਕਰਨਾ ਚਾਹੀਦਾ। ਬੀਜੇਪੀ ਈਵੀਐਮ ਦੇ ਹੱਕ 'ਚ ਅਚਾਨਕ ਕਿਉਂ ਆ ਜਾਂਦੀ ਹੈ? ਕਿਤੇ ਨਾ ਕਿਤੇ ਦਾਲ 'ਚ ਕਾਲਾ ਉਦੋਂ ਸ਼ੱਕ। ਦੁਨੀਆ ਦੀ ਜਿਹੜੀ ਸਭ ਤੋਂ ਤਾਕਤਵਰ ਕੰਟਰੀ ਹੈ ਅਮਰੀਕਾ, ਉਹਨਾਂ ਨੂੰ ਵੀ ਸ਼ਾਇਦ ਬੈਲਟ ਪੇਪਰ ਦਾ ਹੀ ਭਰੋਸਾ ਹੈ। ਚਾਹੇ 15-20 ਦਿਨ ਕਾਊਂਟਿੰਗ ਹੋਈ ਸੀ, ਫਿਰ ਵੀ ਉਹਨਾਂ ਨੇ ਉੱਤੇ ਭਰੋਸਾ ਕੀਤਾ। ਬਿਲਕੁਲ, ਇਟਲੀ, ਨੀਦਰਲੈਂਡ, ਉਹਨਾਂ ਨੇ ਤਾਂ ਬੈਲਟ ਈਵੀਐਮ ਤੇ ਬੈਨ ਹੀ ਲਗਾ ਦਿੱਤਾ। ਬੈਨ ਲਾਤਾ, ਬਣੀਆਂ ਉੱਧਰ ਸੀ ਪਹਿਲਾਂ, ਸਭ ਤੋਂ ਪਹਿਲਾਂ ਆਈਆਂ ਤਾਂ ਉੱਧਰ ਸੀ ਨਾ। ਤਾਂ ਸਾਡੇ ਇੱਥੇ ਕਿਤੇ ਨਾ ਕਿਤੇ ਸ਼ੱਕ ਪੈਦਾ ਹੁੰਦਾ ਹੈ। ਹਾਂ, ਗਿਣਨ 'ਚ ਅਮਰੀਕਾ ਦੀਆਂ ਵੋਟਾਂ ਤਾਂ ਹਜੇ ਵੀ ਗਿਣੀਆਂ ਜਾ ਰਹੀਆਂ ਨੇ, 15 ਦਿਨ ਬਾਅਦ 'ਚ ਗਿਣ ਲਾਂਗੇ, ਪਰ ਘੱਟੋ ਘੱਟ ਲੋਕਾਂ ਦਾ ਫੈਸਲਾ ਤਾਂ ਸਾਹਮਣੇ ਆਵੇ ਨਾ। ਇਹ ਨਾ ਹੋਵੇ ਕਿ 12 ਵੋਟਾਂ ਤੇ ਜਿੱਤ ਕੇ ਬਿਹਾਰ ਦੇ ਸਵੇਰੇ 4 ਵਜੇ ਜਿਹੜਾ ਉੱਠ ਕੇ ਚਲੋ ਈਵੀਐਮ ਤਾਂ ਚਲੋ ਈਵੀਐਮ ਤੋਂ ਬਾਅਦ ਜਿਹੜੇ ਰਿਜ਼ਲਟ ਆਉਂਦੇ ਨੇ ਤੇ ਬੀਜੇਪੀ ਉਹਨਾਂ ਨੂੰ ਨਹੀਂ ਜਿਹੜਾ ਉਹਨਾਂ ਨਾਲ ਨਹੀਂ ਛੇੜਛਾੜ ਕਰਦੀ। ਮਤਲਬ ਜਿੱਥੇ ਗੋਆ ਦੇ ਵਿੱਚ ਤੁਹਾਡਾ ਇਸ਼ਾਰਾ ਬਿਹਾਰ ਇਲੈਕਸ਼ਨ ਵੱਲ ਹੈ? ਬਿਹਾਰ ਵੱਲ ਨਹੀਂ, ਇਦੋਂ ਪਹਿਲਾਂ ਸਵੇਰੇ 4 ਵਜੇ ਉਠਾ ਕੇ ਰਾਜਪਾਲ ਨੂੰ ਸਹੁੰ ਚੱਕ ਲਈ ਜਾਂਦੀ ਹੈ ਮੁੱਖ ਮੰਤਰੀ ਵੱਲੋਂ, ਕਦੇ ਮੱਧ ਪ੍ਰਦੇਸ਼ 'ਚ, ਕਦੇ ਮਹਾਰਾਸ਼ਟਰ 'ਚ, ਕਦੇ ਗੋਆ 'ਚ। ਸੋ
ਕਿਤੇ ਨਾ ਕਿਤੇ ਮਤਲਬ ਫੈਡਰਲ ਸਟਰਕਚਰ ਲਈ ਬਹੁਤ ਖਤਰਨਾਕ ਡਿਸੀਜਨ ਜਿਹੜੇ ਪਿਛਲੇ ਦਿਨੀ ਹੋਏ ਨੇ। ਮੱਧ ਪ੍ਰਦੇਸ਼ 'ਚ ਲੋਕਾਂ ਨੇ ਸ਼ਿਵਰਾਜ ਚੌਹਾਨ ਮੁੱਖ ਮੰਤਰੀ ਸਾਹਿਬ ਵਾਸਤੇ ਵੋਟਾਂ ਨਹੀਂ ਪਾਈਆਂ ਸੀ, ਪਰ ਉਹ ਮੁੱਖ ਮੰਤਰੀ ਨੇ। ਰਾਜਸਥਾਨ 'ਚ ਆਲਮੋਸਟ ਜਿਹੜੀ ਹੈ ਤੋੜਦੇ ਰਹਿ ਗਏ ਕਿ ਇਹਨਾਂ ਨੇ ਦੇਖੋ ਐਂਟੀ ਡਿਫੈਕਸ਼ਨ ਲਾਅ ਜਿਹੜਾ ਜਗਦੀਪ ਜੀ ਉਹ ਬਿਲਕੁਲ ਬੇਕਾਰ ਹੋ ਗਿਆ। ਹੁਣ ਉਹਨਾਂ ਨੇ ਤਰੀਕਾ ਲੱਭ ਲਿਆ ਜੀ ਬੀਜੇਪੀ ਵਰਗਿਆਂ ਨੇ ਕਿ ਬਜਾਏ ਇਸ ਦੇ ਕਿ ਆਪਣੇ ਦਲ ਚ ਲਓ 20-25 ਦੇ ਅਸਤੀਫੇ ਲੈ ਲਓ, ਬਾਅਦ ਚ ਉਹਨਾਂ ਨੂੰ ਹੀ ਲੋਕਾਂ ਤੋਂ ਮਤਲਬ ਜਿਤਾ ਕੇ ਲੈ ਆਓ ਤੇ ਕਹਿ ਦੋ ਕਿ ਜਨ ਆਦੇਸ਼ ਕੇ ਜਰੀਏ ਆਏ ਹੈ। ਮੱਧ ਪ੍ਰਦੇਸ਼ ਦੇ ਲੋਕਾਂ ਦੀ ਹਾਲਤ ਕੀ ਹੋਣੀ, ਜਾਂ ਮੱਧ ਪ੍ਰਦੇਸ਼ ਦੇ ਬੀਜੇਪੀ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਹਾਲਤ ਕੀ ਹੋਣੀ ਕਿ ਥੋੜੇ ਜਿਹੇ ਮਹੀਨੇ ਪਹਿਲਾਂ ਜਿਨ੍ਹਾਂ ਦੇ ਪੋਸਟਰ ਪਾੜਦੇ ਸੀ ਉਹੀ ਹੁਣ ਬੀਜੇਪੀ ਵੱਲੋਂ ਆ ਕੇ ਉਹਨਾਂ ਦੀ ਪੋਸਟਰ ਲਾਉਣੇ ਪੈ ਗਈ। ਸੋ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਹੁਣ ਅਮੈਂਡਮੈਂਟ ਦੀ ਲੋੜ ਪਊਗੀ ਕਿ ਜੇ ਤੁਸੀਂ ਸਿੱਧੇ ਨਹੀਂ ਆਏ ਤਾਂ 20 ਬੰਦਿਆਂ ਨੂੰ ਤੋਂ ਅਸਤੀਫੇ ਦਵਾ ਕੇ ਮੁੱਖ ਮੰਤਰੀ ਸਹੁੰ ਚੁੱਕ ਲਓ, ਬਾਅਦ ਚ ਬਾਈ ਇਲੈਕਸ਼ਨ ਜਿੱਤ ਲਾਂਗੇ। ਸੋ ਇਲੈਕਸ਼ਨ ਤੋਂ ਬਾਅਦ ਬਾਈ ਇਲੈਕਸ਼ਨ ਦਾ ਜਿਹੜਾ ਇਹ ਜਿਹੜਾ ਰਿਵਾਜ ਪਿਆ ਇਹ ਖਤਰਨਾਕ ਹੈ ਫੈਡਰਲ ਸਟਰਕਚਰ ਲਈ। ਸਿਕਿਉਰਿਟੀ ਨੂੰ ਲੈ ਕੇ, ਬਾਦਲ ਫੈਮਿਲੀ ਨੂੰ ਸਿਕਿਉਰਿਟੀ ਨੂੰ ਲੈ ਕੇ ਤੁਸੀਂ ਵੀ ਸਵਾਲ ਚੁੱਕੇ ਸੀ। ਹਾਂਜੀ, ਤੇ ਵਿਕਰਮ ਸਿੰਘ ਮਜੀਠੀਆ ਦੇ ਜੋ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ, ਇਸ ਨੂੰ ਲੈ ਕੇ ਹੁਣ ਕੀ ਰਿਐਕਸ਼ਨ? ਦੇਖੋ ਇਹ ਤਾਂ ਡਿਸੀਜਨ ਹੁੰਦੇ ਰਹਿੰਦੇ ਨੇ ਜੀ, ਤੇ ਸਿਕਿਉਰਿਟੀ ਵਾਪਸ ਹੁੰਦੀ ਰਹਿੰਦੀ ਹੈ, ਸਿਕਿਉਰਿਟੀ ਮਿਲਦੀ ਵੀ ਰਹਿੰਦੀ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਗਈ ਸਿਕਿਉਰਿਟੀ ਦੇਤੀ ਤਾਂ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ ਜੀ। ਸੋ ਪਹਿਲੀ ਗੱਲ ਤਾਂ ਇਹਨੂੰ ਸਟੇਟਸ ਸਿੰਬਲ ਨਹੀਂ ਬਣਾਉਣਾ ਚਾਹੀਦਾ ਕਿ ਮੇਰੇ ਨਾਲ ਇੰਨੇ ਗਨਮੈਨ ਨੇ ਮੈਂ ਤਾਂ ਚੱਲੂਗਾ, ਜੇ ਇੰਨੇ ਗਨਮੈਨ ਨਹੀਂ ਮਿਲਣਗੇ ਮੇਰੇ ਨਾਲ ਜਿਹੜੀ ਐਸਪੀਜੀ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਪਰ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕੀਤਾ, ਜਿਨ੍ਹਾਂ ਤੇ ਬੜੇ ਬੜੇ ਜਿਹੜੇ ਸਮਗਲਰ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੇ ਇਲਜ਼ਾਮ ਲਾਏ ਨੇ। ਈਡੀ ਕੋਲੇ ਕੇਸ ਚੱਲ ਰਿਹਾ, ਤੇ ਤੁਸੀਂ ਵੀ ਲਾਇਆ ਸੀ ਔਰ ਮਾਫੀ ਵੀ ਮੰਗ ਲਈ ਸੀ। ਈਡੀ ਕੋਲੇ ਕੇਸ ਚੱਲ ਰਹੇ ਨੇ ਨਾ, ਸਾਫ਼ ਤੁਹਾਡੇ ਸਾਡੇ ਕੋਲੇ ਪਾਵਰ ਹੁੰਦੀ ਨਾ ਪੰਜਾਬ 'ਚ ਤਾਂ ਅਸੀਂ ਸਾਰਾ ਕੁਝ ਕਰ ਲੈਂਦੇ ਕਲੀਅਰ। ਹੁਣ ਤੁਸੀਂ ਇਹ ਦੇਖ ਲਓ ਵੀ ਆ ਜਿਹੜਾ ਕਿਸਾਨ ਅੰਦੋਲਨ ਹੈ, ਮੈਂ ਉਹਨੂੰ ਕਿਸਾਨ ਅੰਦੋਲਨ ਘੱਟ ਕਹੂੰਗਾ, ਮੈਂ ਤਾਂ ਕਹਿੰਦਾ ਲੋਕ ਵਿਰੋਧੀ ਅੰਦੋਲਨ ਹੈ। ਉਹਦੇ ਕਰਕੇ ਬਾਕੀ ਸਾਰੇ ਮੁੱਦਿਆਂ ਨੂੰ ਸਰਕਾਰ ਸ਼ਾਇਦ ਇਹ ਗਲਤਫਹਿਮੀ ਜਾਂ ਖੁਸ਼ਫਹਿਮੀ 'ਚ ਹੈ ਕਿ ਬਾਕੀ ਸਾਰੇ ਮੁੱਦਿਆਂ ਨੂੰ ਲੋਕ ਭੁੱਲ ਜਾਣਗੇ। ਕਿੱਧਰ ਗਈਆਂ ਘਰ ਨੌਕਰੀਆਂ, ਕਿੱਧਰ ਗਏ ਕਰਜ਼ੇ ਮਾਫ, ਕਿੱਧਰ ਗਏ ਸਮਾਰਟਫੋਨ, ਕਿੱਧਰ ਗਏ 5 ਮਰਲਿਆਂ ਦੇ ਪਲਾਟ, ਕਿੱਧਰ ਗਏ 2500 ਰੁਪਏ ਬੁਢਾਪਾ ਪੈਨਸ਼ਨ, ਕੀ ਹਾਲਤ ਹੈ ਪੰਜਾਬ ਦੇ ਹਸਪਤਾਲਾਂ ਦੀ, ਕੀ ਹਾਲਤ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੀ। ਸੋ ਇਹਦੀ ਬਜਾਏ ਕੈਪਟਨ ਸਾਹਿਬ ਨੂੰ ਸ਼ਾਇਦ ਹੁਣ ਲੱਗਦਾ ਕਿ ਮੈਂ ਫੇਰ ਖੇਤੀ ਦਾ ਰਖਵਾਲਾ ਬਣ ਗਿਆ, ਜਿਵੇਂ ਪਹਿਲਾਂ ਪਾਣੀ ਦਾ ਰਖਵਾਲਾ ਕਿਹਾ ਸੀ। ਉਸੇ ਦਿਨ ਹਜੇ ਬਿੱਲ ਪਾਸ ਹੋਇਆ ਨਹੀਂ ਸੀ ਕਿ ਟ੍ਰੈਂਡਿੰਗ ਚੱਲ ਪਈ ਤੇ ਪੰਜਾਬ ਦੇ ਵਿੱਚ ਪੋਸਟਰ ਲੱਗ ਗਏ ਸੀ ਖੇਤਾਂ ਦਾ ਰਖਵਾਲਾ, ਜਦ ਕਿ ਖੇਤੀ ਦੇ ਰਖਵਾਲੇ ਹਜੇ ਵੀ ਸੜਕਾਂ ਤੇ। ਤੁਹਾਡਾ ਜਿਹੜਾ ਯੂ ਟਰਨ ਸੀ ਕਿਤੇ ਇਹ ਵਜ੍ਹਾ ਨਹੀਂ ਸੀ ਕਿ ਬਈ ਕੈਪਟਨ ਸਾਹਿਬ ਕਿਤੇ ਹੀਰੋ ਨਾ ਬਣ ਜਾਣ ਜਿਸ ਤਰ੍ਹਾਂ ਬਿੱਲ ਹੋ ਗਿਆ? ਨਹੀਂ, ਇਹਦੇ ਨਾਲ ਕੀ ਹੀਰੋ ਬਣ ਗਏ? ਹੁਣ ਬਣ ਗਏ। ਐਮਐਸਪੀ ਦੇ ਦੋ, ਇਸ ਤਾਂ ਕਹਿੰਦੇ ਆ ਐਮਐਸਪੀ ਕੀ ਕੈਪਟਨ ਸਾਹਿਬ ਦੇ ਰਾਜਘਾਟ ਤੇ ਜਾਂ ਜੰਤਰ ਮੰਤਰ ਜਿੱਥੇ ਕਿ ਅਸੀਂ 12 ਅਕਤੂਬਰ ਨੂੰ ਧਰਨਾ ਲਾਤਾ ਸੀ, ਉੱਥੇ ਧਰਨਾ ਲਾਉਣ ਨਾਲ ਐਮਐਸਪੀ ਮਿਲ ਗਈ। ਅਸੀਂ ਕਹਿੰਦੇ ਆ ਜਾਂ ਕੁਰਸੀ ਛੱਡੋ ਜਾਂ 22 ਦੀਆਂ 22 ਫਸਲਾਂ ਤੇ ਐਮਐਸਪੀ ਦਿਓ, ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਆਊਗੀ, ਅਸੀਂ 22 ਦੀਆਂ 22 ਫਸਲਾਂ ਦਾ ਇੱਕ ਦਾਣਾ ਚੁੱਕਾਂਗੇ, ਐਮਐਸਪੀ ਤੇ ਵਿਕੂਗੀ। ਜਿਹੜੀ ਫਸਲ ਚਾਹੇ ਉਹ ਕਪਾਹ ਹੈ, ਨਰਮਾ ਹੈ, ਚਾਹੇ ਉਹ ਸੂਰਜਮੁਖੀ ਹੈ, ਚਾਹੇ ਮੱਕੀ ਹੈ, ਚਾਹੇ ਕਣਕ ਹੈ, ਚਾਹੇ ਝੋਨਾ ਹੈ, ਜਿਹੜੀ ਫਸਲ ਇੱਕ ਵਾਰ ਮੰਡੀ 'ਚ ਆ ਗਈ ਉਹ ਸਰਕਾਰ ਦੀ ਹੋਊਗੀ, ਉਹਦਾ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ, ਕਿਸਾਨ ਨੂੰ ਦਾ ਇੱਕ ਦਾਣੇ ਦਾ ਪੈਸਾ ਮਿਲੂਗਾ। ਇਹ ਸਾਡੇ ਕੋਲ ਰੋਡ ਮੈਪ ਬਣਿਆ ਪਿਆ। ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤੇ ਐਮਐਸਪੀ 23 ਫਸਲਾਂ ਤੇ ਦੇਣੀ ਸਟੇਟ ਗਵਰਨਮੈਂਟ ਕਿੱਥੋਂ ਦੇ ਦੋਗੇ ਜਦੋਂ ਫੰਡਸ ਨਹੀਂ ਹੈਗੇ? ਸਰ ਦੇਵਾਂਗੇ। 60,000 ਕਰੋੜ ਸਿਰਫ ਝੋਨੇ ਲਈ ਚਾਹੀਦਾ, ਕਣਕ ਲਈ ਚਾਹੀਦਾ ਸਾਲ ਦਾ, ਤੇ ਕਿੱਥੋਂ ਸਰਕਾਰ ਇੰਨੇ ਸੋਰਸ ਪੈਦਾ ਕਰੂਗੀ ਕਿ 23 ਦੀਆਂ 23 ਫਸਲਾਂ ਜਿਹੜੀਆਂ ਤੁਹਾਨੂੰ ਪਤਾ ਦਿੱਲੀ ਦੀ ਸਰਕਾਰ ਤੇ ਕਿੰਨਾ ਕਰਜ਼ਾ ਚੜ ਗਿਆ? ਤੀਜੀ ਵਾਰ ਮੁੱਖ ਮੰਤਰੀ ਬਣੇ ਨੇ ਅਰਵਿੰਦ ਕੇਜਰੀਵਾਲ ਜੀ, 1 ਰੁਪਏ ਦਾ ਵੀ ਕਰਜ਼ਾ ਨਹੀਂ ਲਿਆ। ਪਰ ਦਿੱਲੀ ਦੇ ਵਿੱਚ ਬਿਜਲੀ ਸਾਰੇ ਦੇਸ਼ ਤੋਂ ਸਸਤੀ ਕਿਉਂ ਹੈ? ਦਿੱਲੀ ਦੇ ਹਸਪਤਾਲਾਂ ਦੇ ਵਿੱਚ ਜਿਹੜੀ ਦਵਾਈ ਮੁਫਤ ਕਿਉਂ ਹੈ? ਦਿੱਲੀ ਦੇ ਵਿੱਚ ਪਾਣੀ ਦਾ ਬਿੱਲ ਜਿਹੜਾ 20,000 ਲੀਟਰ ਤੱਕ ਫ੍ਰੀ ਕਿਵੇਂ ਹੈ? ਦਿੱਲੀ ਦੇ ਵਿੱਚ ਇੰਨੀਆਂ ਫੈਸਿਲਿਟੀਆਂ ਕਿਵੇਂ ਮਿਲ ਗਈਆਂ ਜਦ ਕਿ ਕਰਜ਼ਾ ਨਹੀਂ ਲਿਆ? ਲੀਕੇਜ ਬੰਦ ਕਰੂ, ਇਮਾਨਦਾਰ ਸਰਕਾਰ ਹੋਵੇ। ਜਿਹੜੇ ਓਵਰਬ੍ਰਿਜ 350 ਕਰੋੜ ਦੇ ਐਸਟੀਮੇਟ ਤੇ ਬਣਨੇ ਸੀ ਉਹ 150 ਕਰੋੜ ਤੇ ਬਣਾ ਕੇ 200 ਕਰੋੜ ਇੱਕ ਪੁਲ ਚੋਂ ਬਚਾਇਆ, ਠੀਕ ਹੈ। ਵੈਟ ਜਿਹੜਾ ਉਹ 5.5% ਕਰਤਾ, 5.5% ਵੈਟ ਕਰਕੇ ਜਾਨੀ ਕਿ ਘਟਾ ਕੇ ਵੈਟ 4,000 ਕਰੋੜ ਦੀ ਜ਼ਿਆਦਾ ਇਨਕਮ ਹੋਈ ਹੈ। ਸੋ ਜੇ ਨੀਅਤ ਹੋਵੇ ਨਾ ਤੇ ਨੀਤੀ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਬਹੁਤ ਸਾਰੀ ਲੀਕੇਜ ਇੱਥੇ ਡਰੱਗਸ ਵਾਲਿਆਂ ਤੋਂ, ਸਾਡਾ ਐਕਸਾਈਜ਼ ਜਿਹੜਾ ਉਹ ਮਾਫੀਏ ਕੋਲੇ ਹੈ, ਰੇਤਾ ਜਿਹੜਾ ਉਹ ਮਾਫੀਏ ਕੋਲੇ ਹੈ, ਜਿਹੜੀ ਵੀ ਚੀਜ਼ ਸਾਡੀ ਇਨਕਮ ਦਾ ਸੋਰਸ ਹੈ ਉਹ ਤਾਂ ਮਾਫੀਏ ਕੋਲੇ ਹੈ। ਜੇ ਉਹ ਲੀਕੇਜ ਬੰਦ ਕਰ ਦੋਗੇ ਐਮਐਸਪੀ ਤਾਂ ਕੁਝ ਵੀ ਨਹੀਂ ਹੈਗੀ। ਠੀਕ ਹੈ, ਅਗਲਾ ਸਵਾਲ ਜਗਦੀਪ ਜੀ ਕਰੀਏ। ਇਸ ਤੋਂ ਪਹਿਲਾਂ ਇੱਕ ਮਹਿਮਾਨ ਸਾਡੇ ਨਾਲ ਜੁੜਨ ਜਾ ਰਹੇ ਨੇ, ਬੀਜੇਪੀ ਤੋਂ ਸੀਨੀਅਰ ਲੀਡਰ ਤਰੁਣ ਚੁਗ ਜੀ ਸਾਡੇ ਨਾਲ ਜੁੜਨਗੇ। ਤਰੁਣ ਚੁਗ ਜੀ ਨੂੰ ਮੈਂ ਕਹੂੰਗੀ ਕਿ ਸਟੇਜ ਤੇ ਆ ਜਾਣ, ਅਪੀਲ ਕਰੂੰਗੀ ਤਰੁਣ ਚੁਗ ਜੀ ਨੂੰ ਸਟੇਜ ਤੇ ਆ ਜਾਣ।
ਮੌਜੂਦਾ ਸਮੇਂ ਦੇ ਵਿੱਚ ਕੇਂਦਰੀ ਖੇਤੀ ਬਿੱਲਾਂ ਨੂੰ ਲੈ ਕੇ ਜੋ ਕਿਸਾਨਾਂ ਦੇ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਦੇ ਸਵਾਲ ਲਗਾਤਾਰ ਬੀਜੇਪੀ ਤੇ ਦਾਗੇ ਜਾ ਰਹੇ ਨੇ, ਲਗਾਤਾਰ ਤਰੁਣ ਚੁਗ ਨੂੰ ਅਸੀਂ ਦੇਖਦੇ ਹਾਂ, ਸੁਣਦੇ ਹਾਂ ਕਿ ਕਿੰਨੀ ਬੇਬਾਕੀ ਦੇ ਨਾਲ ਉਹ ਜਵਾਬ ਵੀ ਦਿੰਦੇ ਰਹੇ ਨੇ ਔਰ ਲਗਾਤਾਰ ਕਹਿੰਦੇ ਰਹੇ ਨੇ ਕਿ ਇਹ ਜੋ ਕੇਂਦਰੀ ਬਿੱਲ ਨੇ ਕਿਸਾਨੀ ਹਿੱਤ ਦੇ ਵਿੱਚ ਨੇ। ਲੇਕਿਨ ਫਿਲਹਾਲ ਕਿਸਾਨਾਂ ਦਾ ਕੀ ਕੁਝ ਰਿਐਕਸ਼ਨ ਹੈ ਉਹ ਵੀ ਅਸੀਂ ਦੇਖਦੇ ਹਾਂ। ਕਿਸਾਨਾਂ ਦੇ ਵੱਲੋਂ ਗੁੱਸਾ ਜੋ ਹੈ ਲਗਾਤਾਰ ਜ਼ਾਹਿਰ ਹੋ ਰਿਹਾ। ਤਰੁਣ ਚੁਗ ਜੀ ਸਟੇਜ ਤੇ ਪਹੁੰਚ ਚੁੱਕੇ ਨੇ, ਮੰਚ ਤੇ ਸਵਾਗਤ ਹੈ ਤਰੁਣ ਚੁਗ ਜੀ ਦਾ। ਕੋਈ ਇਹਦਾ ਸੋਲੂਸ਼ਨ ਨਹੀਂ ਨਿਕਲ ਰਿਹਾ। ਸੈਂਟਰ ਗਵਰਨਮੈਂਟ ਆਪਣੇ ਸਟੈਂਡ ਤੇ ਹੈ, ਕਿਸਾਨ ਆਪਣੇ ਸਟੈਂਡ ਤੇ ਹੈ। ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਇੰਡਸਟਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਕਿਸਾਨ ਤੇ ਜਿਹੜਾ ਵਿਚਾਰਾ ਪ੍ਰੋਟੈਸਟ ਤੇ ਬੈਠਾ, ਮੈਨੂੰ ਲੱਗਦਾ ਕਿ ਅੱਗੇ ਜਾ ਕੇ ਇੰਡਸਟਰੀ ਵੀ ਹੁਣ ਪ੍ਰੋਟੈਸਟ ਤੇ ਬੈਠ ਜਾਊਗੀ। ਦੇਖੋ ਪਤਾ ਕੀ ਹੈ, ਨੋ ਡਾਊਟ ਕਿ ਇਸ ਗੱਲ ਦਾ ਕਿ ਨੁਕਸਾਨ ਚਾਹੇ ਉਹ ਰੇਲਵੇ ਕਰਕੇ ਮਤਲਬ ਵਪਾਰੀਆਂ ਦਾ ਵੀ ਤੇ ਕੋਲੇ ਦੀ ਵੀ ਕਮੀ ਦੀ ਗੱਲ ਚੱਲ ਰਹੀ ਹੈ ਤੇ ਹੋਰ ਵੀ ਜਿਹੜੀਆਂ ਜ਼ਰੂਰੀ ਵਸਤਾਂ ਪੂਰੇ ਦੇਸ਼ ਤੋਂ ਪੰਜਾਬ 'ਚ ਆਉਂਦੀਆਂ ਨੇ ਜਾਂ ਪੰਜਾਬ 'ਚ ਉੱਧਰ ਨੂੰ ਜਾਂਦੀਆਂ ਨੇ, ਨੁਕਸਾਨ। ਪਰ ਇੰਨਾ ਲੰਬਾ ਸੰਘਰਸ਼ ਜਿਹੜਾ ਹੋ ਗਿਆ ਤੇ ਇਹ 'ਚ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈ। ਦੇਖੋ ਮੈਂ ਤਾਂ ਕਹਿੰਦਾ ਕੈਪਟਨ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਉਹ ਮੀਡੀਏਟਰ ਬਣਦੇ ਕਿ ਦੇਖੋ ਜਿਹੜਾ ਸਟੇਟ ਦਾ ਹੈੱਡ ਹੈ ਉਹ ਸਟੇਟ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਤੇ ਸੈਂਟਰ ਸਰਕਾਰ ਦੇ ਵਿਚਾਲੇ ਇੱਕ ਬ੍ਰਿਜ ਹੁੰਦਾ। ਉਹਨੇ ਸਮੱਸਿਆਵਾਂ ਉੱਥੇ ਲੈ ਕੇ ਜਾਣੀਆਂ। ਜੇ ਉਹ ਆਪ ਨਹੀਂ ਹੱਲ ਕਰ ਸਕਦੇ ਉੱਥੇ ਗੱਲ ਕਰੋ, ਬਜਾਏ ਉਸ ਦੇ ਕੇ ਗੱਲ ਕਰਦੇ ਉੱਥੇ ਟਾਈਮ ਰਹਿੰਦੇ, ਉਹਦੀ ਬਜਾਏ ਉਹਨਾਂ ਨੂੰ ਕਹੀ ਗਏ ਤੁਸੀਂ ਧਰਨਾ ਚੱਕ ਲਓ ਜੀ, ਬਸ ਕਰੋ ਜੀ, ਐਂ ਹੋ ਜਾਊਗਾ ਜੀ, ਉਹ ਹੋ ਜਾਊਗਾ ਜੀ। ਸੋ ਫਿਰ ਉੱਥੇ ਗਏ ਮਿਲਣ, ਚਾਹੇ ਉਹ ਪਿਊਸ਼ ਗੋਇਲ ਜੀ ਨੂੰ ਮਿਲਣ ਗਏ ਜਾਂ ਤੋਮਰ ਸਾਹਿਬ ਨੂੰ, ਕਿਸਾਨ ਵੀ ਗਏ, ਪਰ ਕੋਈ ਹੱਲ ਨਹੀਂ ਨਿਕਲਿਆ। ਪਰ ਕੋਈ ਮੀਡੀਏਟਰ ਇੱਕ ਐਸਾ ਇੱਕ ਬ੍ਰਿਜ ਤੁਹਾਡੇ ਨਾਲ ਬੈਠੇ ਅੱਜ ਕੱਲ ਬੜੀ ਸੁਣੀ ਜਾਂਦੀ ਹੈ ਬੀਜੇਪੀ 'ਚ ਇਹਨਾਂ ਦੀ। ਤਰੁਣ ਜੀ ਬੜੇ ਸੀਨੀਅਰ ਨੇਤਾ ਨੇ, ਕੋਈ ਇਹਨਾਂ ਨੂੰ ਵੀ ਐਡਵਾਈਸ ਕਰ ਦਿਓ। ਦੇਖੋ ਮੈਂ ਤਾਂ ਪਾਰਲੀਮੈਂਟ ਜਦੋਂ ਇਹ ਬਿੱਲ ਆਇਆ ਸੀ, ਤੋਮਰ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਸੀ ਕਿ ਦੇਖੋ ਪੰਜਾਬ ਤੇ ਹਰਿਆਣਾ ਤਾਂ ਬਹੁਤ ਜ਼ਿਆਦਾ ਇਫੈਕਟ ਨਹੀਂ, ਕਿਉਂਕਿ ਪੰਜਾਬ ਹਰਿਆਣਾ ਦਾ ਜਿਹੜਾ ਪ੍ਰੋਕਿਉਰਮੈਂਟ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ। ਹਾਲਾਂਕਿ ਕਣਕ ਤੇ ਝੋਨੇ ਤੇ ਸਾਨੂੰ ਮਿਲਦੀ ਹੈ MSP, ਮੱਕੀ ਜਿਹੜੀ ਹੈ ਉਹ ਹੁਸ਼ਿਆਰਪੁਰ 'ਚ ਰੁਲਦੀ ਹੈ, ਸੂਰਜਮੁਖੀ ਰੁਲਦੀ ਹੈ, ਨਰਮਾ ਕਪਾਹ ਉਧਰ ਅਬੋਰ ਬਠਿੰਡਾ ਕਾਟਨ ਬੈਲਟ 'ਚ ਉੱਥੇ ਰੁਲਦੀ ਹੈ, MSP ਨਹੀਂ ਮਿਲਦੀ। ਇਸੇ ਜੇ ਸਾਡੇ ਕੋਲੇ ਇੱਥੇ ਝੋਨੇ ਦਾ ਤੇ ਕਣਕ ਦਾ ਪ੍ਰੋਕਿਉਰਮੈਂਟ ਇਨਫਰਾਸਟ੍ਰਕਚਰ ਹੈਗਾ, ਇਸੇ ਕਰਕੇ ਯੂਪੀ ਦਾ ਤੇ ਬਿਹਾਰ ਦਾ ਜਿਹੜਾ ਝੋਨਾ ਉਹ ਟਰੱਕਾਂ ਰਾਹੀਂ ਜਿਵੇਂ ਮਰਜ਼ੀ, ਚਾਹੇ ਲੀਗਲ ਇਲੀਗਲ ਕਿਵੇਂ ਆਉਂਦਾ ਉਹ ਵਿਕਣ ਆਉਂਦਾ ਨਾ। ਮੇਰਾ ਸੁਜੈਸ਼ਨ ਇਹ ਸੀ ਕਿ ਜੇ ਸਰਕਾਰ ਇਹ ਕਹਿੰਦੀ ਹੈ, ਸੈਂਟਰ ਸਰਕਾਰ, ਕਿ ਬਿੱਲ ਕ੍ਰਾਂਤੀਕਾਰੀ ਬਿੱਲ ਨੇ, ਇਹਦੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ, ਕ੍ਰਾਂਤੀ ਆ ਜੂਗੀ, ਤਾਂ ਤੁਸੀਂ ਥੋੜੇ ਸਮੇਂ ਲਈ ਪੰਜਾਬ ਤੇ ਹਰਿਆਣਾ ਨੂੰ ਐਗਜ਼ੈਂਪਟ ਕਰ ਦਿਓ ਤੇ ਬਾਕੀ ਦੇਸ਼ ਦੇ ਵਿੱਚ ਕ੍ਰਾਂਤੀ ਲਿਆਓ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਕਿ ਹਾਂ ਯਾਰ ਸਾਨੂੰ ਵੀ ਵਿੱਚ ਪਾਓ। ਦੇਖੋ ਪੰਜਾਬ ਇਸ ਵਕਤ 40% ਜਿਹੜਾ ਅਨਾਜ ਸੈਂਟਰਲ ਪੂਲ ਨੂੰ ਦੇ ਰਿਹਾ। ਪੰਜਾਬ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਜਾਓ ਅਸੀਂ ਨਹੀਂ ਤੁਹਾਡੇ ਟ੍ਰੇਨਾਂ ਚਲਾਉਂਦੇ, ਜਾਓ ਅਸੀਂ ਨਹੀਂ ਤੁਹਾਨੂੰ ਆਹ ਕਰਦੇ। ਦੇਖੋ ਇਸ ਤਰ੍ਹਾਂ ਦੀ ਜਿਹੜੀ ਟਕਰਾਓ ਦੀ ਨੀਤੀ ਨਹੀਂ ਕਰਨੀ ਚਾਹੀਦੀ। ਆਜ਼ਾਦੀ ਤੋਂ ਲੈ ਕੇ ਹਰੀ ਕ੍ਰਾਂਤੀ ਤੋਂ ਲੈ ਕੇ ਅੱਜ ਤੱਕ, ਚਾਹੇ ਉਹ ਬਾਰਡਰ ਤੇ ਰਾਖੀ ਕਰਨ ਦੀ ਗੱਲ ਹੋਵੇ ਅੱਜ ਵੀ, ਚਾਹੇ ਆਜ਼ਾਦੀ ਲਿਆਉਣ ਦੀ ਗੱਲ ਹੋਵੇ, ਪੰਜਾਬ ਜਿਹੜਾ ਉਹ ਮੋਢੀ ਰਿਹਾ। ਸੋ ਪੰਜਾਬ ਨਾਲ ਇਸ ਤਰ੍ਹਾਂ ਦਾ ਕਿਤੇ ਨਾ ਕਿਤੇ ਜੇ ਥੋੜਾ, ਕਿਉਂਕਿ ਬਾਰਡਰ ਸਟੇਟ ਹੈ, ਇਸ ਤਰ੍ਹਾਂ ਦੀਆਂ ਵੀ ਕੁਝ ਸ਼ਰਾਰਤੀ ਅਨਸਰ ਜਿਹੜੇ ਕੋਸ਼ਿਸ਼ ਕਰ ਸਕਦੇ ਨੇ ਕਿ ਹਾਂ ਹੁਣ ਵਧੀਆ ਮੌਕਾ ਅੱਗ ਲਾਉਣ ਦਾ। ਸੋ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ, ਜਿਵੇਂ ਕਿ ਲਿਖਿਆ ਨਾ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ। ਸੋ ਮੁੰਦਰੀ ਦੇ ਵਿੱਚ ਜੇ ਨਗ ਨੂੰ ਕੋਈ ਮੁਸ਼ਕਿਲ ਹੈ ਨਾ, ਤਾਂ ਇਹ ਫਰਜ਼ ਬਣਦਾ ਹੈ। ਮੈਂ ਪਾਰਲੀਮੈਂਟ 'ਚ ਵੀ ਬੋਲਦਾ ਰਿਹਾ ਕਿ ਜਦੋਂ ਹਰੀ ਕ੍ਰਾਂਤੀ ਲਿਆਉਣੀ ਸੀ, ਪੂਰਾ ਦੇਸ਼ ਜਿਹੜਾ ਅਨਾਜ ਪੱਖੋਂ ਭੁੱਖਾ ਮਰਦਾ ਸੀ, ਅਮਰੀਕਾ ਤੋਂ ਕਣਕ ਮੰਗਾਉਂਦੇ ਸੀ, ਸਾਡੇ ਪੰਜਾਬ ਦੇ ਕਿਸਾਨਾਂ ਨੇ ਮਿੱਟੀ 'ਚੋਂ ਸੋਨਾ ਗਾਇਆ। ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਬਾਹ ਫੜੋ। ਮੈਂ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਟਕਰਾਓ ਦੀ ਸਥਿਤੀ ਨਾ ਆਵੇ ਕਿ ਅਸੀਂ ਆਹ ਨਹੀਂ ਕਰਦੇ ਜਾਂ ਪਹਿਲਾਂ ਆਹ ਕਰੋ, ਆਹ ਕਰਾਂਗੇ। ਮੁਲਕ ਦੇ ਵਿੱਚ ਜੇ ਕਿਤੇ ਵੀ ਕੋਈ ਸਮੱਸਿਆ ਬੈਠ ਕੇ ਸੁਲਝਾਈ ਜਾ ਸਕਦੀ। ਤਰੁਣ ਜੀ, ਮੇਰਾ ਸਭ ਤੋਂ ਪਹਿਲਾ ਸਵਾਲ, 300 ਤੋਂ ਜ਼ਿਆਦਾ ਜਗ੍ਹਾ ਤੇ ਕਿਸਾਨ ਧਰਨੇ ਲਾ ਕੇ ਬੈਠੇ ਆ। ਬਹੁਤ ਇਹੋ ਜਿਹੇ ਬਿਆਨ ਆਉਂਦੇ ਆ ਜਿਹੜੇ ਉਹਨਾਂ ਨੂੰ ਹੋਰ ਜ਼ਿਆਦਾ ਸਿਚੁਏਸ਼ਨ ਨੂੰ ਖਰਾਬ ਕਰ ਰਹੇ ਆ। ਉਹ 'ਚ ਇੱਕ ਤੁਹਾਡਾ ਬਿਆਨ ਆਇਆ ਸੀ ਵੀ ਵਿਚੋਲੀਏ ਕਹਿ ਰਹੇ ਸੀ, ਕੋਈ ਤੁਹਾਡੇ ਕਹਿੰਦੇ ਆ ਜੀ ਵੇਲੜ ਬੰਦੇ ਨੇ, ਇਹ ਕਿਸਾਨ ਹੈ ਨਹੀਂ। ਤੁਸੀਂ ਇਹ ਵੀ ਸ਼ਾਇਦ ਕਿਹਾ ਸੀ ਇਹ ਕਾਂਗਰਸ ਦੇ ਬੰਦੇ ਆ। ਅੱਜ ਇਸ ਮੰਚ ਤੋਂ ਤੁਸੀਂ ਉਹਦੇ ਬਾਰੇ ਕਲੈਰੀਫਿਕੇਸ਼ਨ ਦੇਣਾ ਚਾਹੋਗੇ ਕਿ ਜਿਹੜੇ ਲੋਕ ਉਹ 300 ਜਗ੍ਹਾ ਤੇ ਧਰਨੇ ਲਾ ਕੇ ਬੈਠੇ, ਆਖਿਰ ਉਹ ਬੰਦੇ ਹੈ ਕੌਣ ਨੇ? ਐਸੇ ਕਿ ਮੈਂ ਸਭ ਨੂੰ ਪਹਿਲਾਂ, ਤੁਸੀਂ ਕੁਐਸਚਨ ਲਿੱਤਾ ਸੀ ਮਾਨ ਸਾਹਿਬ ਨੂੰ, ਮਾਨ ਸਾਹਿਬ ਬੜੇ ਸੀਨੀਅਰ ਪੋਲੀਟੀਸ਼ੀਅਨ ਨੇ ਪੰਜਾਬ ਦੇ,
कि कौन ਇਹਦੇ ਸੇ ਜ਼ਿੰਮੇਵਾਰ ਹੈ। ਮਿਸ ਹੋ ਗਿਆ। ਬਿਲਸ ਆਏ, ਕਾਨੂੰਨ ਬਣੇ, ਕੋਈ ਨਵਾਂ ਪ੍ਰੋਸੈਸ ਨਹੀਂ ਹੈਗਾ। ਲੇਕਿਨ ਪੰਜਾਬ ਨੂੰ ਇਸ ਸਥਿਤੀ 'ਚ ਪਹੁੰਚਾਉਣ ਸੇ ਜ਼ਿੰਮੇਵਾਰ ਕੌਣ ਹੈ? ਕਿਸਾਨ ਯੂਨੀਅਨ ਨੇ ਧਰਨਾ ਦਿੱਤਾ 25 ਸਤੰਬਰ ਨੂੰ। 25 ਸਤੰਬਰ ਦੀ ਘੋਸ਼ਣਾ ਕੋਈ 16 ਜਾਂ 17 ਸਤੰਬਰ ਦੇ ਉਹਨਾਂ ਦੀ ਮੀਟਿੰਗ 'ਚ ਹੋਈ। ਇੱਕ ਲੈਟਰ ਨਿਕਲਿਆ 19 ਸਤੰਬਰ ਨੂੰ, ਤੁਹਾਡੇ ਚੈਨਲ ਨੇ ਸਭ ਨੂੰ ਪਹਿਲੇ ਦਿਖਾਇਆ ਕਿ ਵੀ ਪੰਜਾਬ ਸਰਕਾਰ ਨੇ ਆਰਡਰ ਜਾਰੀ ਕੀਤੇ ਹੈ ਕਿ ਸਾਰੇ ਪੰਚ ਸਰਪੰਚ ਵੀਡੀਓਜ਼ ਹਾਜ਼ਰੀ ਲਵਾਂਗੇ ਕਾਂਗਰਸ ਦੇ ਧਰਨਿਆਂ ਤੇ। ਕਾਂਗਰਸ ਨੇ ਇਸ ਅੰਦੋਲਨ ਨੂੰ ਹਾਈਜੈਕ ਕਰਨ ਵਾਸਤੇ 21 ਸਤੰਬਰ ਨੂੰ ਆਪਣਾ ਅੰਦੋਲਨ ਸ਼ੁਰੂ ਕੀਤਾ। ਔਰ ਪੰਜਾਬ ਦੇ ਵਿੱਚ ਅੱਜ ਖੇਤੀ ਬਿੱਲਾਂ ਤੇ ਜੋ ਪਰਸੈਪਸ਼ਨ ਹੈ, ਉਹ ਪਰਸੈਪਸ਼ਨ ਕ੍ਰੀਏਟ ਕੀਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ। ਔਰ ਇੱਕ ਝੂਠੀ ਪਰਸੈਪਸ਼ਨ ਕ੍ਰੀਏਟ ਕਰ ਦਿੱਤੀ, ਕਿਉਂਕਿ ਲੌਜਿਕ ਹੈ ਪੇਪਰਸ ਦੇ ਉੱਤੇ। ਇਹ ਸੰਸਦ 'ਚ ਬੋਲਦੇ ਨੇ, ਪੇਪਰਸ ਤੇ ਬੋਲਦੇ ਨੇ, ਫੈਕਟਸ ਤੇ ਬੋਲਦੇ ਨੇ। ਬਿੱਲ ਪਾਸ ਹੋਏ ਨੇ, ਫੈਕਟਸ ਦੇ ਉੱਤੇ ਪਾਸ ਹੋਏ ਨੇ। ਅੱਜ ਪੰਜਾਬ 'ਚ ਪਰਸੈਪਸ਼ਨ ਹੈ ਕਿ ਖੇਤੀ ਬਿੱਲ, ਔਰ ਮੈਂ ਜੋ ਪਰਸੈਪਸ਼ਨ ਕਹਿ ਰਿਹਾ ਤੁਹਾਡੇ ਟੀਵੀ ਚੈਨਲ ਸੇ ਕੈਬਨਿਟ ਸਰਕਾਰ, ਪੰਜਾਬ ਸਰਕਾਰ ਦੇ ਕੈਬਨਿਟ ਮਿਨਿਸਟਰ ਸੀ, ਇਹ ਵਰਡਸ ਨੇ, ਪੜਿਆ ਨਹੀਂ, ਗੁੜਿਆ ਨਹੀਂ, ਸਿਰਫ ਭਾਸ਼ਣ ਸੇ ਪੁਆਇੰਟ ਦੇਤੇ। ਈਵਨ ਸੀਐਮ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਦਾਨੀ ਔਰ ਅੰਬਾਨੀ ਖਾ ਜਾਣਗੇ। ਮੈਂ ਬਿੱਲ ਲੈ ਕੇ ਆਇਆ, ਮੈਨੂੰ ਇੱਕ ਅਕਸ਼ਰ ਕੈਪਟਨ ਸਾਹਿਬ ਨੂੰ ਮੈਂ ਤੁਹਾਡੇ ਇਸ ਟੀਵੀ ਮੀਡੀਆ ਰਾਹੀਂ ਨਿਵੇਦਨ ਕਰਨਾ, ਮੈਂ ਚੈਲੰਜ ਨਹੀਂ ਕਰਦਾ, ਸੀਨੀਅਰ ਆਦਮੀ ਨੇ, ਇੱਕ ਸ਼ਬਦ ਇਹ 'ਚ ਦੱਸਣ ਕਿ ਜ਼ਮੀਨ ਕਿਸਾਨ ਦੀ ਮੋਰਟਗੇਜ ਹੋਏਗੀ ਬੈਂਕ ਕੋਲ ਜਾਂ ਕਿਸੇ ਇੰਡੀਵਿਜੂਅਲ ਕੋਲ। ਮੈਨੂੰ ਹੈਰਾਨਗੀ ਹੈ, ਜਿਹੜਾ ਪੁਰਾਣਾ ਸਾਡਾ ਪੰਜਾਬ ਦੇ ਅੰਦਰ 2013 ਤੋਂ ਕਾਨੂੰਨ ਹੈ, ਔਰ ਉਸ ਤੋਂ ਪਹਿਲੇ ਕੰਟਰੈਕਟ ਫਾਰਮਿੰਗ ਕਈ ਸਾਲਾਂ ਤੋਂ ਹੋ ਰਹੀ ਹੈ। ਪੰਜਾਬ ਦੇ ਅੰਦਰ ਕੰਟਰੈਕਟ ਫਾਰਮਿੰਗ ਦਾ ਰਿਵਾਜ ਹੈ ਕਿ ਪੰਜਾਬ 'ਚ 100 ਕਿੱਲੇ 50 ਕਿੱਲੇ ਵਾਲਾ ਕਿਸਾਨ ਹੈ, ਕਿਸੇ 10 ਕਿੱਲੇ ਕੋਈ ਚਲਾ ਰਿਹਾ, 10 ਕਿੱਲੇ ਕੋਈ ਚਲਾ ਰਿਹਾ। ਉਹਦੇ ਵਿੱਚ ਕਿਤੇ ਨਾ ਕਿਤੇ ਜ਼ਮੀਨ ਮੋਰਟਗੇਜ ਹੁੰਦੀ ਸੀ। ਜਿਹੜਾ ਨਵਾਂ ਕਾਨੂੰਨ ਲਿਆਂਦਾ ਔਰ ਜੋ ਸਬਜੈਕਟ ਯੂਜ਼ ਕੀਤਾ ਹੈ, ਵਰਡ ਯੂਜ਼ ਕੀਤਾ ਹੈ ਕਿ ਮੋਰਟਗੇਜ ਕਿਸੇ ਵੀ ਸੂਰਤ 'ਚ ਕਿਸਾਨ ਦੀ ਜ਼ਮੀਨ ਨਾ ਬੈਂਕ ਕਰ ਸਕਦਾ ਹੈ, ਨਾ ਹੀ ਕੋਈ ਸਾਹੂਕਾਰ ਕਰ ਸਕਦਾ। ਲੇਕਿਨ ਅੱਜ ਤੁਸੀਂ ਪੰਜਾਬ ਦੇ ਕਿਸਾਨ ਨੂੰ ਜਾ ਕੇ ਪੋਲੀਟੀਕਲ ਪਾਰਟੀ ਗਲਤ ਹੋ ਸਕਦੀ ਹੈ। ਨਹੀਂ, ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ, ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਹੈ ਕਿ ਪੰਜਾਬ ਦੇ ਅੰਦਰ ਜੋ ਸੀ ਇੰਪਲੀਮੈਂਟ ਕੀਤਾ ਹੈ, ਉਹ ਕੈਪਟਨ ਸਾਹਿਬ ਨੇ ਆਪਣੇ ਮੈਨੀਫੈਸਟੋ 'ਚ 9/1/2017 ਨੂੰ ਕਿਹਾ ਕਿ ਪੰਜਾਬ ਦੇ ਅੰਦਰ ਅਸੀਂ ਫਾਰਮਰ ਰੈਵੋਲੂਸ਼ਨ 'ਚ ਇਹ ਚੀਜ਼ਾਂ ਕਰਾਂਗੇ। ਇਹਨਾਂ ਨੇ ਨਹੀਂ ਕੀਤੀਆਂ। 2019 ਦੇ ਲੋਕ ਸਭਾ ਚੁਣਾਵ ਦੇ ਮੈਨੀਫੈਸਟੋ 'ਚ ਕਾਂਗਰਸ ਨੇ ਕਿਹਾ ਕਿ ਅਸੀਂ ਇਹ ਕਰਾਂਗੇ, ਫਾਰਮਰਸ ਨੂੰ ਆਜ਼ਾਦੀ ਦੇਵਾਂਗੇ। ਫਾਰਮਰਸ ਕੇਵਲ ਇੱਕ ਮੰਡੀ ਤੱਕ ਨਹੀਂ, ਉਹਨੂੰ ਮੰਡੀ ਤੋਂ ਬਾਹਰ ਦੀ ਆਜ਼ਾਦੀ ਦੇਵਾਂਗੇ। ਉਹਨਾਂ ਨੇ ਨਹੀਂ ਕੀਤੀ, ਅਸੀਂ ਕੀਤੀ। ਪ੍ਰਸ਼ਨ ਇਹ ਹੈ ਕਿ ਕਿਹਦੀ ਡਿਊਟੀ ਸੀ ਫਾਰਮਰਸ ਨੂੰ ਗਾਈਡ ਕਰਨਾ, ਉਹਨੇ ਮਿਸ ਗਾਈਡ ਕੀਤਾ। ਜਿਹਦੀ ਡਿਊਟੀ ਸੀ ਅੱਗ ਨਾ ਲੱਗੇ, ਉਹਨਾਂ ਨੇ ਅੱਗ ਲਗਾਈ। ਮੈਂ ਤੁਸੀਂ ਮੈਨੂੰ ਸੈਕਿੰਡ ਆਮ ਆਦਮੀ ਪਾਰਟੀ ਨੇ ਨਹੀਂ ਲਾਈ। ਤੁਸੀਂ ਮੈਨੂੰ ਸੈਕਿੰਡ ਕੁਐਸਚਨ ਕੀਤਾ ਕਿ ਪੰਜਾਬ ਦੇ ਵਿੱਚ ਤੁਹਾਡਾ ਬਿਆਨ ਆਇਆ। ਮੈਂ ਤੁਹਾਨੂੰ ਰਿਪੀਟ ਕਰ ਰਿਹਾ ਆਪਣੇ ਬਿਆਨ ਨੂੰ। ਤੁਸੀਂ ਦੇਖੋ, 2 ਟਰੈਕਟਰ ਸੜੇ, ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਹੈ ਕਿ ਇੱਕ ਫਾਰਮਰ ਨੇ ਟਰੈਕਟਰ ਸਾੜਿਆ ਹੋਵੇ। ਮੇਰੀ ਵਿਰੋਧੀ ਪਾਰਟੀ ਦੇ ਬੈਠੇ ਕਿੰਨੇ ਟਰੈਕਟਰ ਸਾੜਿਆ? ਕਾਂਗਰਸ, ਯੂਥ ਕਾਂਗਰਸ ਦੇ ਲੋਕਾਂ ਨੇ ਟਰੈਕਟਰ ਸਾੜਿਆ। ਜੇ ਦਿੱਲੀ ਅੰਦਰ ਟਰੈਕਟਰ ਸੜਿਆ ਤੇ ਤਾਂ ਵੀ ਯੂਥ ਕਾਂਗਰਸ ਦੇ ਲੋਕਾਂ ਨੇ ਸਾੜਿਆ। ਜੇ ਸ਼ੰਭੂ ਬੈਰੀਅਰ ਤੇ ਟਰੈਕਟਰ ਸੜਿਆ ਤੇ ਯੂਥ ਕਾਂਗਰਸ ਦੇ ਲੋਕਾਂ ਨੇ ਸਾੜਿਆ। ਮੈਨੂੰ ਦੱਸੋ, ਕਦੀ ਕਿਸਾਨ ਜਿਹਨੂੰ ਆਪਣਾ ਬੇਟਾ ਕਹਿੰਦਾ ਮੇਰਾ ਵੱਡਾ ਬੇਟਾ ਕਿਸਾਨ ਦਾ ਟਰੈਕਟਰ ਹੈ, ਉਹ ਸਾੜ ਸਕਦਾ? ਦੂਜੀ ਗੱਲ, ਪੰਜਾਬ ਦੇ ਅੰਦਰ ਅੰਦੋਲਨ ਚੱਲਿਆ, ਕਿਸੇ ਨੇ ਪੋਲੀਟੀਕਲ ਪਾਰਟੀਆਂ ਦੇ ਕਿਸੇ ਜਦ ਜ਼ਮੀਨਾਂ ਨਹੀਂ ਬਚਣ ਗਿਆ ਤੇ ਟਰੈਕਟਰ ਕੀ ਕਰਨਗੇ? ਉਹ ਹਾਂਜੀ, ਜਦ ਜ਼ਮੀਨਾਂ ਹੀ ਨਹੀਂ ਬਚਣ ਗਿਆ, ਜੇ ਕੰਟਰੈਕਟ ਫਾਰਮਿੰਗ ਦੀ ਗੱਲ ਹੋ ਰਹੀ ਹੈ, ਟਰੈਕਟਰ ਕੀ ਕਰਨਗੇ ਉਹ? ਸੰਧੂ ਸਾਹਿਬ, ਮੈਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇ ਲਾਂ, ਤੁਸੀਂ ਸੈਕਿੰਡ ਕੁਐਸਚਨ ਕਰਨਾ, ਮੈਂ ਉਹਦਾ ਵੀ ਜਵਾਬ ਦੇ ਕੇ ਜਾਵਾਂਗਾ। ਤੁਹਾਡੇ ਕੋਲ ਟਾਈਮ ਚਾਹੀਦਾ। ਪੰਜਾਬ ਦੇ ਅੰਦਰ ਮੇਰੀ ਗੱਡੀ ਤੇ ਹਮਲਾ ਹੋਇਆ, ਅਸ਼ਵਨੀ ਸ਼ਰਮਾ ਜੀ ਦੀ ਗੱਡੀ ਤੇ ਹਮਲਾ ਹੋਇਆ, ਬੀਜੇਪੀ ਦਫ਼ਤਰਾਂ ਦੇ ਮੂਹਰੇ
ਗੇਟਾਂ ਤੇ ਅੱਗਾਂ ਲਾਈਆਂ ਗਈਆਂ, ਬੀਜੇਪੀ ਦਫ਼ਤਰ ਲੁਧਿਆਣਾ ਦੇ ਦਫ਼ਤਰ ਦੇ ਅੰਦਰ ਜਾ ਕੇ ਅੱਗ ਲਗਾਈ ਗਈ। ਕੋਈ ਪਰਚਾ ਰਜਿਸਟਰਡ ਹੋਇਆ? ਮੈਂ ਤੁਹਾਨੂੰ ਪੁੱਛਣਾ, ਲਾਅ ਐਂਡ ਆਰਡਰ ਕਿਹਦੇ ਕੋਲ ਹੈ? ਕਿਉਂਕਿ ਸਾੜਨ ਵਾਲੇ ਲੋਕ ਯੂਥ ਕਾਂਗਰਸ ਦੇ ਸੀ, ਟ੍ਰੇਸ ਪਾਸ ਕਰ ਰਹੇ ਸੀ, ਕਿਹੜੇ ਪਰਚਾ ਰਜਿਸਟਰਡ ਹੋਇਆ? ਉਸ ਤੋਂ ਅੱਗੇ ਜਾ ਰਿਹਾ ਮੈਂ, ਪੰਜਾਬ ਦੇ ਫਾਰਮਰ ਚੀਫ ਮਿਨਿਸਟਰ ਸਰਦਾਰ ਬੇਅੰਤ ਸਿੰਘ, ਉਹਨਾਂ ਦਾ ਬੇਟਾ ਮੈਂਬਰ ਆਫ ਪਾਰਲੀਮੈਂਟ, ਯੂਥ ਕਾਂਗਰਸ ਦਾ ਫਾਰਮਰ ਸਟੇਟ ਪ੍ਰੈਜ਼ੀਡੈਂਟ, ਉਹ ਟੀਵੀ ਤੇ ਆਂਦਾ ਹੈ, ਇੰਟਰਵਿਊ ਦਿੰਦਾ, ਜਿਸ ਤਰ੍ਹਾਂ ਹਿਜਬੁਲ ਘਟਨਾ ਕਰਨ ਤੋਂ ਬਾਅਦ ਪਾਕਿਸਤਾਨ 'ਚ ਪ੍ਰੈਸ ਕਰਦੀ, ਉਸ ਤਰ੍ਹਾਂ ਪ੍ਰੈਸ ਕਰ ਰਹੇ ਨੇ ਕਿ ਪੰਜਾਬ 'ਚ ਜਿੰਨੇ ਹਮਲੇ ਹੋਏ ਮੈਂ ਕਰਾਏ ਹੈ, ਹਜੇ ਹਮਲੇ ਹੋਰ ਹੋਣਗੇ। ਕਿਸ ਪਾਸੇ ਲੈ ਜਾਣਾ ਚਾਹ ਰਹੇ ਆ ਪੰਜਾਬ ਨੂੰ? ਹਿੰਸਾ ਵਾਲੇ ਪਾਸੇ ਲੈ ਜਾਣਾ ਚਾਹ ਰਹੇ ਆ? ਮੈਂ ਕਹਿੰਦਾ ਇੱਕ ਫਾਰਮਰ ਨੇ ਕਿਹਾ ਹੋਵੇ ਅਸੀਂ ਅੱਗ ਲਾਣੀ ਹੈ, ਇੱਕ ਫਾਰਮਰ ਨੇ ਕਿਹਾ ਹੋਵੇ ਅਸੀਂ ਬੀਜੇਪੀ ਦਾ ਦਫ਼ਤਰ ਸਾੜਨਾ ਹੈ, ਇੱਕ ਫਾਰਮਰ ਨੇ ਇਹਨਾਂ ਦੀ ਗੱਡੀ ਦੀ ਜਾਂ ਮੇਰੀ ਗੱਡੀ ਦੇ ਪੱਥਰ ਸੁੱਟਿਆ। ਮੇਰਾ ਕਹਿਣਾ ਹੈ, ਮੈਂ ਉਸ ਤੁਸੀਂ ਮੇਰੇ ਬਿਆਨ ਦੀ ਗੱਲ ਕੀਤੀ ਸੀ, ਮੈਂ ਉਸ ਬਿਆਨ ਤੇ ਇਸ ਪਿੱਛੇ ਮੈਂ ਕਹਿਣਾ ਕਿ ਕਾਂਗਰਸ ਪੰਜਾਬ ਦੇ ਮਾਹੌਲ ਨੂੰ, ਜਿਨ੍ਹਾਂ ਦੀ ਡਿਊਟੀ ਸੀ ਲਾਅ ਐਂਡ ਆਰਡਰ ਮੇਨਟੇਨ ਕਰਨਾ, ਜਿਨ੍ਹਾਂ ਦੀ ਡਿਊਟੀ ਸੀ, ਜੋ ਇਹਨਾਂ ਨੇ ਗੱਲ ਰਿਪੀਟ ਕੀਤੀ, ਮੈਨੂੰ ਰਿਪੀਟ ਕਰ ਰਿਹਾ ਕਿ ਬਿਲਸ ਬਾਰੇ ਮੈਰਿਟਸ ਡੀਮੈਰਿਟਸ ਜਨਤਾ 'ਚ ਰੱਖਣੇ, ਉਹ ਆਪ ਹੀ ਅੰਦੋਲਨ 'ਚ ਕੁੱਦ ਗਏ। ਮੈਨੂੰ ਦੱਸੋ, ਚੀਫ ਮਿਨਿਸਟਰ ਧਰਨਾ ਦੇਣ ਜਾ ਰਹੇ ਨੇ ਦਿੱਲੀ ਰਾਜਘਾਟ ਤੇ, ਫਿਰ ਕਹਿੰਦੇ ਨਹੀਂ ਧਰਨਾ ਨਹੀਂ ਦੇਣਾ, ਗਲਤ ਹੈ। ਇਹ ਕੋਈ ਪਹਿਲੀ ਵਾਰ ਤੇ ਹੋਇਆ ਨਹੀਂ ਕਿ ਚੀਫ ਮਿਨਿਸਟਰ ਧਰਨਾ ਦੇ ਰਹੇ। ਤੁਹਾਡੀ ਪਾਰਟੀ ਦੀ ਬਹੁਤ ਸਾਰੀਆਂ ਮਿਸਾਲਾਂ ਦੇ ਸਕਦੇ ਹਾਂ। ਜਦੋਂ ਤੁਸੀਂ ਪੰਜਾਬ ਦੀ ਲੈਜਿਸਲੇਟਿਵ ਦੇ ਅੰਦਰ ਬਿੱਲ ਪਾਸ ਕੀਤੇ, ਤੁਸੀਂ ਧਰਨਾ ਦੇਣ ਉੱਥੇ ਚਲੇ ਗਏ, ਜੇ ਸਹੀ ਸੀ ਤਾਂ ਫਿਰ ਕੈਰੀ ਔਨ ਕਿਉਂ ਨਹੀਂ ਕੀਤਾ? 4 ਰੋਜ਼ ਬਹਿਨੇ ਸੀ, ਕਿੱਥੇ ਗਏ 4 ਰੋਜ਼? ਤੈਅ ਕੀਤਾ ਸੀ ਨਾ, ਰੋਜ਼ 4 ਬੰਦੇ ਬਹਿਣਗੇ, 4 ਐਮਐਲਏ ਬਹਿਣਗੇ, ਇੱਕ ਮਿਨਿਸਟਰ ਬਹਿਗਾ, 5 ਲੋਕ ਬਹਿਣਗੇ। ਇੱਕ ਦਿਨ ਸੈਕਿੰਡ ਡੇ ਕੋਈ ਨਹੀਂ ਗਿਆ, ਕਿਉਂਕਿ ਅਸੀਂ ਕਾਂਗਰਸ ਹੁਣ ਮੈਂ ਤੁਹਾਨੂੰ ਦੂਜੀ ਤੀਜੀ ਗੱਲ ਤੁਸੀਂ ਕਿਹੜੀ ਕਹੀ, ਫਾਰਮਰ ਬਿਲਸ। ਮੈਂ ਤੁਹਾਡੇ ਕੇ ਨਿਵੇਦਨ ਕਰਨਾ, ਲਗਭਗ 100 ਸਾਲ ਚ ਫਾਰਮਰਸ ਅਸੀਂ ਅੰਗਰੇਜ਼ਾਂ ਦੇ ਟਾਈਮ 'ਚ ਵੀ ਔਰ ਸਾਡੇ ਟਾਈਮ 'ਚ ਵੀ ਕੋਈ ਬਹੁਤ ਵੱਡਾ ਕ੍ਰਾਂਤੀਕਾਰੀ ਫੈਸਲਾ ਨਹੀਂ ਹੋਇਆ। ਪਹਿਲੀ ਵਾਰੀ ਫਾਰਮਰਸ ਨੂੰ ਕੇਂਦਰ ਬਿੰਦੂ 'ਚ ਰੱਖ ਕੇ ਕ੍ਰਾਂਤੀਕਾਰੀ, ਵੈਸੇ ਡਿਮੋਨੇਟਾਈਜੇਸ਼ਨ ਵੀ ਬਹੁਤ ਸੀ, ਜਿਹਨੂੰ ਤੁਸੀਂ ਉਹਦੀ ਸਾਲਗਿਰਾ ਮਨਾਉਣ ਤੋਂ ਵੀ ਬੀਜੇਪੀ ਭੱਜ ਜਾਂਦੀ ਹੈ। ਜੋ ਡਿਮੋਨੇਟਾਈਜੇਸ਼ਨ ਹੁੰਦਾ ਹੈ, ਸਵੀਕਾਰ ਕਰਨੇ ਹਿੰਦੁਸਤਾਨ ਦੇ ਅੰਦਰ ਡਿਮੋਨੇਟਾਈਜੇਸ਼ਨ ਆਪਾਂ, ਮੈਂ ਉਸ ਤੋਂ ਗੱਲ ਕਰ ਲੈਣੇ। ਤੁਸੀਂ ਭਾਈ ਸਾਹਿਬ ਉਹਦਾ ਕੱਲਾ ਇੱਕ ਕਨਕਲੇਵ ਰੱਖੋ ਅਰਥ ਵਿਵਸਥਾ ਤੇ, ਅਸੀਂ ਤੁਹਾਡੇ ਨਾਲ ਆ ਕੇ ਗੱਲ ਕਰਾਂਗੇ ਕਿ ਉਸ ਤੋਂ ਬਾਅਦ ਦੇ ਹਿੰਦੁਸਤਾਨ 'ਚ ਕਿੰਨੇ ਕ੍ਰਾਂਤੀਕਾਰੀ ਪਰਿਵਰਤਨ ਆਏ। ਇੰਨੀ ਸਕਸੈਸਫੁਲ ਸੀ ਤੁਸੀਂ ਹਰ ਪਾਲਿਸੀ, ਕੰਪਨੀਆਂ ਹਿੰਦੁਸਤਾਨ ਦੀਆਂ ਜਿਹੜੀ ਹੁੰਦੀ ਤੁਹਾਡੀ ਪਾਰਟੀ ਦੀ, ਉਹਦੀ ਸਾਲਗਿਰਾ ਮਨਾਉਂਦੇ ਹੋ, ਫਿਰ ਡਿਮੋਨੇਟਾਈਜੇਸ਼ਨ ਦੀ ਵੀ ਕਰੋ ਤੁਸੀਂ। ਸਰ ਜੀ ਮਨਾਉਂਦੇ ਆ? ਬਿਲਕੁਲ ਨਹੀਂ, ਕਾਂਗਰਸ ਨੇ ਜ਼ਰੂਰ ਮਨਾਈ ਸੀ। ਸਰ ਅਸੀਂ ਮਨਾਉਂਦੇ ਆ, ਕਾਲਾ ਦਿਨ ਮਨਾ, ਅਰਥ ਵਿਵਸਥਾ ਬਹੁਤ ਵੱਡਾ। ਆਪਾਂ ਮੈਨੂੰ ਤੁਸੀਂ ਦੱਸੋ ਇੱਕ ਪੁਆਇੰਟ ਕਿ ਕਿਸਾਨੀ ਦੇ ਇਹਨਾਂ ਬਿੱਲਾਂ 'ਚ ਇਹ ਗਲਤ ਹੈ, ਆਪਾਂ ਡਿਸਕਸ ਕਰੀਏ ਨਾ। ਦੱਸੋ। ਮੈਂ ਥੋੜਾ ਜਿਹਾ ਰੁਕਣਾ ਚਾਹੂੰਗਾ। ਇੱਕ ਗੱਲ ਤਾਂ ਮੈਂ ਕਿਸਾਨ ਜਥੇਬੰਦੀਆਂ ਨੂੰ ਤੁਹਾਡੇ ਮੰਚ ਦੇ ਜ਼ਰੀਏ ਇਸ ਗੱਲੋਂ ਵਧਾਈ ਵੀ ਦੇਣੀ ਚਾਹੁੰਦਾ ਕਿ ਉਹਨਾਂ ਦਾ ਜਿਹੜਾ, ਚਾਹੇ ਉਹ 30 ਜਥੇਬੰਦੀਆਂ 31 ਜਥੇਬੰਦੀਆਂ, ਉਹਨਾਂ ਨੇ ਕਦੇ ਵੀ ਮਤਲਬ ਹਿੰਸਾ ਨਹੀਂ, ਨਾ ਹੀ ਕੋਈ ਭੜਕਾਊ ਭਾਸ਼ਣ ਕਿਸਾਨਾਂ ਵੱਲੋਂ ਦਿੱਤਾ ਗਿਆ, ਨਾ ਹੀ ਕੋਈ ਵੀ ਕਿਤੇ ਪਥਰਾਓਬਾਜ਼ੀ ਜਾਂ ਕੋਈ ਹੋਰ। ਇਹ ਗੱਲ ਬਹੁਤ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ ਸ਼ਲਾਘਾਯੋਗ ਹੈ, ਇਹਦੀ ਵਧਾਈ ਦੇਣੀ ਬਣਦੀ ਹੈ। ਨੰਬਰ 2 ਤੇ ਚੁੱਕ ਸਾਹਿਬ ਨੇ ਕਿਹਾ ਕਿ ਉਹਦੇ 'ਚ ਕਿਤੇ ਮੌਰਗੇਜ ਨਹੀਂ ਲਿਖਿਆ ਹੋਇਆ ਜ਼ਮੀਨ ਦੀ, ਪਰ ਇਹ ਵੀ ਤਾਂ ਹੈਗਾ ਨਾ ਕਿ 25-25 ਸਾਲ ਦੇ ਜਿਹੜੇ ਕੰਟੈਕਟ ਤੇ ਲੈ ਲਈ ਜਾਊਗੀ ਜ਼ਮੀਨ, ਤੇ ਉਹ ਤੋਂ ਬਾਅਦ ਤੁਸੀਂ ਜਾ ਵੀ ਨਹੀਂ ਕਿਸੇ ਕੋਰਟ 'ਚ ਸਕਦੇ। 5 ਏਕੜ ਤੋਂ ਘੱਟ, 80% ਦੇ ਨੇੜੇ ਤੇ ਸਾਡੇ 5 ਏਕੜ ਤੋਂ ਘੱਟ ਨੇ, ਤੋ ਉਹਦੇ ਕੋਲੇ ਸਿਰਫ ਉਹੀ ਉਹਨੂੰ ਜ਼ਮੀਨ ਨੂੰ ਮਾਂ ਕਹਿੰਦੇ ਆ। ਤੁਸੀਂ ਮੈਨੂੰ ਦੱਸ ਦਿਓ ਕਿ ਜੇ ਮੌਰਗੇਜ ਨਹੀਂ, ਮਤਲਬ ਜ਼ਮੀਨ ਦੀ ਮੌਰਗੇਜ ਬੈਂਕ ਨਹੀਂ ਕਰ ਸਕੂਗੀ, ਇਹ ਲਿਖਿਆ ਹੋਇਆ ਉਹਦੇ 'ਚ, ਤਾਂ ਉਹ 'ਚ MSP ਅੰਗਰੇਜ਼ੀ ਦੇ 3 ਅੱਖਰ ਉਹ ਲਿਖਣ 'ਚ ਕੀ ਅਰਥ ਸੀਗਾ ਫਿਰ? ਤੇ ਫਿਰ ਤੁਸੀਂ ਉਹਨਾਂ ਨੂੰ ਇਹ ਗੱਲ ਜਦੋਂ ਤੋਮਰ ਸਾਹਿਬ ਨਾਲ ਮੀਟਿੰਗ ਕਰਨ ਗਏ ਸੀ ਕਿਸਾਨ, ਜਾਂ ਫਿਰ ਦੁਬਾਰਾ ਫਿਰ ਮੀਟਿੰਗ ਹੋਈ, ਹੁਣ ਫਿਰ 21 ਤਰੀਕ ਨੂੰ ਅੱਜ ਮੇਰੇ ਖਿਆਲ 'ਚ ਬੁਲਾਏ ਹੋਏ ਨੇ, ਮਤਲਬ ਉਦੋਂ ਕਿਉਂ ਸਮਝਾਉਣ 'ਚ ਨਾਕਾਮਯਾਬ ਰਹੇ? ਹੁਣ ਤੁਸੀਂ ਕੈਪਟਨ ਸਾਹਿਬ ਨੂੰ ਕਹੀ ਜਾਂਦੇ ਹੋ, ਆਮ ਆਦਮੀ ਪਾਰਟੀ ਨੂੰ ਕਹੀ ਜਾਂਦੇ ਹੋ, ਤੁਸੀਂ ਭੜਕਾਉਂਦੇ ਹੋ। ਅਕਾਲੀ ਦਲ ਵੀ ਪਹਿਲਾਂ ਦੇਖੋ 2.5 ਮਹੀਨੇ ਅਕਾਲੀ ਦਲ ਪਰਿਵਾਰ ਜਿਹੜਾ ਹੈ ਉਹ 2.5 ਮਹੀਨੇ ਬਿੱਲਾਂ ਦੀ ਤਾਰੀਫ ਕਰੀ ਗਿਆ, ਬਹੁਤ ਸੋਹਣੇ ਬਿੱਲ ਨੇ, ਪਰ ਜਦੋਂ 15 ਸਤੰਬਰ ਨੂੰ ਉੱਥੇ ਬਿੱਲ ਆਏ, ਉਹ ਕਹਿੰਦੇ ਅਸੀਂ ਤਾਂ ਪੜ੍ਹੇ ਹੀ ਨਹੀਂ, ਫਿਰ ਬਿਨਾਂ ਪੜ੍ਹੇ ਤਾਰੀਫ ਕਿਉਂ ਕਰੀ ਗਏ? ਪਹਿਲੀ ਗੱਲ ਉਹਨਾਂ ਤੇ ਵੀ ਮੈਂ ਪੁੱਛਣਾ ਚਾਹੁੰਦਾ। ਸੋ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਜੇ ਇੱਥੋਂ ਰਹਿ ਗਿਆ, ਕੈਪਟਨ ਸਰਕਾਰ ਵੱਲੋਂ ਰਹਿ ਗਿਆ ਕਿ ਹਾਂ ਅਸੀਂ ਉਹਨਾਂ ਨੂੰ ਦੱਸ ਨਹੀਂ ਪਾਏ, ਤਾਂ ਕਿਤੇ ਨਾ ਕਿਤੇ ਸੈਂਟਰ ਸਰਕਾਰ ਵੱਲੋਂ ਵੀ ਕਮਿਊਨੀਕੇਸ਼ਨ ਗੈਪ ਰਹਿ ਗਿਆ। ਤੁਸੀਂ ਉਹਨਾਂ ਨੂੰ ਬੁਲਾ ਕੇ ਇਹ ਇੱਥੋਂ ਤੱਕ ਨੌਬਤ ਕਿਉਂ ਆਉਣ ਦਿੱਤੀ ਗਈ ਕਿ ਸਾਨੂੰ ਮਾਲ ਗੱਡੀਆਂ ਜ਼ਬਰਦਸਤੀ ਬੰਦ ਕਰਨੀਆਂ ਪੈ ਰਹੀਆਂ ਨੇ, ਜਾਂ ਪਹਿਲਾਂ ਪੈਸੇਂਜਰ ਟ੍ਰੇਨ ਚਲਾਓ ਫਿਰ ਚਲਾਵਾਂਗੇ, ਸ਼ਰਤਾਂ ਰੱਖਣੀਆਂ ਪੈ ਰਹੀਆਂ ਨੇ? ਦੇਖੋ ਪਾਬੰਦੀਆਂ
ਇੱਕ ਵਿਰੋਧੀ ਮੁਲਕ ਦੂਜੇ ਵਿਰੋਧੀ ਮੁਲਕ ਤੇ ਲਾਉਂਦਾ ਸੁਣਿਆ। ਅਮਰੀਕਾ ਨੇ ਇਰਾਨ ਤੇ ਆਰਥਿਕ ਪਾਬੰਦੀਆਂ ਲਾਤੀਆਂ ਜੀ, ਯੂਐਨਓ ਨੇ ਨਾਰਥ ਕੋਰੀਆ ਤੇ ਲਾਤੀਆਂ, ਪਰ ਇੱਕ ਜਿਹੜਾ ਰਿਪਬਲਿਕ ਕੰਟਰੀ ਸੈਂਟਰ ਸਰਕਾਰ ਆਪਦੇ ਸੂਬੇ ਦੀ ਸਰਕਾਰ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਵੇ ਕਿ ਤੁਹਾਨੂੰ ਕੋਲਾ ਨਹੀਂ ਦਿੰਦੇ, ਜਾਓ ਮਰੋ ਹਨੇਰੇ 'ਚ, ਅਸੀਂ ਤੁਹਾਡੀਆਂ ਪਿਆਜ਼ ਰੋਕ ਲਾਂਗੇ, ਅਸੀਂ ਤੁਹਾਡੀਆਂ ਜ਼ਰੂਰੀ ਵਸਤਾਂ, ਇਹ ਕਿਤੇ ਨਾ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਪੰਜਾਬ ਦੇ ਲੋਕਾਂ ਨੂੰ ਚੁੱਕ ਸਾਹਿਬ ਵਿਦ ਡਿਊ ਰਿਸਪੈਕਟ ਕਿ ਸਾਨੂੰ ਕਿਤੇ ਨਾ ਕਿਤੇ ਹਾਸ਼ੀਏ ਤੇ ਰੱਖਿਆ ਜਾ ਰਿਹਾ, ਪੰਜਾਬ ਨੂੰ ਕਿਤੇ ਨਾ ਕਿਤੇ ਪਿੱਛੇ ਧੱਕਿਆ ਜਾ ਰਿਹਾ, ਜਦ ਕਿ ਕੁਰਬਾਨੀਆਂ ਔਰ ਪੰਜਾਬ ਜਿਹੜਾ ਹੈ ਹਰ ਪੱਖੋਂ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਜਿਹੜਾ ਉਹ ਤੁਸੀਂ ਵੀ ਇਗਨੋਰ ਨਹੀਂ ਕਰੋਗੇ। ਹਾਂਜੀ, ਮੈਂ ਜਵਾਬ ਦਿਆਂ ਜੀ? ਬਿਲਕੁਲ। ਐਸਾ ਕਿ ਪਹਿਲੀ ਗੱਲ ਸਾਨੂੰ ਸਮਝਣੀ ਪਏਗੀ, ਹਿੰਦੁਸਤਾਨ 'ਚ ਜਾਂ ਕਿਸੇ ਵੀ ਕੰਟਰੀ 'ਚ ਜਦੋਂ ਕਾਨੂੰਨ ਬਣਦਾ ਹੈ, ਕੰਟਰੈਕਟ ਦਾ ਜਿਹੜਾ ਕਾਨੂੰਨ ਹੈ ਉਹ ਹਰ ਕਿਸਾਨ ਅਸੈਪਟ ਕਰੇ, ਇਹ ਜ਼ਰੂਰੀ ਨਹੀਂ ਹੈ। ਮੈਂ ਮੰਨ ਲਓ ਕੰਟਰੈਕਟ ਫਾਰਮਿੰਗ 'ਚ ਜਾਣਾ ਚਾਹੁੰਦਾ, ਪੂਰੇ ਦੇਸ਼ ਵਾਸਤੇ ਕਾਨੂੰਨ ਹੈ, ਪੰਜਾਬ ਵਾਸਤੇ ਵੀ ਨਹੀਂ ਹੈ ਇਕੱਲੇ, ਪੂਰੇ ਦੇਸ਼ ਵਾਸਤੇ। ਹੁਣ ਸਾਨੂੰ ਪਹਿਲੇ ਸਮਝਣਾ ਪਏਗਾ ਕੰਟਰੈਕਟ ਫਾਰਮਿੰਗ, ਮਾਫੀ ਚਾਹੁੰਦਾ ਤੁਸੀਂ ਮੇਰੇ ਵੱਡੇ ਭਰਾ ਵੀ ਹੋ ਔਰ ਬਹੁਤ ਸਾਰਾ ਜ਼ਿਆਦਾ ਸਮਾਂ ਤੁਸੀਂ ਪਾਰਲੀਮੈਂਟ 'ਚ ਵੀ ਹੋ। ਕੰਟਰੈਕਟ ਫਾਰਮਿੰਗ ਜਿਹੜੀ ਹੈ ਦੇਸ਼ ਦੇ ਅੰਦਰ ਅਲੱਗ-ਅਲੱਗ ਕੋਨਿਆਂ ਅੰਦਰ ਅੱਜ ਕੰਟਰੈਕਟ ਫਾਰਮਿੰਗ ਦਾ ਇੱਕ ਨਵਾਂ ਰਿਵਾਜ ਬਣਿਆ। ਹੁਣ ਕੰਟਰੈਕਟ ਫਾਰਮਿੰਗ ਦੇ ਡੀਮੈਰਿਟਸ ਕੀ ਨੇ, ਕਿਉਂਕਿ ਪੰਜਾਬ 'ਚੋਂ ਕਨਸੈਪਟ ਹੀ ਨਹੀਂ ਹੈਗਾ, ਲੇਕਿਨ ਅਸੀਂ ਅੰਦੋਲਨ ਕਰ ਰਹੇ ਹਾਂ। ਕੰਟਰੈਕਟ ਫਾਰਮਿੰਗ ਹੈ ਕਿ ਇੱਕ ਬਹੁਤ ਵੱਡਾ ਖੇਤਰ 'ਚ ਬਾਗ ਲੱਗਾ ਅੰਬਾਂ ਦਾ, ਹਿੰਦੁਸਤਾਨ ਦੀ ਇੱਕ ਚੇਨ ਨੇ ਉਹ ਅੰਬਾਂ ਦਾ ਬਾਗ 25 ਏਕੜ ਦਾ ਬਾਗ ਹੈ ਜਾਂ 100 ਏਕੜ ਦਾ ਬਾਗ ਹੈ, ਫਾਰਮਰ ਨੂੰ ਕਿਹਾ ਕਿ ਇਸ ਬਰੀਡ ਦਾ ਤੂੰ ਅੰਬ ਪੈਦਾ ਕਰ, ਮੈਂ ਤੇਰੇ ਕੋਲ ਪਰਚੇਸ ਕਰਾਂਗਾ। ਫਾਰਮਰ ਨੇ ਕਿਹਾ ਓਕੇ। ਅੱਗੇ ਕਾਨੂੰਨ ਹੈ ਵੈ ਕਿ ਉਹ ਕੰਟਰੈਕਟ ਜਦੋਂ ਕਰਦਾ ਸੀ ਉਹਦੀ ਜ਼ਮੀਨ, ਕਿਉਂਕਿ ਉਹ ਜਿਹੜਾ ਲਾਲਾ ਜਾਂ ਕੰਪਨੀ ਸੀ ਉਹਨੂੰ ਫਾਈਨਾਂਸ ਕਰਦੀ ਸੀ, ਉਹਨੂੰ ਲਿਖਦੀ ਸੀ, ਉਹਦੀ ਜ਼ਮੀਨ ਮੋਰਟਗੇਜ ਹੋਏਗੀ, 50 ਲੱਖ 1 ਕਰੋੜ ਰੁਪਏ ਨੂੰ ਦਿੱਤਾ ਨਾ, ਅੰਬ ਠੀਕ ਹੋਲਡ ਇੱਕ ਅਸੀਂ ਸਾਰੇ ਦੀ 20 ਲੱਖ ਰੁਪਏ ਬੰਦੀ ਹੈ। ਐਸਪੀ ਦੇ 20 ਲੱਖ ਰੁਪਏ ਅਸੀਂ ਫਾਰਮਰ ਨੂੰ ਦੇਣਗੇ ਆ, ਤੇ ਲਾਲਾ ਫਾਰਮਰ ਕੋਲ ਜਾਂ ਕੰਪਨੀ ਫਾਰਮਰ ਕੋਲ ਲਿਖਾਉਂਦੀ ਸੀ ਕਿ ਮੈਂ ਸੋ ਐਂਡ ਸੋ ਬੰਬੇ ਦੀ ਕੰਪਨੀ ਕਿਸ਼ਨਗੰਜ ਯੂਪੀ ਦੇ ਇਸ ਅੰਬ ਵਾਲੇ ਜਿਹੜਾ ਕਿਸਾਨ ਹੈ ਇਹਦੇ ਨਾਲ ਕੰਟਰੈਕਟ ਕਰ ਲਿਆ, ਔਰ ਇਹ ਜੋ 20 ਲੱਖ ਨੂੰ ਦਿੱਤਾ ਬੰਦੇ ਕੋਲ ਜ਼ਮੀਨ ਲੈ ਲਈ, ਔਰ ਇਹ ਜਦੋਂ ਕਰੇਗਾ ਇਹ ਜ਼ਮੀਨ ਮੋੜ ਕੇ ਜਾਏਗੀ। ਅਸੀਂ ਤੋੜਿਆ, ਅਸੀਂ ਕਿਹਾ ਕਿ ਤੁਸੀਂ ਜਿਹੜਾ ਮਰਜ਼ੀ ਪੈਕਟ ਕਰੋ, ਆਪਣਾ ਸਮਝੌਤਾ ਕਰੋ, ਲੇਕਿਨ ਸਮਝੌਤੇ ਦੇ ਵਿੱਚ ਜ਼ਮੀਨ ਮੋਰਟਗੇਜ ਨਹੀਂ ਹੋਏਗੀ। ਅਸੀਂ ਡਿਨਾਇਲ ਕੀਤਾ, ਨੰਬਰ 1। ਨੰਬਰ 2, ਉਹ ਸ਼ਾਮਲ ਹੋਣਾ ਚਾਹੇ ਨਾ ਹੋਏ ਔਰ ਤੇ ਕਿਸਾਨ ਤੇ। ਪਹਿਲੇ ਕੀ ਸੀ ਕਿ ਸ਼ਰਤਾਂ ਦੇ ਵਿੱਚ ਕਿਸਾਨ ਔਰ ਕੰਪਨੀ ਦੋਨੋਂ ਆਪਣੀਆਂ ਸ਼ਰਤਾਂ ਰੱਖਦੀਆਂ ਸੀ। ਅਸੀਂ ਬਾਹਰ ਦਿੱਤੀ ਹੈ ਕਿ ਕੋਈ ਵੀ ਕੰਪਨੀ ਜਾਂ ਲਾਲਾ ਉਸ ਕਿਸਾਨ ਨੂੰ ਸ਼ਰਤ ਨਹੀਂ ਰੱਖ ਸਕਦਾ। ਹੁਣ ਅਸੀਂ ਬਾਹਰ ਦਿੱਤੀ ਹੈ ਕਿ ਮੰਨ ਲਓ ਜਿਹੜਾ ਪੈਸਾ ਉਹਨੇ ਐਡਵਾਂਸ ਦਿੱਤਾ ਹੈ, ਉਹ ਪੈਸਾ ਜਿਹੜਾ ਕੰਪਨੀ ਔਰ ਕੋਲੋਂ ਲੈਏਗੀ, ਜਦੋਂ ਝਗੜਾ ਪਏਗਾ ਉਸ ਝਗੜੇ 'ਚ ਕੰਪਨੀ ਉਸ ਆਦਮੀ ਨੂੰ ਬੰਬੇ ਨਹੀਂ ਬੁਲਾਏਗੀ, ਉਸੀ ਲੋਕਲ ਕੋਰਟ ਜਿਹੜੀ ਉਹਦੇ ਲੋਕਲ ਔਰ ਖੇਤ ਨੂੰ ਲੱਗਦੀ ਹੈ ਉਸ ਕੋਰਟ 'ਚ ਬੁਲਾਏਗੀ। ਅੱਗੇ ਕੀ ਹੁੰਦਾ, ਕਿਸਾਨ ਡਰ ਜਾਂਦਾ ਸੀ ਕਿ ਮੈਂ ਕਿਸ਼ਨਗੰਜ ਯੂਪੀ ਤੋਂ ਉੱਠ ਕੇ ਬੰਬੇ ਜਾਣਾ, ਤੇ ਛੱਡੋ ਯਾਰ ਕੰਪਨੀ ਨਾਲ ਸਮਝੌਤਾ ਕਰ ਲਓ। ਪੈਸਾ ਕੰਪਨੀ ਜਿਹੜਾ ਕਿਸਾਨ ਨੂੰ ਦੇਗੀ, ਉਹਦੇ ਬਦਲੇ 'ਚ ਕੋਈ ਮੋਰਟਗੇਜ ਨਹੀਂ। ਮੰਨ ਲਓ ਝਗੜਾ ਪੈ ਗਿਆ ਕਿਸਾਨ ਔਰ ਕੰਪਨੀ 'ਚ, ਸ਼ਰਤਾਂ ਇਸ ਢੰਗ ਨਾਲ ਡਰਾਫਟ ਹੈਗੀਆਂ ਕਿ ਕਿਸਾਨ ਅਗਰ ਉਹਦੇ 'ਚ ਕਾਨੂੰਨ ਬਣਾਤਾ ਹੈ, ਅਗਰ ਸਾਬਤ ਹੋ ਗਿਆ ਕਿ ਕਿਸਾਨ ਗਲਤ ਹੈ, ਤੇ ਉਹ ਕੰਪਨੀ ਦਾ ਜਿੰਨਾ ਐਡਵਾਂਸ ਲਿੱਤਾ ਹੈ ਕਿਸ਼ਤਾਂ 'ਚ ਵਾਪਸ ਕਰੇਗਾ, ਔਰ ਜਦੋਂ ਚਾਹੇਗਾ ਵਾਪਸ ਕਰੇਗਾ, 10 ਕਿਸ਼ਤਾਂ 12 ਕਿਸ਼ਤਾਂ 3 ਸਾਲ। ਚੌਕ ਸਾਹਿਬ ਮੈਂ ਕੰਟਰੈਕਟ ਫਾਰਮਿੰਗ ਸਮੇਂ ਦੀ ਸੰਧੂ ਸਾਹਿਬ ਦੇਖੋ ਇਹਨਾਂ ਨੇ ਜਾਂ ਤੇ ਇਹਨਾਂ ਨੇ ਕੁਐਸਚਨ ਆਏ ਸੀ, ਮੇਰੇ ਕੋਲ ਜਵਾਬ ਫਾਰਮਿੰਗ ਲਓ ਜਾਂ ਤੁਸੀਂ ਜਵਾਬ ਲੈ ਲਓ। ਦੇਖੋ ਕੰਟੈਕਟ ਫਾਰਮਿੰਗ ਤਾਂ ਗੰਨੇ 'ਚ ਵੀ ਹੁੰਦੀ ਹੈ ਨਾ, ਗੰਨੇ 'ਚ ਕਿਹੜਾ ਕੋਈ ਜ਼ਮੀਨ ਲਿਖੀ ਜਾਂਦੀ ਹੈ ਕਿ ਗੰਨਾ ਮਿਲਣਾ ਸਾਰਾ ਪੈਸਾ ਦੇ ਦਿੰਦੀਆਂ ਨੇ ਗੰਨੇ ਦਾ, ਉਹ ਗੰਨਾ ਭਿਜਵਾਉਂਦੀਆਂ ਨੇ, ਬਾਅਦ 'ਚ ਕਿਸਾਨਾਂ ਨੂੰ ਧਰਨੇ ਦੇਣੇ ਪੈਂਦੇ ਕਿ ਸਾਡੇ ਗੰਨੇ ਦਾ ਪੈਸਾ ਦੇ ਦਿਓ। ਦੇਖੋ ਚੰਨੋ ਸਾਡੇ ਮੇਰੀ ਕੰਸਟੀਟਿਊਂਸੀ ਚੰਨੋ ਹੈ, ਚਿਪਸ ਦੀ ਲੇਜ਼ ਦੀ ਕੰਪਨੀ, ਉਹ ਆਲੂ ਭਿਜਵਾਉਂਦੇ ਆ, ਕਹਿੰਦੇ ਅਸੀਂ ਤੁਹਾਡਾ ਆਲੂ ਇੰਨੇ 'ਚ ਖਰੀਦਾਂਗੇ, ਪਰ ਜਦੋਂ ਆਲੂ ਪੈਦਾ ਹੁੰਦਾ ਤਾਂ ਇੱਕ ਸਮਝ ਲਓ ਕੜੇ ਵਰਗਾ ਇੱਕੋ ਕੱਢ ਲੈ, ਜੇ ਆਲੂ ਇਹਦੇ ਵਿੱਚ ਦੀ ਲੰਘਦਾ ਤਾਂ ਅਸੀਂ ਲਵਾਂਗੇ, ਜੇ ਆਲੂ ਇਹਦੇ ਵਿੱਚ ਦੀ ਨਾ ਲੰਘੇ ਤਾਂ ਫੈਟ ਹੈ। ਜੇ ਪਹਿਲਾਂ ਬਹੁਤ ਅੱਛੀ ਗੱਲ ਤੁਸੀਂ ਕਹੀ, ਮੈਨੂੰ ਇਹ ਦੱਸੋ ਇਸ ਚੀਜ਼ ਨੂੰ ਅਸੀਂ ਬਦਲ ਦਿੱਤਾ, ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਅੱਗੇ ਧੋਖੇ 'ਚ ਸੀ, ਉਸ ਧੋਖੇ 'ਚ ਅਸੀਂ ਕਿਸਾਨ ਨੂੰ ਕੱਢਿਆ। ਉਹਦੇ ਵਿੱਚ that is ਜੋ ਇਹ ਕਹਿ ਰਹੇ ਸਹੀ ਕਹਿ ਰਹੇ। ਅੱਜ ਕਾਨੂੰਨ ਹੈ, ਲੇਕਿਨ ਨਵੇਂ ਕਾਨੂੰਨ 'ਚ ਨਹੀਂ ਹੈਗਾ। ਨਵੇਂ ਕਾਨੂੰਨ 'ਚ ਉਸ ਕਿਸਾਨ ਕੋਲੋਂ ਉਸ ਕੰਪਨੀ ਨੂੰ ਆਲੂ ਲੈਣਾ ਪਏਗਾ। ਕਿਸ ਭਾਅ ਵਿਕਦੀ ਪਈ ਹੈ ਨਰਮਾ ਕਿੱਥੇ ਵਿਕੀ ਲਾਹੌਰ 'ਚ? ਬਿਲਕੁਲ। ਹੁਣ ਇੱਕ ਹੀ ਕਰਕੇ ਕੁਐਸਚਨ ਦਾ ਆਨਸਰ ਲਵੋ ਪਲੀਜ਼। ਦੇਖੋ ਗੱਲ ਦੇਖੋ ਸੰਧੂ ਸਾਹਿਬ, ਇਹ ਜੀ ਇੰਨੀ ਵਧੀਆ ਬਿੱਲ ਸਮਝਾਉਣ 'ਚ ਕਾਮਯਾਬ ਕਿਉਂ ਨਹੀਂ ਹੋਏ? ਨਹੀਂ ਹੈਗੀ, ਲੇਕਿਨ ਮੇਰੀ ਆਵਾਜ਼ ਜ਼ਰੂਰ ਸੁਣੋ। ਤੁਹਾਡੀ ਬਹੁਤ ਬੁਲੰਦ ਆਵਾਜ਼ ਨਹੀਂ ਮੇਰੀ ਗੱਲ ਸੁਣੋ। ਮਾਨ ਸਾਹਿਬ ਨੇ ਇੱਕ ਗੱਲ ਕਹੀ, ਜਿਹੜੀ ਗੱਲ ਪੈਪਸੀ ਦੇ
ਕੰਟਰੈਕਟ ਦੇ ਅੰਦਰ ਸੀ, ਨਵੇਂ ਕੰਟਰੈਕਟ 'ਚ ਫਾਰਮਰ ਮਾਲਕ ਹੈ। ਹੁਣ ਪੈਪਸੀ ਕੰਪਨੀ ਵੀ ਅਗਰ ਸਮਝੌਤਾ ਕਰੇਗੀ ਔਰ ਫਾਰਮਰ ਕਹੇਗਾ ਮੈਂ ਨਵੇਂ ਕਾਨੂੰਨ 'ਚ ਸਮਝੌਤਾ ਕਰਨਾ ਹੈ, ਤੇ ਉਹਨੂੰ ਆਲੂ ਚੁੱਕਣਾ ਪਏਗਾ ਜਾਂ ਉਹਦਾ ਪੈਸਾ ਜਾਏਗਾ ਔਰ ਉਹਦੀ ਜ਼ਮੀਨ ਮੋੜ ਗਈ ਨਹੀਂ ਹੋਏਗੀ। ਅਸੀਂ ਕਿਹਾ 3 ਦਿਨਾਂ 'ਚ ਨਵੇਂ ਕਾਨੂੰਨ ਦੇ ਮੁਤਾਬਕ ਇਹਨਾਂ ਨੇ ਇੱਕ ਗੱਲ ਕਹੀ ਕਿ ਗੰਨੇ ਦੀ ਪੇਮੈਂਟ ਨਹੀਂ ਹੁੰਦੀ। ਨਵੇਂ ਕਾਨੂੰਨ ਦੇ ਵਿੱਚ 3 ਦਿਨ 'ਚ ਪੇਮੈਂਟ ਕਰਨੀ ਪਏਗੀ। ਪਹਿਲਾਂ ਵੀ 14 ਦਿਨ ਹੈ ਸਰ। ਤੁਹਾਡੀ ਹਰਿਆਣਾ 'ਚ ਪਹਿਲਾਂ ਵੀ 14 ਦਿਨ ਹੈ। ਚੁੱਕ ਨਾ, ਸਾਹਿਬ ਨਾ, ਦੇਖੋ, ਤੁਹਾਡੀ ਉਹ ਹਰਿਆਣਾ ਸਰਕਾਰੀ ਹੈ। ਸਰਕਾਰ 14 ਹੈ, ਦਿਨ ਹੈ ਤੁਹਾਡੀ ਸਰ। ਹਰਿਆਣਾ ਸਰਕਾਰ ਹੈ, ਉਹਨੇ ਫਸਲ ਚੁੱਕੀ ਗਈ ਹੈ। ਉੱਥੇ ਸੀਐਮ ਸਾਹਿਬ ਨੂੰ ਫੋਨ ਕਰਕੇ ਪੁੱਛ ਲਓ ਕਿੰਨੇ ਦਿਨ 'ਚ ਪੇਮੈਂਟ ਹੋਈ ਹੈ। ਸਰ, 3 ਦਿਨ 'ਚ ਹੋਈ ਹੈ ਜਾਂ 10 ਦਿਨ 'ਚ ਹੋਈ ਨਹੀਂ, ਹੁਣ ਹੈ? ਵੀ 14 ਦਿਨ ਤੱਕ ਤੁਹਾਡੇ ਹੋਇਆ ਸਰ। ਹਰਿਆਣਾ 14 ਦਿਨ ਦੇ ਵਿੱਚ ਪੇਮੈਂਟ ਦੇਣੀ ਸਰ, ਨਹੀਂ, ਵਿਆਜ ਲੱਗੂਗਾ। ਸਰ ਮੇਰੀ ਗੱਲ ਸੁਣਨਾ, 2-2 ਸਾਲ ਦੀ ਪੇਮੈਂਟ ਪਈ ਹੈ ਨਹੀਂ ਗੰਨੇ ਨਹੀਂ ਦੀ। ਗੰਨੇ ਦੀ ਪੇਮੈਂਟ ਹੁਣ ਕਰਨੀ ਪਏਗੀ, ਹਰ ਫਸਲ ਦੀ ਕਰਨੀ ਪਏਗੀ। ਸਰ ਇਸ ਤਰ੍ਹਾਂ ਹੈ, ਮੇਰੀ ਫੇਰ ਗੱਲ ਸਮਝੀਏ। ਪਹਿਲੀ ਗੱਲ ਤੁਸੀਂ ਇਹ ਮੰਨਦੇ ਹੋ ਫਸਲ ਚੁੱਕੀ ਗਈ ਹੈ? ਉਹ ਹਰ ਵਾਰ ਚੁੱਕੀ ਜਾਂਦੀ ਸੀ। ਸਰ ਕਾਨੂੰਨ ਆਉਣ ਤੋਂ ਬਾਅਦ ਕਾਨੂੰਨ ਸਰ ਦੇਖੋ ਕਾਈਂਡਲੀ ਗੱਲ ਨੂੰ ਸਮਝਣਾ ਪਏਗਾ। ਮੈਂ ਬਹਿਸ ਨਹੀਂ ਕਰਨਾ, ਸਮਝਾਉਣ ਆਇਆ, ਜਾਂ ਸਮਝ ਲਓ ਜਾਂ ਸਮਝਾ ਲਓ। ਮੇਰੀ ਗੱਲ ਨੂੰ ਸਮਝੀ। ਅਸੀਂ ਕਹਿ ਰਹੇ ਹਾਂ ਕਿ ਮੰਡੀ ਸਿਸਟਮ ਜ਼ਿੰਦਾ ਰਹੇਗਾ, ਐਮਐਸਪੀ ਜ਼ਿੰਦਾ ਰਹੇਗੀ। ਅੱਜ ਜਿਹੜੀ ਫਸਲ ਚੁੱਕੀ ਗਈ ਹੈ ਕਾਨੂੰਨ ਆਉਣ ਤੋਂ ਬਾਅਦ ਚੁੱਕੀ ਗਈ ਹੈ, ਔਰ ਮੰਡੀ ਸਿਸਟਮ ਨਾਲ ਚੁੱਕੀ ਗਈ ਔਰ ਐਮਐਸਪੀ ਨਾਲ ਚੁੱਕੀ ਗਈ ਲੇਕਿਨ ਹੈ। ਕਿਸਾਨ ਤਾਂ ਫਿਰ ਵੀ ਗੁੱਸੇ 'ਚ ਨੇ ਨਾ ਸਰ ਉਹ। ਭੈਣ ਜੀ ਦੇਖੋ ਮੇਰੀ ਗੱਲ, ਤੁਸੀਂ 2 ਤਰੀਕੇ, ਇੱਕ ਨਵਾਂ ਤਰੀਕਾ ਅਸੀਂ ਲੈ ਕੇ ਆਏ ਆ, ਇੱਕ ਪੁਰਾਣਾ ਤਰੀਕਾ। ਕਿਸਾਨ ਕਹਿੰਦਾ ਮੈਂ ਪੁਰਾਣੇ ਨਾਲ ਆਣਾ, ਪੁਰਾਣੇ ਨਾਲ ਆ ਜਾ, ਨਵੇਂ ਨਾਲ ਆਏਗਾ ਤਾਂ ਨਵੇਂ ਨਾਲ ਆਏਗਾ। ਦੇਖੋ ਤੁਸੀਂ ਚੁਆਇਸ ਵਧਾਈ ਹੈ। ਤੁਹਾਡੇ ਅੱਗੇ ਗਏ ਸੀ ਕਿ ਅੱਗੇ ਚੁਆਇਸ ਸੀ ਇੱਕ ਸਪਾਰੀ ਸੂਟ ਹੈਗਾ ਇਸ ਨਾਲ ਦਾ ਹੀ ਪਾ ਸਕਦੇ ਹੋ। ਹੁਣ ਤੁਹਾਡੇ ਅੱਗੇ 6 ਚੁਆਇਸ ਹੈ, ਤੁਸੀਂ ਬੈਲ ਬੋਟਮ ਕੋਟ ਵੀ ਪਾ ਸਕਦੇ ਹੋ, ਤੁਸੀਂ ਲੌਂਗ ਕੋਟ ਵੀ ਪਾ ਸਕਦੇ ਹੋ। ਨੰਬਰ ਆਫ ਚੁਆਇਸ ਵਧਾਣਾ ਗਲਤ ਕੀ ਹੈ? ਨੰਬਰ ਆਫ ਚੁਆਇਸ ਕਿਉਂ ਨਹੀਂ ਸਮਝ ਆ ਰਹੀ ਸਰ? ਬੀਜੇਪੀ ਕਿਉਂ ਨਹੀਂ ਸਮਝ ਮੈਂ ਆ ਤੁਹਾਡੇ ਨਾਲ ਰਹੀ ਹੈ? ਸਹਿਮਤ ਹਾਂ। ਇਹ ਕੁਐਸਚਨ ਨੰਬਰ 1 ਸੀ ਇਹਨਾਂ ਦਾ। ਇਸ ਵਿੱਚ ਨਹੀਂ ਸਮਝ ਆ ਰਹੀ ਕਿਉਂਕਿ ਸਟੇਟ ਗਵਰਨਮੈਂਟ ਨੇ ਖੁਦ ਅੰਦੋਲਨ ਖੜਾ ਕੀਤਾ। ਐਡਾ ਵੱਡਾ ਝੂਠ ਬੋਲਿਆ ਜਦੋਂ ਚੀਫ ਮਿਨਿਸਟਰ ਝੂਠ ਬੋਲ ਰਿਹਾ, ਜਦੋਂ ਤੁਹਾਡੇ ਕੋਲ ਕਿਸਾਨ ਜਥੇਬੰਦੀਆਂ ਗਈਆਂ ਸੀ, ਨਹੀਂ ਉਹਨਾਂ ਨੂੰ ਸੰਧੂ ਸਮਝਾਇਆ ਕਿਉਂ ਨਹੀਂ ਸਾਹਿਬ, ਤੁਸੀਂ? ਮੈਂ ਕਹਿੰਦਾ ਇਹ ਦਿੱਲੀ ਬਿੱਲ ਗਏ ਪੇ ਸੀ ਹੈ, ਸਭ ਲੋਕ। ਬਿੱਲ ਪੇ ਹੈ। ਅੱਜ ਵੀ ਬਿੱਲਾਂ ਦੇ ਉੱਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਿ ਪੁਆਇੰਟ ਨੰਬਰ 9 ਗਲਤ ਹੈ, ਪੁਆਇੰਟ ਨੰਬਰ 10 ਦਾ B ਕਾਲਮ ਗਲਤ ਹੈ, ਅੱਜ ਤੱਕ ਸਬਮਿਟ ਕਰਾਇਆ? ਚੁੱਕ ਸਾਹਿਬ ਇੱਕ ਸਵਾਲ ਹੈ ਮੇਰਾ, ਦੇਖੋ ਅੱਜ ਤੱਕ ਸਬਮਿਟ ਕਰਾਇਆ? ਤੁਹਾਡੇ ਕੋਲ ਮੈਂ ਤੁਹਾਨੂੰ ਕਿਸਾਨ- ਬੀਬੀ ਜੀ ਪੁੱਛਣਾ, ਚੁੱਕ ਸਾਹਿਬ- ਤੁਸੀਂ ਰੋਜ਼ ਡਿਬੇਟ ਕਰਦੇ ਹੋ, ਕਿਸੇ ਪੋਲੀਟੀਕਲ ਪਾਰਟੀ ਨੂੰ, ਈਵਨ ਆਮ ਆਦਮੀ ਪਾਰਟੀ ਬੈਠੀ ਹੈ, ਇਹਨਾਂ ਨੇ ਜਮ੍ਹਾਂ ਕਰਾਇਆ ਹੈ? ਇਹ ਚੁੱਕ ਤਾਂ ਸਾਹਿਬ ਹਾਊਸ ਚ ਗਏ ਸੀ। ਜਿਵੇਂ ਕਿਸਾਨ ਸਮਝਣਾ Amendment ਦਾ ਚਾਹੁੰਦੇ time ਅਸੀਂ ਦਿੱਤਾ। ਸਮਝਣਾ ਸਰ ਚਾਹੁੰਦੇ ਤੁਸੀਂ ਹਾਂ। ਅੱਜ ਦਿਓ ਨਾ, ਅੱਜ ਅਮੈਂਡਮੈਂਟ ਵੀ ਤੇ ਤੁਹਾਡਾ ਮੰਗਿਆ, ਮੈਂ ਡਿਵੀਜ਼ਨ ਕਹਿੰਦਾ ਮੰਗਿਆ ਅੰਦੋਲਨ ਰਾਜ ਸਭਾ ਚੱਲ ਰਿਹਾ, ਚ। ਅੰਦੋਲਨ ਰਾਜ ਸਭਾ ਚੱਲ ਚ ਰਿਹਾ। ਡਿਵੀਜ਼ਨ ਮੰਗਿਆ, ਸਰ, ਡਿਵੀਜ਼ਨ ਹੋਣ ਦਿੱਤਾ। ਸਰ ਸਰ ਡਿਵੀਜ਼ਨ ਕਿਸਾਨ ਅਸੀਂ ਕਿਸਾਨ ਤਾਂ ਡਿਵੀਜ਼ਨ ਹੋਏ ਮੰਗਿਆ, ਨੇ ਕਿ ਡਿਵੀਜ਼ਨ ਹੋਣ ਬਿੱਲ ਦਿੱਤਾ। ਉਹਨਾਂ ਨੂੰ ਜਿਹੜਾ ਰੱਦ ਕੋਈ amendment ਮੰਗੇ, amendment ਦਾ time ਅੱਜ ਦਿੱਤਾ। ਵੀ सर amendment जो की गल जो कितों बिल होती के है? पक्ष में हाँ कहें, जो पक्ष में ना कहें, सर हाँ वालों की amendment जीत की हो गल जाए। कितों होती है? फिर वो तो ਅੱਜ कहंदे ਵੀ सानू ਗੰਨੇ नहीं ਦੀ ਜ਼ਿਆਦਾ, चाहिए ਉਦੋਂ ਵੀ सी, ਗੰਨੇ अस ਦੀ तो चाਹੁੰਦੇ ਜ਼ਿਆਦਾ ਆ ਸੀ। ਬਿੱਲ सर ਰੱਦ राज सभा तो थोड़ी हजे भी बहुमत रही ना। ਸਾਡਾ ਅੱਜ ਵੀ ਤੁਸੀਂ ਬਹੁਮਤ ਚੱਕ ਕੇ ਚੁੱਕ ਸਾਹਿਬ ਚੁੱਕ ਸਾਹਿਬ ਇੱਕ ਸਵਾਲ ਔਰ ਅੱਜ ਵੀ ਚੰਦਰਬਾਬੂ ਨਾਇਡੂ ਨੇ ਉਸ ਬਿੱਲ ਦੀ ਸਪੋਰਟ ਚੁੱਕ ਕੀਤੀ, ਸਾਹਿਬ ਤੁਹਾਨੂੰ ਪਤਾ। ਕਿਸਾਨ ਜਿਹੜੇ ਆ ਤੁਹਾਨੂੰ ਮਿਲਣਗੇ 2 ਵਾਰ, ਹਾਂਜੀ। ਤੁਸੀਂ ਉਹਨਾਂ ਨੂੰ ਸਮਝਾ ਨਹੀਂ ਪਾ ਰਹੇ। ਤੁਸੀਂ ਇੱਕ ਤਾਲਮੇਲ ਕਮੇਟੀ ਬਣਾਈ, ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਜਾਨੀ ਉਹਨੂੰ ਹੈੱਡ ਕਰ ਰਹੇ ਸੀ। ਉਹਨਾਂ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਸਾਡੇ ਚੈਨਲ ਤੇ ਕਿਹਾ ਜੀ ਇਹ ਸਾਡੀ ਵੀ ਨਹੀਂ ਸੁਣਦੇ। ਤੁਹਾਡੀ ਪਾਰਟੀ ਦਾ ਸ਼ਖਸ ਕਹਿ ਰਿਹਾ ਪੋਲੀਟੀਕਲ ਐਰੋਗੈਂਸ ਕਿਉਂ ਹੈ? ਇੱਕ ਮਰੀਜ਼ ਹੈ, ਇੱਕ ਮਰੀਜ਼ ਨੂੰ ਦਵਾਈ ਚਾਹੀਦੀ ਹੈ। ਮੰਨ ਲਓ ਇੱਕ ਕਿਸਾਨ ਦੀ ਹਾਲਤ ਕੋਵਿਡ ਪੇਸ਼ੈਂਟ ਵਰਗੀ ਬਣੀ ਹੈ, ਤੁਸੀਂ ਇਲਾਜ ਕਰਨਾ, ਟੀਕਾ ਲਾਣਾ 1 ਕਿਲੋਮੀਟਰ ਤੋਂ ਦੂਰ, ਤੁਸੀਂ ਲਾਗੇ ਜਾ ਕੇ ਇਲਾਜ ਕਰਨਾ ਨਹੀਂ ਚਾਹੁੰਦੇ, ਮਰੀਜ਼ ਨੂੰ ਪੁੱਛਣਾ ਨਹੀਂ ਚਾਹੁੰਦੇ ਪ੍ਰੋਬਲਮ ਕੀ ਹੈ, ਦੂਰੋਂ ਦੂਰੋਂ ਛਿੜਕਾ ਕਰੀ ਜਾਂਦੇ ਹੋ ਬਸ। ਉਹਨਾਂ ਕਿਵੇਂ ਮਰੀਜ਼ ਠੀਕ ਹੋਏ? ਸਾਹਿਬ ਤੁਸੀਂ ਸਮਝਾਉਣਾ ਤਾਂ ਪਏਗਾ। ਮੀਟਿੰਗ ਜਿਹੜੀ ਹੋਈ ਹੈ ਕਿਸਾਨਾਂ ਦੇ ਨਾਲ, ਤੁਸੀਂ ਉਹਦੀ ਪ੍ਰੈਸ ਰਿਲੀਜ਼ ਨਹੀਂ ਪੜ੍ਹੀ ਔਰ ਪ੍ਰੈਸ ਬਿਆਨ ਨਹੀਂ ਸੁਨੇ, ਕੋ ਤੇ ਮੈਂ ਤੁਹਾਨੂੰ ਉਹਦੀ ਕਟਿੰਗਸ ਦੇਣਾ। ਤਾਂ ਹੀ 26/27 ਨੂੰ ਪ੍ਰੋਟੈਸਟ ਕਰਨ ਜਾ ਰਹੇ ਇਸ ਤਰ੍ਹਾਂ ਨਹੀਂ। ਉਹਨਾਂ ਨੇ ਕੀ ਬਿਆਨ ਦਿੱਤੇ? ਜਾਂ ਤੇ ਤੁਸੀਂ 31 ਯੂਨੀਅਨਾਂ ਦੇ ਬਿਹਾਫ ਤੇ ਗੱਲ ਕਰ ਰਹੇ ਹੋ, ਤੇ ਹੋ ਸਕਦਾ ਤੁਹਾਡੇ ਕੋਲ ਕੋਈ ਅਥਾਰਟੀ ਹੋਵੇ। ਮੈਂ ਤੇ 31 ਯੂਨੀਅਨਾਂ ਦਾ ਬਿਆਨ ਦੇ ਸਕਦਾ ਕਿ ਵਾਰੀ ਸਾਡੀ ਸੈਟੀਸਫਾਈਡ ਮੀਟਿੰਗ ਹੋਈ ਹੈ, ਸਾਡੇ ਪੁਆਇੰਟਸ ਕੱਟੇ ਨੇ। ਯੂਨੀਅਨ ਨੇ ਕਿਹਾ 26 ਤਰੀਕ ਨੂੰ ਅਸੀਂ ਪ੍ਰੋਟੈਸਟ ਕਰਾਂਗੇ, ਦਾ ਕੋਈ ਹੱਲ ਨਹੀਂ। ਸਰ ਸੰਧੂ ਸਾਹਿਬ 31 ਯੂਨੀਅਨਾਂ ਨੇ ਕਿਹਾ ਕਿ ਅਸੀਂ 40 ਪੁਆਇੰਟ ਲੈ ਕੇ ਗਏ, ਸਾਡੇ 7 ਪੁਆਇੰਟ 33 ਪੁਆਇੰਟ ਸੈਟੀਸਫਾਈਡ ਹੋ ਗਿਆ, 7 ਪੁਆਇੰਟ ਰਹਿ ਗਏ, ਉਹ ਨੈਕਸਟ ਮੀਟਿੰਗ ਚ ਹੋ ਜਾਣਗੇ। ਪ੍ਰੋਟੈਸਟ ਕਿਉਂ ਕਰ 26/27 ਤਰੀਕ ਨੂੰ ਯੂਨੀਅਨ ਨੇ ਹਾਂਜੀ ਕਰਨਾ ਸਹਿਮਤ ਹੋ ਕੇ ਕਰ ਰਹੇ ਦਿੱਲੀ ਉਹ- ਪਰ ਉਹ ਵੀ ਇਸ ਉਹਦੇ ਤਰ੍ਹਾਂ ਵਿੱਚ ਕੁਝ ਦੇਖੋ, ਕਿਸਾਨ ਪ੍ਰੋਟੈਸਟ ਕਰਨਾ ਚਾਹੁੰਦਾ, ਦਿੱਲੀ ਜਾਣਾ ਚਾਹ ਰਿਹਾ, ਤੁਸੀਂ ਕਿਉਂ ਰੋਕ ਰਹੇ ਹੋ? ਉਹਨਾਂ ਦਾ ਇੱਕ ਡੈਮੋਕ੍ਰੇਸੀ ਹੈ, ਕੋਈ ਡਰੈਕੋਨੀਅਨ ਲਾਅ ਥੋੜਾ ਕਿ ਦਿੱਲੀ ਜਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ। ਸੰਧੂ ਸਾਹਿਬ ਮੇਰੀ ਗੱਲ ਦੱਸੋ। ਉਹ ਵਿਚਾਰੇ ਪਾਕਿਸਤਾਨ ਨਹੀਂ ਨਹੀਂ ਕਿਉਂ ਨਹੀਂ ਪਾਕਿਸਤਾਨ ਪੂਰਾ ਭਾਰੀ ਗੱਲ ਆ ਜਿਹਨਾਂ ਸਟੇਟ ਗਵਰਨਮੈਂਟ ਕਿਉਂ ਨਹੀਂ ਖੇਲ ਚੱਲ ਸਕਦੀ ਹੈ? ਮੈਨੂੰ ਦੱਸੋ। ਦੇ ਪੰਜਾਬ ਦੇ ਬੇਟੇ ਬਾਰਡਰ ਤੇ ਬੈਠੇ, ਉੱਥੇ ਉਹਨਾਂ ਨੂੰ ਬਾਰੂਦ ਚਾਹੀਦਾ, ਤੁਸੀਂ ਉਹਨਾਂ ਵੀ ਨੂੰ ਤੇਲ ਜ਼ਿੱਦ ਤੇ ਅੜੇ ਚਾਹੀਦਾ। ਹੋ, ਤੁਸੀਂ ਵੀ ਜ਼ਿੱਦ ਤੇ ਅੜੇ ਹੋਏ ਹੋ ਕਿ ਅਸੀਂ ਪੈਸੇਂਜਰ ਟ੍ਰੇਨ ਸਰ ਮੈਨੂੰ ਇੱਕ ਗੱਲ ਦੱਸੋ, Passenger ਜੀਟੀਵੀ train- ਇੱਕ ਮਿੰਟ ਠਹਿਰੋ, ਸਰ, ਤੁਸੀਂ ਘੱਟੋ ਘੱਟ ਜੀਟੀਵੀ ਚਲਾ ਮਾਰ ਸਕਦੇ ਗੱਡੀਆਂ ਹੋ ਦਾ ਚਲਾ ਦਿਓ। ਵਿਦਆਊਟ ਵੀਡੀਓ, ਸਿਰਫ ਵੌਇਸ ਤੇ ਚੱਲੇਗਾ, ਤੁਹਾਨੂੰ ਸਵੇਰੇ ਕਹੀ ਆ ਜਾਏ। ਲੇਕਿਨ ਪੈਸੇਂਜਰ ਜੀਟੀਵੀ ਫੁੱਲ ਜੀਟੀਵੀ ਚੱਲੇਗਾ ਨਾ। ਸਬਸਟੀਟਿਊਟ ਐਸਾ ਹੋ ਸਕਦਾ ਹੈ ਕਿ ਅਸੀਂ ਕਿਹਾ ਜਾਏ ਕਿ ਸੰਧੂ ਸਾਹਿਬ ਦੀ ਵੌਇਸ ਆਏਗੀ, ਵੀਡੀਓ ਨਹੀਂ ਆਏਗੀ।
ਰੇਲਵੇ ਪੰਜਾਬ 'ਚ ਰੇਲਵੇ। ਮਾਲ ਗੱਡੀਆਂ ਹੁਣ ਨਹੀਂ ਦੇਖ ਚੱਲ ਰਹੀਆਂ, ਔਰ ਕਿੰਨੀ kindly, ਇੰਡਸਟਰੀ ਖਰਾਬ ਹੈ। ਰੇਲਵੇ ਦੀ ਹਰ ਟ੍ਰੇਨ ਦੇ ਨਾਲ 4 ਕੁੱਪੇ ਮਾਲ ਦੇ ਹੁੰਦੇ ਹੈ ਪੈਸੇਂਜਰ ਟ੍ਰੇਨ ਦੇ ਨਾਲ। ਕਿਆ ਉਹ ਬੁੱਕ ਹੋਣ ਕਿ ਨਾ ਹੋਣ? ਫਿਰ ਤੁਸੀਂ ਸੋਚੋ, ਮੈਂ ਪਿੱਛੇ ਜਾਣਾ, ਅਸੀਂ 26 ਤਰੀਕ ਰੇਲ ਚਲਾਈ, ਸ਼ਰਤਾਂ ਤੇ ਚਲਾਈ, ਮਾਲ ਗੱਡੀ ਚਲਾਈ, ਫਲਾਨੀ ਫੈਕਟਰੀ ਅੱਗੇ ਬਹਿ ਗਏ। ਮੈਂ ਮਾਲ ਬੁੱਕ ਕੀਤਾ ਤਾਮਿਲਨਾਡੂ ਤੋਂ ਐਜ਼ ਅ ਗਵਰਨਮੈਂਟ ਬੁੱਕ ਕੀਤਾ ਅੰਮ੍ਰਿਤਸਰ ਦੇ ਇੱਕ ਫੈਕਟਰੀ ਤੱਕ ਦਾ। ਇਹ ਕਹਿੰਦੇ ਅਸੀਂ ਨਹੀਂ ਜਾਣ ਦੇਾਂਗੇ। ਰੇਲਵੇ ਕੀ ਕਰੇਗਾ ਉੱਥੇ ਜਦੋਂ ਅੱਜ ਵੀ 200 ਕਿੰਨੀਆਂ ਬੁੱਕ, ਜਿਹੜੇ ਕਿਸਾਨ ਆ ਪ੍ਰਾਈਵੇਟ ਟਰੈਕਸ ਤੇ ਬੈਠੇ ਉਹਦੇ ਟਰੱਕਸ ਵੀ ਲੈ ਕੇ ਜਾ ਸਕਦੇ ਆ ਅਸੀਂ। ਅੱਜ ਵੀ ਰੈਕਸ 200 ਕਿੰਨੇ ਤੋਂ ਜ਼ਿਆਦਾ ਪੰਜਾਬ ਦੇ ਅੰਦਰ ਭਰੇ ਹੋਏ ਖਲੋਤੇ ਨੇ। ਬਿਲਕੁਲ 40,000 ਕਰੋੜ ਦਾ ਨੁਕਸਾਨ ਇੰਡਸਟਰੀ ਨੂੰ ਹੋ ਗਿਆ। ਕੌਣ ਕਰਾ ਰਿਹਾ? ਅੱਛਾ ਚੁੱਕ ਕੌਣ ਸਾਹਿਬ ਜ਼ਿੰਮੇਵਾਰ ਹੈ? 1962 ਦੇ ਵਿੱਚ ਚੀਫ ਮਿਨਿਸਟਰ ਆਫ ਪੰਜਾਬ ਅਸੀਂ ਸਕੇਪ ਕਿਉਂ ਕਰ ਰਹੇ ਹਾਂ ਉਹਨੂੰ? ਕਿਉਂ ਬਚਾਉਣਾ ਚਾਹ ਰਹੇ ਹਾਂ? 1962 ਵਿੱਚ ਮੁੱਖ ਮੰਤਰੀ ਨੇ ਪਹਿਲੇ ਰੇਲ ਪਟਰੀ ਤੇ ਬਿਠਾਏ, ਵਰਬਲ ਇਨਸਟਰਕਸ਼ਨਸ ਦਿੱਤੀਆਂ ਕਿ ਕੋਈ ਕਿੱਥੇ ਚਲਾ ਜਾਏ, ਪੁਲਿਸ ਦਾ ਅਫਸਰ ਕਿਸੇ ਕਿਸਾਨ ਨੂੰ ਕੁਝ ਨਹੀਂ ਕਹੇਗਾ। ਰੇਲ ਪਟਰੀ ਤੇ ਕਿੰਨੇ ਬਿਠਾਏ? ਮੈਂ ਤੁਹਾਨੂੰ ਆਫੀਸ਼ੀਅਲ ਬਿਆਨ ਦੇਣਾ, ਕਾਂਗਰਸ ਦਾ ਆਫੀਸ਼ੀਅਲ ਬਿਆਨ ਹੈ, ਰੇਲ ਪਟਰੀ ਤੇ ਬੈਠ escape ਨਹੀਂ ਕਰ ਰਹੇ ਸੀ, ਜੇ ਬਿਠਾਏ ਤਾਂ ਉਠਾਣੇ ਦੇ ਕਿਵੇਂ? ਲੋਕਾਂ ਦੀ ਗੱਲ ਕਰ ਰਹੇ ਹਾਂ ਦੇ ਵਿੱਚ ਇਹ ਸੇਮ ਜਿਹੜੇ ਲਾਅ ਸੀਗੇ ਇਹ ਅਮਰੀਕਾ 'ਚ ਪਾਸ ਹੋਏ ਸੀ, ਅਮਰੀਕਾ ਵਰਗੀ ਐਡਵਾਂਸ ਕੰਟਰੀ ਸੁਪਰ ਪਾਵਰ। ਲੇਕਿਨ ਮੈਕਸਿਮਮ ਜਿਹੜੇ ਕਿਸਾਨ ਬੈਂਕਰਪਟ ਹੋਏ ਉਸ ਲਾਅ ਆਉਣ ਤੋਂ ਬਾਅਦ ਹੋਏ ਸੀ। ਔਰ ਜਿਹੜੇ ਖੇਤੀਬਾੜੀ ਤੁਸੀਂ ਉਸ ਲਾਜ਼ ਨੂੰ ਪੜਿਆ ਨਹੀਂ, ਤੁਸੀਂ ਉਸ ਲਾਜ਼ ਨੂੰ ਪੜਿਆ ਨਹੀਂ, ਮੈਂ ਪੜ੍ਹ ਕੇ ਆਇਆ। ਉਹਨਾਂ ਦਾ ਕਹਿਣਾ ਕਿ ਬਹੁਤ ਲਾਜ਼ ਨੂੰ ਮੈਂ ਪੜਿਆ ਨਹੀਂ, ਮੈਂ ਪੜ੍ਹ ਕੇ ਆਇਆ। ਜੇ ਤੁਸੀਂ ਪੜਿਆ ਨਹੀਂ, ਸਿਰਫ ਤੁਸੀਂ ਕਿਹੜੇ ਖਬਰ ਪੜ੍ਹੀ, ਮੈਂ ਖਬਰ ਨਹੀਂ ਪੜ੍ਹੀ। ਖੇਤੀਬਾੜੀ ਮਾਹਿਰ ਆ, ਉਹਨਾਂ ਨੇ ਕਿਹਾ ਸਾਰਾ ਖੇਤੀਬਾੜੀ ਮਹਾਰਾਣੀ ਨੇ ਕਿਹਾ ਇਟ ਇਜ਼ ਰੈਵੋਲੂਸ਼ਨ, ਇਟ ਇਜ਼ ਰੈਵੋਲੂਸ਼ਨ। ਇਹ ਪੰਜਾਬ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਇਟ ਇਜ਼ ਰੈਵੋਲੂਸ਼ਨ, ਲੁਧਿਆਣਾ ਯੂਨੀਵਰਸਿਟੀ ਨੇ ਕਿਹਾ ਇਟ ਇਜ਼ ਰੈਵੋਲੂਸ਼ਨ। ਬਹੁਤ ਸਾਰਿਆਂ ਨੇ ਇਹ ਵੀ ਕਿਹਾ ਕਿ ਮੈਨੂੰ ਦੱਸੋ ਸਮਝਾਉਣਾ ਮੈਨੇਜਮੈਂਟ ਸੰਧੂ ਸਾਹਿਬ, ਜੇ ਇਹ ਸਿਸਟਮ ਠੀਕ ਸੀ ਤੇ 2000 ਤੋਂ 2020 ਚ 10,000 ਕਿਸਾਨ ਪੰਜਾਬ ਚ ਆਤਮ ਹੱਤਿਆ ਕਰ ਗਏ। ਜੇ ਇਹ ਸਿਸਟਮ ਠੀਕ ਹੈ, ਜੇ ਇਹ ਸਿਸਟਮ ਠੀਕ ਹੈ, 6 ਸਾਲ ਤੁਹਾਡੀ ਮੇਰੀ 6 ਸਾਲ ਤੁਹਾਡੀ ਵੀ ਸਰਕਾਰ ਰਹੀ ਹੈ। ਜਾਂ ਕੁਐਸਚਨ ਕਰੋ ਜਾਂ ਆਨਸਰ। ਸਰ ਮੈਂ ਇਹ ਗੱਲ ਮੇਰਾ ਮੇਰੀ ਛੋਟਾ ਜਿਹਾ 10,000 ਕਿਸਾਨ ਆਤਮ ਹੱਤਿਆ ਛੋਟਾ ਕਰ ਜਿਹਾ ਤਰਕ ਗਏ। ਹੈ। ਆਪਣੇ ਕੋਲ ਅੱਜ ਮੰਨ ਲਓ ਸੰਧੂ ਪੰਜਾਬ ਸਾਹਿਬ, ਸਰਕਾਰ ਦੀ ਜ਼ਿੰਮੇਵਾਰੀ ਹੋ। ਸਰ ਜਾਨੀ ਜੀ ਵਾਲਾ ਸਵਾਲ ਦਾ ਜਵਾਬ ਨਹੀਂ ਦਿੱਤਾ। ਸੰਧੂ ਸਾਹਿਬ ਇੱਕ ਕਿਸਾਨ ਨੇ, ਸੰਧੂ ਸਾਹਿਬ ਪੁਰਾਣੇ ਸਿਸਟਮ 'ਚ ਰਹਿਣਾ ਚਾਹੁੰਦੇ, ਕੌਣ ਰੋਕ ਰਿਹਾ ਉਹਨਾਂ ਨੂੰ? ਉਹ ਨਵੇਂ ਸਿਸਟਮ 'ਚ ਜਾਣ ਅਸੀਂ ਉਹਨਾਂ ਨੂੰ ਚੁਆਇਸ ਕਿਉਂ ਨਹੀਂ ਦੇਣਾ ਚਾਹੁੰਦੇ? ਕਿਉਂਕਿ 3500 ਕਰੋੜ ਰੁਪਇਆ ਰੈਵਨਿਊ ਕੈਪਟਨ ਸਾਹਿਬ ਨੂੰ ਕਿਸਾਨੀ ਤੋਂ ਆ ਰਿਹਾ। ਉਹ 3500 ਕਰੋੜ ਅਸੀਂ ਐਡਾ ਵੱਡਾ ਮੱਕੜ ਜਾਲ ਬੁਣ ਦਿੱਤਾ। ਕਿਉਂ ਲੈ ਰਹੀ ਹੈ ਸਟੇਟ ਟੈਕਸ ਔਰ ਕੋਲੋਂ? ਮੈਨੂੰ ਦੱਸੋ, ਇੱਕ ਆਦਮੀ ਹੈ, ਇੱਕ ਸੈਂਟਰ ਸਰਕਾਰ ਕਹਿੰਦੀ ਕਿ ਵਿਦਆਊਟ ਟੈਕਸ ਤੂੰ ਮਾਲ ਵੇਚ। ਕਿਸਾਨ ਅਸੇ ਉਹ ਅੱਛਾ ਹੈ ਕਿ ਕਿਸਾਨ ਕੋਲ ਟੈਕਸ ਲੈਣਾ ਅੱਛਾ? ਨਹੀਂ, ਉਹ ਬਾਇਰ ਦਿੰਦਾ ਸਰ ਉਹ ਟੈਕਸ। ਸਰ ਪੈਂਦਾ ਕਿਰਤੇ ਸਰ ਮੰਡੀ ਬੋਰਡ ਸਾਰੇ ਉਹ ਡਿਵੈਲਪਮੈਂਟ ਰੂਰਲ ਪੰਜਾਬ 'ਚ ਬੜੇ ਚੰਗੇ ਕੰਮ ਪੈਂਦਾ ਕਿਰਤੇ। ਚੁੱਕ ਸਾਹਿਬ ਇੱਕ ਮਿੰਟ ਤੁਸੀਂ ਟ੍ਰੇਨਾਂ ਰੋਕ ਲੀਆਂ ਤੇ ਤੁਸੀਂ ਬਾਅਦ ਵਿੱਚ ਕਿਹਾ ਟ੍ਰੇਨਾਂ ਕਿਸਾਨਾਂ ਨੇ ਰੋਕੀਆਂ, ਕੈਪਟਨ ਸਾਹਿਬ ਨੇ ਰੁਕਾਈਆਂ। ਇੱਕ ਮਿੰਟ ਕਿਸਾਨ ਤੇ ਪਟੜੀ ਤੇ ਬੈਠੇ ਕਿਸਾਨਾਂ ਨੇ ਰੁਕਾਈਆਂ, ਕੈਪਟਨ ਸਾਹਿਬ ਨੇ ਰੋਕੀਆਂ। ਰੂਰਲ ਡਿਵੈਲਪਮੈਂਟ ਫੰਡ ਕਿਹਨੇ ਰੋਕਿਆ? ਰੂਰਲ ਡਿਵੈਲਪਮੈਂਟ ਫੰਡ ਵੀ ਰੋਕਿਆ। ਤੁਸੀਂ ਮਤਲਬ ਇਹ ਕਹਿ ਰਹੇ ਹੋ ਅਸੀਂ ਤੁਹਾਡੀ ਰੋਟੀ ਖੋਲਾਂਗੇ? ਇਸ ਤਰ੍ਹਾਂ ਦਾ ਐਟੀਟਿਊਡ ਨਾ ਕਰੋ। ਜਵਾਬ ਲੈ ਲੈਣੇ, ਜਵਾਬ ਲੈ ਲੈਣੇ। ਰੂਰਲ ਤੁਸੀਂ ਡਿਵੈਲਪਮੈਂਟ ਕੋਈ ਫੰਡ ਕੁਐਸਚਨ ਲਿੱਤਾ ਹੈ, ਮੇਰੇ ਕੋਲ ਸੁਣੋ ਨਾ ਜਵਾਬ। ਇਸ ਤਰ੍ਹਾਂ ਬਿਲਕੁਲ ਦੇਖੋ, ਗੱਲ ਸੁਣੋ, ਤੁਸੀਂ 15 ਕੁਐਸਚਨ ਕਰੋਗੇ, 15 ਜਵਾਬ ਲੈਣੇ, ਕਿਉਂਕਿ ਰਿਲੇਟ ਚ ਕੁਐਸਚਨ ਅਸੀਂ ਰੈਪਿਡ ਫਾਇਰ ਕਰ ਲੈਣੇ ਨਾ, ਸ਼ਾਰਟ ਕਰ ਲਓ। ਰੂਰਲ ਡਿਵੈਲਪਮੈਂਟ ਫੰਡ ਹੁਣ ਲਓ ਨਾ ਜਵਾਬ। ਇਸ ਤਰ੍ਹਾਂ ਫਰਵਰੀ ਦੇ ਅੰਦਰ ਇੱਕ ਮੀਟਿੰਗ ਹੋਈ, ਪੰਜਾਬ ਸਰਕਾਰ ਦਾ ਪ੍ਰਤੀਨਿਧੀ ਵੀ ਗਿਆ, ਔਰ ਜੋ ਪੰਜਾਬ ਸਰਕਾਰ ਦੀ ਰਿਪੋਰਟ ਸੀ ਕਿ ਆਰਡੀਐਫ ਜਿਹੜਾ ਹੈ ਉਹ ਪਿਛਲੀਆਂ ਸਰਕਾਰਾਂ ਨੇ ਰੂਰਲ ਡਿਵੈਲਪਮੈਂਟ ਏਰੀਆ 'ਚ ਖਰਚਣ ਦੀ ਬਜਾਏ, ਔਰ ਤੇ ਡਿਫਾਈਨ ਹੈ ਕਿ ਉਹ ਪੈਸਾ ਪਿੰਡ ਦੀ ਗਲੀ ਨਾਲੀ, ਪਿੰਡ ਦੇ ਵਿਕਾਸ ਵਾਸਤੇ ਖਰਚ ਹੋਏਗਾ। ਤੁਸੀਂ ਉਸ ਪੈਸੇ ਨੂੰ ਚੁੱਕ ਕੇ ਲਿਜਾ ਕੇ ਕਿਸੇ ਸ਼ਹਿਰ 'ਚ ਖਰਚ ਕਰ ਦਿਓਗੇ। ਉੱਥੇ ਇਹਨਾਂ ਨੇ ਮੰਨਿਆ ਕਿ ਇਹ ਵਾਸਤੇ ਅਸੀਂ ਆਰਡੀਐਫ ਦਾ ਐਸਟੀਮੇਟ, ਪੰਜਾਬ ਸਰਕਾਰ ਦਾ ਆਫੀਸ਼ੀਅਲ ਹੈ ਕਿ ਅਸੀਂ ਐਸਟੀਮੇਟ ਦੇਵਾਂਗੇ। ਆਰਡੀਐਫ ਉੱਥੇ ਪਿਆ। ਹੁਣ ਮੈਨੂੰ ਤੁਸੀਂ ਦੱਸੋ, ਪੈਸਾ ਆਇਆ ਪਿੰਡ ਵਾਸਤੇ, ਪਿੰਡ ਦੀ ਗਲੀ ਨਾਲੀ ਬਣਨ ਵਾਸਤੇ, ਤੇ ਆਰਡੀਐਫ ਅਸੀਂ ਕਿਤੇ ਸੈਕਿੰਡ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕੜੇ ਹੈੱਡ 'ਚ ਖਰਚ ਕਰ ਦਿੱਤਾ। ਜੇ ਸਾਰੇ ਦੇਸ਼ 'ਚ ਬਾਹਰ ਲੱਗੀ ਹੈ, ਕਰਾਓ ਨਾ ਉਹਦੀ, ਰੋਕਣਾ ਤਾਂ ਕੋਈ ਨਹੀਂ ਰੋਕਿਆ ਹੀ ਨਹੀਂ। ਉਹਨਾਂ ਨੇ ਕਿਹਾ ਤੁਸੀਂ ਬਿੱਲ ਲਿਆਓ, ਆਰਡੀਐਫ ਦੇ ਬਿੱਲ ਲਿਆਓ, ਤੁਸੀਂ ਲਿਆਓ ਕਿ ਅਸੀਂ ਪੰਜਾਬ ਦੇ 12,000 ਪਿੰਡਾਂ ਦੀਆਂ ਸਾਰੀਆਂ ਗਲੀਆਂ ਬਣਾਉਣੀਆਂ। ਤੁਸੀਂ ਉਹ ਪੈਸਾ ਚੁੱਕ ਕੇ ਕਿਸੇ ਹੋਟਲ ਤੇ ਲਾ ਦੋਗੇ? ਦੱਸੋ ਜਾਇਜ਼ ਹੈ ਕਿ ਜਾਇਜ਼ ਗਲਤ ਹੈ? ਦੇਖੋ, ਜੇ ਤੁਸੀਂ ਵੀ ਇੰਨੀ ਦੇਰ ਤੋਂ ਪੰਜਾਬ ਦੀ ਪੋਲਿਟਿਕਸ ਕਰ ਰਹੇ ਰੈਗੂਲੇਟਰੀਜ਼ ਦਾ ਮੈਂ ਵੀ ਇਹਦਾ ਵਿਰੋਧ ਕਰਦਾ ਹੈ ਹੀ ਹੈ। ਪੰਜਾਬ ਦੇ ਜੋ ਤੁਸੀਂ ਕਿਹਾ ਵਰਡ ਇਸਤੇਮਾਲ ਕੀਤਾ, ਮੈਂ ਕੀਤਾ ਨਹੀਂ। ਚੁੱਕ ਸਾਹਿਬ ਥੋੜਾ ਜਿਹਾ ਆਰਡੀਐਫ ਦਾ ਪੈਸਾ ਖੇਤ 'ਚ ਲੱਗਣਾ ਚਾਹੀਦਾ ਕਿ ਲੈਣਾ ਚਾਹੀਦਾ? ਸੰਧੂ ਸਾਹਿਬ ਆਰਡੀਐਫ ਦਾ ਪੈਸਾ ਸਰ ਅਸੀਂ ਪੈਸਾ ਭੇਜਿਆ 63 ਕਰੋੜ ਰੁਪਈਆ ਅਸੀਂ ਸਕਾਲਰਸ਼ਿਪ ਦਾ ਭੇਜਿਆ। ਇਹ ਵੀ ਬੋਲੇ, ਅਸੀਂ ਵੀ ਬੋਲੇ, 63 ਕਰੋੜ ਰੁਪਈਆ, 302 ਕਰੋੜ ਭੇਜਿਆ। ਪਹਿਲੇ ਕਿਊ ਬਣੀ ਹੈ, ਕਿਊ ਦੇ ਵਿੱਚ ਹੈਗਾ ਕਿ ਇਹ ਇੰਸਟੀਟਿਊਸ਼ਨ ਨੇ ਪਹਿਲੇ ਬੱਚੇ ਪੜਾਏ ਉਹਨੂੰ ਦੇ ਦਿਓ, ਬੀ ਇੰਸਟੀਟਿਊਸ਼ਨ ਨੇ ਪੜਾਏ ਉਹਨੂੰ ਦੇ ਦਿਓ, ਅਸੀਂ ਕੋਈ ਸਾਡਾ ਰਿਸ਼ਤੇਦਾਰ ਨਹੀਂ। ਪਹਿਲੇ ਤੁਸੀਂ ਭਾਈ ਭਤੀਜਾਵਾਦ ਕੀਤਾ, ਆਪਣੀ ਮਰਜ਼ੀ ਦੇ ਲੋਕਾਂ ਨੂੰ ਤੁਸੀਂ ਦੇ ਦਿੱਤੇ ਪੈਸੇ। 63 ਕਰੋੜ ਦਾ ਹਿਸਾਬ ਨਹੀਂ, ਉਹ ਪੈਸਾ ਕਿੱਥੇ ਗਿਆ? ਕੌਣ ਕਹਿ ਰਿਹਾ ਹੈ? ਮਾਨ ਸਾਹਿਬ ਨਹੀਂ ਕਹਿ ਰਹੇ, ਤਰੁਣ ਚੁਗ ਨਹੀਂ ਕਹਿ ਰਿਹਾ, कृपा शंकर सरोज कह रहा है, अतिरिक्त मुख्य सचिव और ही ट्रांसफर हो गई। जिस मिनिस्टर ने घोटाला किया उन्होंने ताजपोशी हो गई, उन्होंने एनओसी दे दिता गया।
ਇਹ ਹੈਗਾ ਸੈਂਟਰ ਤੋਂ ਜਿਹੜਾ ਪੈਸਾ ਆ ਰਿਹਾ ਹੈ। ਮੈਂ ਜੇ 10 ਹੋਰ ਤੁਹਾਡੇ ਆਪਣੇ ਸਾਡੀ ਸਟੇਟ ਦੇ ਮਤਲਬ ਤੁਹਾਡਾ ਕਹਿਣਾ ਕਿ ਜਿਹੜਾ ਸੈਂਟਰ ਤੋਂ ਪੈਸਾ ਆਂਦਾ ਉਹਦਾ ਮਿਸਯੂਜ਼ ਕਰ ਰਹੀ ਪੰਜਾਬ ਕਿਰਪਾ ਸਰ, ਇਹ ਸ਼ੰਕਰ ਸਰੋਜ ਕਹਿ ਰਿਹਾ, ਇਹੀ ਮੈਂ ਬਲਬੀਰ ਕਹਿ ਸਿੰਘ ਰਿਹਾ। ਰਾਜੇਵਾਲ ਜਿਨ੍ਹਾਂ ਨੇ ਮੋਹਾਲੀ ਜਿਹੜਾ ਹੈ ਭੁੱਖ ਹੜਤਾਲ ਕੀਤੀ ਸੀ, ਕਿਉਂ ਕੀਤੀ ਸੀ ਕਿ ਜਿਹੜਾ ਬਿਜਲੀ ਬੋਰਡ ਨੂੰ ਪੈਸਾ ਆਉਂਦਾ ਸੀ ਜਿਹੜਾ ਉਹ ਸਭ ਬਾਦਲ ਸਾਹਿਬ ਨੇ ਜਿਹੜਾ ਹੈ ਉਹ ਮਿਸਯੂਜ਼ ਕੀਤਾ, ਕਿਤੇ ਹੋਰ ਬਿਜਲੀ ਬੋਰਡ ਵਾਸਤੇ ਨਹੀਂ ਕੀਤਾ, ਉਹਨੂੰ ਕਿਤੇ ਸੰਗਤ ਦਰਸ਼ਨ ਚ ਵਰਤ ਲਿਆ 500 ਕਰੋੜ ਰੁਪਇਆ। ਜਦੋਂ ਬਾਦਲ ਸਾਹਿਬ ਨੇ ਜੂਸ ਪਿਆ ਕੇ ਉਹਨਾਂ ਨੂੰ ਉਹਨਾਂ ਦਾ ਤੜਵਾਇਆ ਸੀ, 900 ਉਦੋਂ ਇਹ ਗਵਰਨਮੈਂਟ ਸੀ ਸਰ, ਉਦੋਂ ਇਹਨੇ ਨਾਲ ਸੀ। ਮੈਂ ਕਿਹਾ ਜੀ 900 ਅੱਛਾ, ਕਰੋੜ ਡਾਕਟਰ ਸਾਹਿਬ, ਰੁਪਈਆ, ਹੁਣ ਥੋੜੇ ਹੋਰ ਬਹੁਤ ਸਾਰੇ ਮੁੱਦੇ ਆ 900 ਸਮਾਂ ਕਰੋੜ ਘੱਟ ਰੁਪਈਆ, ਹੈ, ਬਹੁਤ ਸਾਰੇ ਮੇਰੀ ਗੱਲ ਮੁੱਦੇ ਸੁਣੋ ਆ। ਇੱਕ ਸਕਿੰਟ, ਤੁਸੀਂ ਗੱਲ ਸ਼ੁਰੂ ਕੀਤੀ 900 ਕਰੋੜ ਰੁਪਈਆ ਪੰਜਾਬ ਸਰਕਾਰ ਲੈ ਕੇ ਗਈ। ਸਾਧੂ ਸਿੰਘ ਧਰਮਸੋਤ ਜੀ, ਉਹਨਾਂ ਦਾ ਆਫੀਸ਼ੀਅਲ ਬਿਆਨ ਤੁਹਾਨੂੰ ਕੱਢ ਕੇ ਦਿਖਾਵਾਂਗਾ ਕਿ ਮੈਂ ਮੀਟਿੰਗ ਕਰਕੇ ਆਇਆ, ਮੇਰੀ ਡਿਪਾਰਟਮੈਂਟ 302 ਕਰੋੜ ਦਾ ਹਿਸਾਬ ਦੇ ਪਾਇਆ, 303 ਕਰੋੜ ਦਾ ਹਿਸਾਬ ਦੇ ਪਾਇਆ, 302 ਕਰੋੜ ਰੁਪਇਆ ਸਟੇਟ ਸੈਂਟਰ ਗਵਰਨਮੈਂਟ ਨੇ ਇਸ਼ੂ ਕਰ ਦਿੱਤਾ। ਮਾਰਚ ਚ ਇਸ਼ੂ ਕੀਤਾ। ਇਹ 4 ਮਹੀਨਿਆਂ ਦੇ ਲੋਕਡਾਊਨ ਦਾ ਫਾਇਦਾ ਸੀ ਇਹ ਕੀਤਾ ਕਿ ਉਹ ਪੈਸਾ ਅਸੀਂ ਖੁਰਦ-ਪੁਰਦ ਕਰਤਾ। ਮੰਨ ਲਓ ਮੈਂ ਇੱਕ ਇੰਸਟੀਚਿਊਟ ਹੈ ਵੈ, ਇਹ ਕਾਂਗਰਸ ਸਰਕਾਰ ਦੇ ਖਿਲਾਫ ਨੇ ਜਾਂ ਮੰਤਰੀ ਦੇ ਖਿਲਾਫ ਹੈਗੇ, ਇਹਨਾਂ ਦਾ ਕੱਟਤਾ ਤੇ ਤਰੁਣ ਚੁਗ ਨੂੰ ਦੇਤਾ। ਮੈਂ ਐਗਜ਼ਾਮਪਲ ਲਿੱਤੀ। ਇਹ ਕਿਸ ਤਰ੍ਹਾਂ ਚੱਲੇਗੀ ਸਰਕਾਰ? ਆਰਡੀਐਫ ਦਾ ਪੈਸਾ, ਰੂਰਲ ਪਿੰਡ ਦੀ ਗਲੀ ਦਾ ਪੈਸਾ ਬਿਲਕੁਲ ਸ਼ਹਿਰ ਚਲਾ ਦਿਓਗੇ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਚੀਫ ਮਿਨਿਸਟਰ ਡਿਸਕ੍ਰਿਸ਼ਨਰੀ ਫੰਡ ਚ ਦੇ ਦੋਗੇ ਜਨਤਾ ਦਾ ਪੈਸਾ ਜਿਹੜਾ ਹਾਂ ਜੀ ਮੈਂ ਕਹਿ ਨਹੀਂ ਸਕਦਾ ਜਨਤਾ ਕੋ ਜਾਣਾ ਕੈਮਰੇ ਚਾਹੀਦਾ। ਤੋਂ, ਮੈਨੂੰ ਪਤਾ ਉਹ ਪੈਸਾ ਕਿੱਥੇ ਗਿਆ। ਇੱਕ ਸਵਾਲ ਹੁਣੇ ਬਾਦਲ ਸਾਹਿਬ ਦਾ ਜ਼ਿਕਰ ਹੋਇਆ, ਤੁਸੀਂ ਬੜੀ ਲੰਬੇ 40 ਸਾਲ ਉਹਨਾਂ ਦੇ ਨਾਲ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ। ਉਹਨਾਂ ਦਾ ਮੇਰੀ ਗੱਲ ਹੋ ਰਹੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ। ਉਹਨਾਂ ਦਾ ਕਹਿਣਾ ਕਿ ਬੀਜੇਪੀ ਜਿਹੜੀ ਹੈ ਪੰਜਾਬ 'ਚ ਦੰਗੇ ਕਰਾਏਗੀ, ਪਹਿਲਾਂ ਨਾ ਹਿੰਦੂ ਮੁਸਲਿਮ ਨੂੰ ਲੜਾਇਆ, ਹੁਣ ਹਿੰਦੂ ਸਿੱਖ ਨੂੰ ਪੰਜਾਬ 'ਚ ਲੜਾਏਗੀ। ਇਸ ਬਾਰੇ ਕੀ ਕਹਿਣਾ ਚਾਹੋਗੇ? ਐਸਾ ਹੈ ਕਿ ਬੜਾ ਮੱਤਭਾਗਾ ਬਿਆਨ ਹੈ ਉਹਨਾਂ ਦਾ। ਭਾਰਤੀ ਜਨਤਾ ਪਾਰਟੀ ਨਾ ਕਦੀ ਕਿਤੇ ਦੰਗੇ ਕਰਾਏ ਤੇ ਨਾ ਅਸੀਂ ਪੰਜਾਬ 'ਚ ਦੰਗੇ ਕਰਾ ਰਹੇ। ਲੇਕਿਨ ਮੈਂ ਇੱਕ ਬੇਨਤੀ ਕਰਾਂਗਾ, ਪੰਜਾਬ ਦੇ ਮਾਹੌਲ ਨੂੰ ਅਸੀਂ ਇਸ ਪਾਸੇ ਪਾਣ ਕਿਉਂ ਰਹੇ ਹਾਂ, ਇਹੋ ਜਿਹੇ ਬਿਆਨ ਕਿਉਂ ਦੇ ਰਹੇ ਹਾਂ? ਚਾਹੇ ਉਹ ਸੁਖਬੀਰ ਜੀ ਹੋਣ, ਚਾਹੇ ਬਿੱਟੂ ਜੀ ਹੋਣ, ਤੇ ਚਾਹੇ ਕਿਹੜੇ ਨਾ ਕਿਹੜੇ ਪੰਜਾਬ ਦੇ ਕਈ ਮਿਨਿਸਟਰ ਇਹੋ ਜਿਹੇ ਬਿਆਨ ਦੇ ਰਹੇ। ਇਹ ਨਖੇਧੀਯੋਗ ਹੈ। ਔਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਸਾਡੇ ਦਫ਼ਤਰਾਂ ਤੇ ਅੱਗ ਲਗਾਈ ਗਈ, ਬੀਜੇਪੀ ਦੇ ਕਿਸੇ ਦਫ਼ਤਰ ਨੇ ਜਾ ਕੇ, ਕਾਰਜਕਰਤਾ ਨੇ ਜਾ ਕੇ ਕਾਂਗਰਸ ਦਫ਼ਤਰ ਤੇ ਅੱਗ ਲਾਈ। ਸਾਡੇ ਸਟੇਟ ਪ੍ਰੈਜ਼ੀਡੈਂਟ ਨੂੰ ਘੇਰ ਕੇ, ਉਹ ਘੇਰਨ ਤੋਂ 4 ਘੰਟੇ ਬਾਅਦ ਯੂਥ ਕਾਂਗਰਸ ਦਾ ਫੋਰਮਰ ਸਟੇਟ ਪ੍ਰੈਜ਼ੀਡੈਂਟ ਕਹਿ ਰਿਹਾ ਕਿ ਅਸੀਂ ਮਾਰਿਆ ਜੀ। ਸਾਡੇ ਕਿਸੇ ਕਾਰਜਕਰਤਾ ਨੇ ਜਾ ਕੇ ਕਿਤੇ ਰੋੜਾ ਮਾਰਿਆ। ਹੁਣ ਸੁਖਬੀਰ ਜੀ ਨੂੰ ਦਰਦ ਕੋਈ ਹੋਰ ਹੈ। ਤੁਸੀਂ ਰੋੜਾ ਮਾਰਿਆ ਨਹੀਂ, ਲੇਕਿਨ ਤੁਸੀਂ ਵਾਰਨਿੰਗ ਦਿੱਤੀ ਸੀ ਵੀ ਤੁਰ ਕੇ ਆਓਗੇ ਸਟ੍ਰੈਚਰ ਤੇ ਭੇਜਾਂਗੇ। ਹਾਂਜੀ। ਤੁਸੀਂ ਇੱਕ ਵਾਰਨਿੰਗ ਦਿੱਤੀ ਸੀ। ਮੈਂ ਹਜੇ ਵੀ ਖੜਾ। ਮੇਰੇ ਬੀਜੇਪੀ ਆਫਿਸ ਤੇ 4 ਵਾਰੀ ਲੋਕ ਕੀਤਾ ਅੰਮ੍ਰਿਤਸਰ, 2 ਵਾਰੀ ਉਹਨੂੰ ਸਾੜਿਆ। ਮੇਰੇ ਕੋਲ ਫੋਟੋਜ਼ ਹੋਣੇ ਤੁਹਾਨੂੰ ਦਿਖਾਵਾਂਗਾ। ਮੈਂ ਮੇਰਾ ਸਟੇਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਲੇਕਿਨ ਤੁਸੀਂ ਸੀਨੀਅਰ ਨੇਤਾ ਹੋ, ਦਿਓ ਬਿਆਨਬਾਜ਼ੀ ਸਰ, ਰੈਮੇਡੀ ਦਿਓ। ਇੱਕ ਨਹੀਂ ਬੰਦਾ ਗਲਤੀ ਕਰ ਰਿਹਾ ਸਰ, ਆਪਾਂ ਰੈਮੇਡੀ ਦਿਓ ਸਰ, ਰੈਮੇਡੀ ਦਿਓ। ਇੱਕ ਜ਼ਿੰਮੇਵਾਰ ਪੋਲੀਟੀਸ਼ੀਅਨ ਹੋ, ਇੱਕ ਆਪਾਂ ਚੈਲੰਜ ਕਰਨਾ ਸਰ, ਸੰਧੂ ਚੱਲ ਸਾਹਿਬ ਕੇ ਆਓਗੇ ਸਟ੍ਰੈਚਰ ਤੇ ਭੇਜਾਂਗੇ। ਸੰਧੂ ਸਾਹਿਬ ਕਾਈਂਡਲੀ 2 ਮਿੰਟ ਦੇ ਦਿਓ। ਮੇਰੇ ਦਫ਼ਤਰ ਤੇ ਹਮਲਾ ਹੋਇਆ, ਜਲਾ ਦਿੱਤਾ। ਮੇਰਾ ਸਟੇਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਾਂਦਾ ਹੈ, ਕਮਿਸ਼ਨਰ ਨੂੰ ਦਰਖਾਸਤ ਦਿੰਦਾ, ਕਮਿਸ਼ਨਰ ਕਹਿੰਦਾ ਮੈਂ ਕਾਰਵਾਈ ਨਹੀਂ ਕਰ ਸਕਦਾ। ਅਸੀਂ ਉਹਨੂੰ ਫੋਟੋਜ਼ ਦਿਖਾਉਂਦੇ ਆ, ਉਹ ਕਹਿੰਦਾ ਮੈਨੂੰ ਪਤਾ ਨਹੀਂ। ਅਸੀਂ ਫੋਟੋ ਦਿਖਾ ਕੇ ਗੋਲੇ ਮਾਰ ਕੇ ਦਿੰਦੇ ਆ, ਯੂਥ ਕਾਂਗਰਸ ਦਾ ਲੀਡਰ ਹੈ, ਅੱਗ ਲਾ ਰਿਹਾ। ਉੱਥੇ ਹਰਬੰਸ ਲਾਲ ਖੰਨਾ ਜਿਹੜਾ ਸਾਡਾ ਸ਼ਹੀਦ ਆ, ਉਹਦੀ ਮੂਰਤੀ ਤੇ ਅੱਗ ਸੁੱਟੀ ਗਈ। ਕੀ ਕਰੀਏ ਦੱਸੋ? 1 ਮਹੀਨਾ ਲਗਾਤਾਰ ਪੁਲਿਸ ਨਹੀਂ ਸੁਣਦੀ, ਕੋਰਟ ਜਾ ਸਕਦੇ ਹੋ, ਕੋਰਟਾਂ ਬਣੀਆਂ ਹੋਈਆਂ। ਆਮ ਆਦਮੀ ਦੀ ਪੁਲਿਸ ਨਹੀਂ ਸੁਣਦੀ। ਤੁਸੀਂ 1 ਮਹੀਨਾ ਕਹਿੰਦੇ ਪੰਜਾਬ 'ਚ ਕਿਤੇ ਚਲੇ ਜਾਓ, ਕਿਸੇ ਦੀ ਸੁਣਵਾਈ ਅੱਜ ਨਹੀਂ ਹੁੰਦੀ। 4 ਮਹੀਨੇ ਹੋ ਗਏ, 4 ਮਹੀਨੇ ਹੋ ਗਏ, ਕੋਰਟ ਸਾਡੀ ਕੰਪਲੇਂਟ ਤੇ ਕਾਰਵਾਈ ਨਹੀਂ ਹੋ ਰਹੀ। ਤੇ ਸਾਡੀ ਕੋਰਟ ਸਥਿਤੀ ਜਾ ਸਕਦੇ ਹੋ, ਦੇਖੋ, ਲੇਕਿਨ ਸਾਡੇ ਇਹੋ ਜਿਹੀ ਵਰਕਰਾਂ ਦੇ ਘਰਾਂ ਤੇ ਅੱਗਾਂ ਲਾਈਆਂ ਜਾ ਰਹੀਆਂ। ਤੁਸੀਂ ਐਜ਼ ਅ ਜ਼ਿੰਮੇਦਾਰ ਦੇਖੋ, ਨੇਤਾ, ਮੇਰੀ ਗੱਲ ਸੁਣੋ, ਲੱਗਦਾ ਨਹੀਂ ਕਿ ਇਹੋ ਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ। ਮੈਂ ਆਪਣੀ ਸੈਲਫ ਡਿਫੈਂਸ ਵਾਸਤੇ, ਮੈਂ ਆਪਣੇ ਪਾਰਟੀ ਆਫਿਸ ਦੀ ਸੈਲਫ ਡਿਫੈਂਸ ਵਾਸਤੇ, ਮੈਂ ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਉੱਥੇ ਮੂਰਤੀਆਂ ਨੂੰ ਖੰਡਿਤ ਹੋਣ ਤੋਂ ਬਚਾਉਣ ਵਾਸਤੇ ਉਹਦੀ ਸੈਲਫ ਡਿਫੈਂਸ ਵਾਸਤੇ ਖੜਾ। ਮੈਨੂੰ ਜੇ ਪੁਲਿਸ ਹੈਲਪ ਨਹੀਂ ਕਰੇਗੀ, ਜਦੋਂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੇ ਆਰਡਰ ਹੈ ਕਿ ਯੂਥ ਕਾਂਗਰਸ ਜੋ ਮਰਜ਼ੀ ਕਰੇ, ਮੈਂ ਪੁੱਛਣਾ ਬਿੱਟੂ ਸਾਹਿਬ ਤੇ ਤੁਹਾਡਾ ਬਿਆਨ ਚੱਲਿਆ, ਕਾਰਵਾਈ ਹੋਈ ਬਿੱਟੂ ਸਾਹਿਬ ਤੇ? ਮੈਂਬਰ ਆਫ ਪਾਰਲੀਮੈਂਟ ਕਹਿ ਰਿਹਾ ਹੋਰ ਹਮਲੇ ਕਰਾਂਗੇ, ਦੇਖੋ ਇਸ ਤਰ੍ਹਾਂ ਦੀ ਦੇਖੋ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਭਾਵੇਂ ਕੋਈ ਵੀ ਅਹੁਦੇਦਾਰ ਹੈ ਜਾਂ ਕੋਈ ਕਿੱਡਾ ਵੀ ਉਹਦੀ ਪੋਲੀਟੀਕਲ ਉਹਦੀ ਇਮੇਜ ਹੈ ਜਾਂ ਕੋਈ ਉਹਦੇ ਕੋਲੇ ਕਨਸਟੀਟਿਊਸ਼ਨ ਪੋਸਟ ਹੈ, ਕੋਈ ਐਦਾਂ ਦੀ ਬਿਆਨ ਨਹੀਂ ਦੇਣੇ ਜਿਹੜਾ ਤੇਲ ਪਾਉਣ ਵਾਲੀ ਭਾਂਬੜ ਤੇ ਤੇਲ, ਕਿਉਂਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਕਾਲੇ ਦਿਨ ਦੇਖੇ ਹੋਏ ਨੇ। ਪੰਜਾਬ ਦੇ ਲੋਕ ਤਰੱਕੀ ਚਾਹੁੰਦੇ ਨੇ। ਅੱਜ ਪੰਜਾਬ ਦਾ ਯੂਥ ਜਿਹੜਾ ਉਹ ਬਾਹਰਲੇ ਮੁਲਕਾਂ ਨੂੰ ਭੱਜ ਰਿਹਾ।
ਅੱਜ ਆਈਲੈਟਸ ਕਰਕੇ, ਕੱਲੇ ਆਈਲੈਟਸ ਕਰਕੇ ਸਾਡਾ ਯੂਥ ਨਹੀਂ ਜਾ ਰਿਹਾ ਨਾਲ, ਹਜ਼ਾਰਾਂ ਕਰੋੜ ਲੱਖਾਂ ਕਰੋੜ ਰੁਪਈਆ ਵੀ ਉਧਰ ਜਾ ਰਿਹਾ। ਪਹਿਲਾਂ ਉਧਰੋਂ ਇੱਧਰ ਨੂੰ ਪੈਸੇ ਆਉਂਦੇ ਸੀ, ਹੁਣ ਇੱਧਰੋਂ ਉਧਰ ਨੂੰ ਜਾ ਰਹੇ ਨੇ, ਕਿਉਂਕਿ ਫਿਊਚਰ ਨਜ਼ਰ ਨਹੀਂ ਆ ਰਿਹਾ। ਕੀ ਕਰਾਂਗੇ? ਹਰ ਰੋਜ਼ ਡਾਕਟਰ ਕੁੱਟੇ ਜਾ ਰਹੇ ਨੇ, ਮਾਸਟਰ ਕੁੱਟੇ ਜਾ ਰਹੇ ਨੇ, ਹੈ ਜੀ। ਜਿਹੜੇ ਆ B.Ed ਕਾਲਜ ਜਾਂ ਜਿਹੜੇ ਨਰਸਿੰਗ ਕਾਲਜ ਜਿਹੜੇ ਨੇ ਉਹਨਾਂ 'ਚ ਪੋਸਟਾਂ ਹੀ ਨਹੀਂ ਭਰੀਆਂ ਜਾ ਰਹੀਆਂ, ਕਿਉਂਕਿ +2 ਤੋਂ ਬਾਅਦ ਮਾਪੇ ਵੀ ਕਹਿਣ ਲੱਗੇ ਬੇਟਾ 6 ਬੈਂਡ ਲੈ 7 ਬੈਂਡ ਲੈ, ਚਲਾ ਜਾ, ਇੱਥੇ ਕੀ ਕਰੇਗਾ, ਜੇ ਨੌਕਰੀ ਨਹੀਂ ਮਿਲੂਗੀ ਤੂੰ ਨਸ਼ਿਆਂ 'ਚ ਲੱਗ ਜਾਏਗਾ। ਸੋ ਕਿਤੇ ਨਾ ਕਿਤੇ ਉਹ ਪੰਜਾਬ ਜਿਹੜਾ ਮਤਲਬ ਪੂਰੇ ਦੇਸ਼ ਦਾ ਢਿੱਡ ਭਰਦਾ ਸੀ, ਅੱਜ ਉਹਦਾ ਅੰਨਦਾਤਾ ਜਿਹੜਾ ਉਹ ਆਪਦੇ ਢਿੱਡ ਦੀ ਚਿੰਤਾ ਕਰਕੇ ਬਿਲਕੁਲ ਇਹੋ ਜਿਹੀ ਬੱਚਿਆਂ ਕੋਲੇ ਬਿਆਨਬਾਜ਼ੀ ਤੋਂ ਬੈਠਾ ਬਚਣਾ ਚਾਹੀਦਾ। ਇੱਕ ਸਵਾਲ ਔਰ ਮੈਂ ਨਾਲ ਇੱਕ ਹੋਰ ਵੀ ਹੈ, ਮੈਂ ਪਾਰਲੀਮੈਂਟ 'ਚ ਬੋਲਿਆ ਸੀ, ਜਦੋਂ ਵੀ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਖੁਸ਼ੀ 'ਚ ਲੱਡੂ ਵੰਡਦੇ, ਪਰ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਵੀ ਸੈਂਟਰ ਸਰਕਾਰ BJP ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਲੋਕ ਸੜਕਾਂ ਤੇ ਆਉਂਦੇ ਆ, ਕਿੱਦਾਂ ਲੋਕਾਂ ਨੇ ਰੈਲੀਆਂ ਕਰਕੇ ਅਸੀਂ ਛੱਡਤੇ। ਪਹਿਲਾਂ NRC ਵੇਲੇ ਦੇਖੋ ਕਾਨੂੰਨ ਹੋਇਆ ਕਿ ਪਤਾ ਨਹੀਂ ਅਸੀਂ ਸਾਨੂੰ ਹੀ ਆਪਣੇ ਨਾਨੇ ਨਾਨੀਆਂ ਦੇ ਲਿਆਉਣੇ ਪੈਣਗੇ ਸਰਟੀਫਿਕੇਟ ਕਿਤੋਂ ਹੋਰ, ਪਹਿਲਾਂ ਉਦੋਂ ਲੜਾਈਆਂ ਹੋਈਆਂ, ਹੁਣ ਕਿਸਾਨਾਂ ਨੂੰ ਲੱਗੀ ਜਾਂਦਾ ਸਾਨੂੰ ਵਿੱਚੋਂ ਕੱਢਤਾ ਕੋਈ ਹੋਰ ਆ ਜਾਊਗਾ। ਸੋ ਕਾਨੂੰਨ ਵੀ ਇਹੋ ਜਿਹੇ ਬਣਾਉਣ ਸਰਕਾਰਾਂ ਜਿਹਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਵੇ, ਨਾ ਕਿ ਦਰਾਰਾਂ ਪੈਣ ਦਾ ਜਾਂ ਸ਼ਰਾਰਤੀ ਅਨਸਰਾਂ ਨੂੰ ਉਹਦੇ ਵਿੱਚ ਹੋਰ ਬਲਦੀ ਦੇ ਉੱਤੇ ਤੇਲ ਪਾਉਣ ਦਾ ਮੌਕਾ ਮਿਲੇ। ਠੀਕ ਹੈ, ਕਮਾਂਡ ਆ ਰਹੀ ਹੈ। ਸੀਏ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਹਿੰਦੁਸਤਾਨ ਦੇ ਅੰਦਰ ਜਦੋਂ ਡਿਵੀਜ਼ਨ ਹੋਈ 1947, 29% ਆਬਾਦੀ ਜਿਹੜੀ ਹੈ ਉਹ ਪਾਕਿਸਤਾਨ 'ਚ ਰਹਿ ਗਈ, ਮਿਨੋਰਿਟੀਜ਼ ਦੀ। ਉਹ 29% ਆਬਾਦੀ ਅੱਜ ਰਹਿ ਗਈ 1% ਤੋਂ ਵੀ ਘੱਟ। ਉਹ 28% ਲੋਕ ਜਿਹੜੇ ਪਾਕਿਸਤਾਨ 'ਚ, ਬੰਗਲਾਦੇਸ਼ 'ਚ, ਜਿਹੜੇ ਉਹ ਡਿਵੀਜ਼ਨ ਬਾਹਰੋਂ ਨਹੀਂ ਸੀ ਆਏ, ਪੰਜਾਬ ਦੀ ਡਿਵੀਜ਼ਨ ਹੋਈ ਸੀ। ਅਸੀਂ ਗੁਜਰਾਂਵਾਲੇ ਤੋਂ ਆਏ, ਸਾਡੇ ਰਿਸ਼ਤੇਦਾਰ ਰਹਿ ਗਏ, ਮਾਰ ਦਿੱਤੇ ਗਏ ਅੱਜ, ਜਾਂ ਉਹਨਾਂ ਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ। ਔਰ ਬਹੁਤ ਲੋਕ ਪੰਜਾਬ 'ਚ, ਦਿੱਲੀ 'ਚ, ਹਿੰਦੁਸਤਾਨ ਦੇ ਅਲੱਗ-ਅਲੱਗ ਕੋਨਿਆਂ 'ਚ 60, 70, 80, 90, 2000 'ਚ ਉੱਥੋਂ ਪਲਾਨ ਕਰਕੇ ਆਏ। ਔਰ 2009 'ਚ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਦਾ ਬਿਆਨ ਹੈ ਕਿ ਇਟ ਇਜ਼ ਅ ਡਾਇਰ ਨੀਡ ਆਫ ਕੰਟਰੀ ਕਿ ਉਹਨਾਂ ਲੋਕਾਂ ਨੂੰ ਜਿਹੜੇ ਪਿਛਲੇ 30 ਸਾਲ ਤੋਂ ਹਿੰਦੁਸਤਾਨ 'ਚ ਬੈਠੇ ਨੇ ਉਹਨਾਂ ਨੂੰ ਆਰਕਸ਼ਣ ਦਿੱਤਾ ਜਾਏ, ਉਹਨਾਂ ਨੂੰ ਕਾਨੂੰਨ ਦਿੱਤਾ ਜਾਏ, ਉਹਨਾਂ ਨੂੰ ਸਦੱਸਤਾ ਦਿੱਤੀ ਜਾਏ, ਨਾਗਰਿਕਤਾ ਦਿੱਤੀ ਜਾਏ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਡਿਮਾਂਡ ਕੀਤਾ, ਅਸੀਂ ਕਾਨੂੰਨ ਬਣਾ ਦਿੱਤਾ। ਜਿਹੜੇ ਬੰਗਲਾਦੇਸ਼ ਦੇ ਕਾਨੂੰਨ ਬਣਾ ਦਿੱਤਾ ਲੋਕ ਉਹਨਾਂ ਨੂੰ ਕਿਉਂ ਨਹੀਂ ਇਨਕਲੂਡ ਕਰਦੇ? ਸ਼੍ਰੀਲੰਕਾ ਤੋਂ ਉਹਨਾਂ ਨੂੰ ਕਿਉਂ ਨਹੀਂ ਕਰਦੇ? ਤੁਹਾਨੂੰ ਫਿਰ ਕਾਨੂੰਨ ਨਹੀਂ ਪਤਾ। ਕਾਨੂੰਨ ਹੈ 5 ਕੰਟਰੀਜ਼ ਵਾਸਤੇ, ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ, ਇਹਨਾਂ ਵਾਸਤੇ ਕਾਨੂੰਨ ਹੈ। ਸ਼੍ਰੀਲੰਕਾ ਔਰ ਬਰਮਾ ਹੈ ਜੀ ਸਰ, ਬੁੱਧਿਸਟ ਉੱਥੇ ਜਿਹੜੇ ਤਮਿਲਸ ਆਏ ਨੇ। ਅਸੀਂ ਜਿਹੜਾ ਬੰਗਾਲੀਜ਼ ਵਾਸਤੇ ਬਣਾਇਆ ਕਿ ਜਿਹੜਾ ਉੱਥੋਂ ਅੱਜ 30 ਸਾਲ ਤੋਂ ਹਿੰਦੁਸਤਾਨ 'ਚ ਬੈਠਾ। ਮੈਂ ਤੁਹਾਨੂੰ ਲੈ ਕੇ ਚੱਲਣਾ, ਪੁੱਛੋ ਮੇਰੇ ਨਾਲ, ਚਲੋ ਅੰਮ੍ਰਿਤਸਰ ਪਸ਼ੋਰੀ ਪਾਪੇ ਦਿਖਾਣਾ। 30 ਸਾਲ ਤੋਂ ਇਹਨਾਂ ਦੇ ਬੱਚੇ ਵੱਡੇ ਹੋ ਗਏ ਤੇ ਪੈਦਾ ਹੋਏ। ਪਾਕਿਸਤਾਨ ਤੋਂ ਅਦਨਾਨ ਸਾਮੀ ਆਏ ਸੀ, ਉਹਨਾਂ ਨੂੰ ਫਿਰ ਯੋਗੀ ਜੀ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਯੋਗੀ ਜੀ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੰਦੇ ਨੇ? ਨਾਗਰਿਕਤਾ ਨਹੀਂ ਦੇ ਪਾਏ। ਉਹ ਅਮੀਰ ਆਦਮੀ ਜਿਹੜਾ ਅਫਗਾਨੀ ਬੰਗਾਲੀ ਅਦਨਾਨ ਸਾਮੀ ਨੂੰ ਕਿੰਨੇ ਦਿੱਤੀ ਹੈ ਜੀ? ਅਦਨਾਨ ਸਾਮੀ ਤਾਂ ਪਹਿਲਾਂ ਦੇਖੋ, ਦੋ ਤਰੀਕੇ, ਅਸੀਂ ਉਹਨੂੰ ਵੀ ਦਿੱਤੀ ਹੈ ਤੇ ਬਾਕੀਆਂ ਨੂੰ ਵੀ ਦਿੱਤੀ ਹੈ। ਅਸੀਂ ਕਿਹਾ ਦੋ ਤਰ੍ਹਾਂ ਧਰਮ ਨੂੰ ਟਾਰਗੇਟ ਕਿਉਂ ਕਰਨਾ? ਜੇ ਸਾਰੇ ਕਨਸਟੀਟਿਊਸ਼ਨ ਕਹਿ ਰਿਹਾ ਕਿ ਸਾਰੇ ਧਰਮ ਜਿਹੜੇ ਆ ਉਹ ਇਕੁਅਲ ਨੇ, ਸਰ ਅਸੀਂ ਇੱਕ ਧਰਮ ਨੂੰ ਕਿਉਂ ਕਰਨਾ ਬਾਰ-ਬਾਰ? ਐਸਾ ਹੈ, ਤੁਸੀਂ ਫਿਰ ਕਾਨੂੰਨ ਨਹੀਂ ਪੜਿਆ। ਅਸਲ 'ਚ ਨਾ ਅੱਧਾ ਸੱਚ ਪਤਾ। ਉਹਦੇ ਵਿੱਚ ਲਿਖਿਆ ਹੈ ਕਿ ਤੁਸੀਂ ਕਿਸਾਨੀ ਵਾਰੀ ਕਹਿੰਦੇ ਹੋ ਕਿਸਾਨਾਂ ਨੂੰ ਕਾਨੂੰਨ ਸਰ ਨਹੀਂ ਪਤਾ, ਕਹਿੰਦੇ ਸਾਨੂੰ ਸਰ ਨਹੀਂ ਕੱਢੋ। ਪਤਾ। ਔਰ 'ਚ ਲਿਖਿਆ ਕਿ ਨਹੀਂ, ਯਹਾਂ ਤੇ ਗੱਲ ਨਾ ਕਰੋ। ਤੁਹਾਡੇ ਵਰਗਾ ਐਂਕਰ, ਤੁਹਾਡੇ ਵਰਗਾ ਐਡਾ ਵੱਡਾ ਸੰਪਾਦਕ ਇੱਕ ਟੀਵੀ ਤੇ ਬਹਿ ਕੇ ਅਰਧ ਸੱਤੇ ਕਹੇਗਾ, ਅੱਛਾ ਨਹੀਂ ਹੈ। ਸੁਣੋ, ਔਰ 'ਚ ਲਿਖਿਆ ਹੈ, ਪੂਰਾ ਸੱਤਿਆ ਤੁਸੀਂ ਦੱਸ ਦਿਓ। ਸੁਣੋ, ਇਹਨਾਂ ਕੰਟਰੀਜ਼ ਜਿਹੜੀ ਮਿਨੋਰਿਟੀ ਹੈ, ਰਾਈਟ ਆਫ ਮਿਨੋਰਿਟੀਜ਼, ਡਿਮਾਂਡ ਵੀ ਕਾਂਗਰਸ ਦੀ ਰਾਈਟ ਆਫ ਮਿਨੋਰਿਟੀ ਸੀ, ਡਿਮਾਂਡ ਆਫ ਕੰਟਰੀ ਵੀ ਰਾਈਟ ਆਫ ਮਿਨੋਰਿਟੀ ਸੀ। ਮਿਨੋਰਿਟੀਜ਼ ਜਿਹੜੇ ਪਾਕਿਸਤਾਨ 'ਚ, ਸ਼੍ਰੀਲੰਕਾ 'ਚ, ਬੰਗਲਾਦੇਸ਼ 'ਚ, ਜਿੰਨੀ ਅਫਗਾਨਿਸਤਾਨ 'ਚ, ਉੱਥੇ ਮਿਨੋਰਿਟੀ ਜਿਹੜੀ ਹੈ ਉਹ ਮਿਨੋਰਿਟੀ ਦੇ ਅਤਿਆਚਾਰਾਂ ਕਾਰਨ, ਮੈਜੋਰਟੀ ਦੇ ਅਤਿਆਚਾਰਾਂ ਕਾਰਨ ਅਗਰ ਹਿੰਦੁਸਤਾਨ 'ਚ ਸ਼ਰਨ ਲਿੱਤੇ ਹੋਏ ਨੇ 2014 ਤੋਂ ਪਹਿਲੇ, ਉਹਨਾਂ ਵਾਸਤੇ ਕਾਨੂੰਨ ਹੈ। ਔਰ ਇਸ ਤੋਂ ਇਲਾਵਾ ਨਾਗਰਿਕਤਾ ਵਾਸਤੇ ਤੇ ਓਪਨ ਹੈ। ਤੁਸੀਂ ਤੇ ਇੰਡੀਅਨ ਨਾਗਰਿਕ ਹੋ, ਕੋਈ ਹੋਰ ਇੰਡੀਅਨ ਨਾਗਰਿਕਤਾ ਲੈਣਾ ਚਾਹੁੰਦਾ ਹੈ ਤੇ ਸਰਕਾਰ ਫੈਸਲਾ NRC ਨਾਨੇ ਦੀ
ਅਸੀਂ ਵੀ ਮੇਰੇ ਵਡੇਰੇ ਵੀ ਪਾਕਿਸਤਾਨ ਤੋਂ ਆਏ ਮੈਂ ਵੀ ਅਨਡਿਵਾਈਡਡ ਆਇਆ ਜੀ, ਮੇਰੇ ਵਡੇਰੇ ਵੀ ਤੋਂ ਹੀ ਆਏ, ਆਏ ਅਸੀਂ। ਮੇਰੇ ਵਡੇਰੇ ਵੀ ਆਏ। ਹਿੰਦੁਸਤਾਨ ਨੇ, ਹੁਣ ਹਿੰਦੁਸਤਾਨ ਹੀ ਸੀ ਉਹ ਵੀ, ਪਾਕਿਸਤਾਨ ਨਹੀਂ ਸੀ, ਪਾਕਿਸਤਾਨ ਬਣਿਆ ਸੀ, ਪਾਕਿਸਤਾਨ ਬਣਿਆ ਸੀ, ਪਾਕਿਸਤਾਨ ਸੀ ਨਹੀਂ, ਅਸੀਂ ਹਿੰਦੁਸਤਾਨ ਦੇ ਨਾਗਰਿਕ ਸੀ, ਹਿੰਦੁਸਤਾਨ ਚ ਆਏ ਸਾਂ, ਪਾਕਿਸਤਾਨ ਬਣਿਆ ਸੀ। ਮੈਂ ਅਨਡਿਵਾਈਡਡ ਇੰਡੀਆ ਤਾਂ ਹੀ ਯੂਜ਼ ਕੀਤਾ। ਅੱਛਾ ਹੁਣ ਪ੍ਰੈਜ਼ੈਂਟ ਚ ਆਏ ਨੇ, ਆਓ ਜਰੂਰ ਆਓ ਜੀ। ਬਿਹਾਰ ਦੇ ਵਿੱਚ ਇਲੈਕਸ਼ਨ ਤੁਸੀਂ ਜਿੱਤ ਚੁੱਕੇ ਹੋ ਔਰ ਹੁਣ ਪੰਜਾਬ 'ਚ ਬੀਜੇਪੀ ਦਾ ਰੋਡ ਮੈਪ ਕੀ ਰਹੂਗਾ? ਕਿ ਬੀਜੇਪੀ 117 ਸੀਟਾਂ ਦੇ ਇਕੱਲੇ, ਕਿਉਂਕਿ ਇਹ ਅਸੀਂ 2-3 ਸਾਲ ਤੋਂ ਤੁਹਾਡੇ ਪ੍ਰਧਾਨ ਜੀ ਨੂੰ ਹਮੇਸ਼ਾ ਸਵਾਲ ਕਰੀਦਾ ਸੀ, ਉਹ ਦੱਸਦੇ ਨਹੀਂ ਸੀ, ਕਹਿੰਦੇ ਸੀ ਨਹੀਂ ਅਸੀਂ ਤਿਆਰੀ ਪੂਰੀ ਹੈ ਪਰ ਅਸੀਂ ਅਕਾਲੀ ਦਲ ਦੇ ਨਾਲ ਰਵਾਂਗੇ। ਕੀ ਮਜਬੂਰੀਆਂ ਰਹੀਆਂ? ਕਿਉਂਕਿ ਅਕਾਲੀ ਦਲ ਕਹਿੰਦਾ ਕਿ ਪੋਲੀਟੀਕਲ ਐਰੋਗੈਂਸ ਇੰਨੀ ਜ਼ਿਆਦਾ ਹੋ ਗਈ ਹੈ ਬੀਜੇਪੀ ਵਿੱਚ ਕਿ ਸਭ ਤੋਂ ਪੁਰਾਣਾ ਅਲਾਈਅੰਸ ਸੀਗਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ, ਤੁਹਾਡੀ ਪਾਰਟੀ ਨੇ, ਤੁਹਾਡੀ ਲੀਡਰਸ਼ਿਪ ਨੇ, ਤੁਹਾਡੇ ਪ੍ਰਾਈਮ ਮਿਨਿਸਟਰ ਨੇ 6 ਸਾਲ 'ਚ ਇੱਕ ਵਾਰ ਵੀ ਗੱਲ ਨਹੀਂ ਕੀਤੀ। ਕੀ ਸੱਚਾਈ ਕੀ ਹੈ ਜੀ? ਐਸਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਮੇਰੇ ਵੱਡੇ ਭੈਣ ਜੀ ਨੇ, ਉਹ ਪ੍ਰਤੀਨਿਧੀ ਦੇ ਰੂਪ ਦੇ ਅੰਦਰ ਅਕਾਲੀ ਦਲ ਨੇ ਉਹਨਾਂ ਨੂੰ ਭੇਜਿਆ ਔਰ ਅਸੀਂ ਕੋਈ ਵੀ ਫੈਸਲਾ, ਗਠਬੰਧਨ ਹੈ ਕੱਲਾ ਇਹਨਾਂ ਨਾਲ ਨਹੀਂ ਬਾਕੀਆਂ ਨਾਲ ਵੀ ਹੈ, ਅਸੀਂ ਮਿਲ ਕੇ ਲੈਂਦੇ ਹਾਂ ਕੈਬਨਿਟ ਦੇ ਅੰਦਰ ਔਰ ਲੰਬੀ ਟਾਕਸ ਹੁੰਦੀ। ਭੈਣ ਜੀ ਹਰ ਮੀਟਿੰਗ ਦੇ ਅੰਦਰ ਪ੍ਰੈਜ਼ੈਂਟ ਸਨ। ਹੁਣ ਭੈਣ ਜੀ ਨੇ ਮੇਰੇ ਭਰਾ ਜੀ ਨੂੰ ਨਹੀਂ ਦੱਸਿਆ ਬਾਦਲ ਸਾਹਿਬ ਨੂੰ, ਤੇ ਮੈਂ ਜ਼ਿੰਮੇਵਾਰ ਨਹੀਂ। ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹ ਵੱਡੇ ਬਾਦਲ ਸਾਹਿਬ ਦੇ ਸਰਪ੍ਰਸਤ ਰਹੇ ਨੇ। ਵੱਡੇ ਬਾਦਲ ਸਾਹਿਬ ਦਾ ਬਿਆਨ ਕਿ ਨਹੀਂਗਾ, ਜਿਹੜਾ ਵੱਡੇ ਬਾਦਲ ਸਾਹਿਬ ਦਾ ਜੋੜਦਾ ਉਹਨਾਂ ਨੇ ਕਿਹਾ ਬਿਆਨ, ਚਲੋ ਹੋ ਕਿ ਸੀ ਭਾਈ ਜੀ ਹੋਰ ਪਾਰਟੀ ਦਾ ਕਦੀ ਕਿਸੇ ਨਾਲ ਪਾਰਟਨਰਸ਼ਿਪ ਕਰੀਏ ਔਰ ਬਾਅਦ ਚੋਂ ਗਲਤ ਗੱਲ ਉਹਦੇ ਬਾਰੇ ਕਹੀ, ਅੱਛਾ ਨਹੀਂ ਹੁੰਦਾ। ਮੈਂ ਕਹਾਂਗੀ ਨਹੀਂ, ਹਿੰਦੁਸਤਾਨ 'ਚ ਨਹੀਂ ਵਰਲਡ 'ਚ ਕੋਈ ਐਗਜ਼ਾਮਪਲ ਦੱਸੋ ਕਿਸੇ ਪਾਰਟੀ ਦਾ ਗਠਬੰਧਨ ਹੋਵੇ, ਉਹਦਾ ਮੁੱਖ ਮੰਤਰੀ ਹੋਵੇ ਔਰ ਉਹਦਾ ਹੀ ਉਪ ਮੁੱਖ ਮੰਤਰੀ ਹੋਵੇ। ਸਾਡਾ ਦਿਲ ਦੇਖੋ, ਔਰ ਸਰਕਾਰ ਦੀ ਚਾਬੀ 19 MP ਸਾਡੇ ਕੋਲ ਹੋਣ, 19 MLA ਸਾਡੇ ਕੋਲ ਹੋਣ, ਉਹ ਅਲਪਮਤ 'ਚ ਹੋਣ। ਐਸਾ ਨਹੀਂ, ਉਹ ਅਕਾਲੀ ਦਲ ਦਾਅਵਾ ਕਰਦਾ ਸੀ ਉਹਨਾਂ ਤੋਂ ਬਿਨਾਂ ਅਸੀਂ ਲੰਬੀ ਨਿਭਾਈ ਹੈ, ਅਸੀਂ ਲੰਬੀ ਨਿਭਾਈ ਹੈ। ਅਕਾਲੀ ਦਲ ਹਮੇਸ਼ਾ ਕਹਿੰਦਾ ਸੀ ਵੀ ਸਾਡੇ ਤੋਂ ਬਿਨਾਂ 2 ਸੀਟਾਂ ਵੀ ਨਹੀਂ ਜਿੱਤ ਸਕਦੇ। ਚਲੋ ਵਕਤ ਦੱਸੇਗਾ। ਹੁਣ ਤੁਹਾਡਾ ਰੋਡ ਮੈਪ ਕੀ ਰਹੇਗਾ? ਆਖਰੀ ਸਵਾਲ ਹੈ, ਰੋਡ ਮੈਪ ਕੀ ਰਹੇਗਾ? ਮੇਰਾ 1992 ਲਾਸਟ ਇਲੈਕਸ਼ਨ ਸੀ, ਮੇਰੀ ਪਾਰਟੀ ਨੇ ਕੱਲਿਆਂ 1992 ਚ ਲਾਸਟ ਇਲੈਕਸ਼ਨ ਲੜਿਆ ਸੀ। ਰਿਕਾਰਡ ਕਢਾ ਲਓ, ਮੈਨੂੰ 16.8% ਵੋਟ ਪਿਆ ਸੀ ਵੋਟ, ਔਰ ਮੇਰੇ 7 MLA ਸੀ 1992 ਚ, ਕਿਉਂਕਿ ਅਸੀਂ ਉਦੋਂ 64 ਸੀਟਾਂ ਲੜੀਆਂ ਸੀ। ਅਸੀਂ ਪੂਰੇ ਪੰਜਾਬ 'ਚ ਸੀਟਾਂ ਲੜ ਨਹੀਂ ਸੀ ਪਾਏ। ਹਰ ਆਦਮੀ ਸੇ ਖੁੱਲਾ ਹੈ, ਸਵੇਰੇ ਤੁਸੀਂ ਪਾਰਟੀ ਬਣਾਓ, ਤੁਹਾਡੇ ਸੇ ਵੀ 117 ਖੁੱਲਾ ਹੈ, ਤੁਸੀਂ ਵੀ ਆ ਜਾਓ, ਮੈਂ ਵੀ ਆਇਆ, ਮੈਂ 117 ਤੇ ਲੜਾਂਗਾ। ਪਾਰਟੀ ਮੇਰੀ ਦੀ ਜਿਹੜੀ ਰਾਜਨੀਤਿਕ ਪਾਰਟੀ ਔਰ ਮੈਂ ਨੈਸ਼ਨਲ ਲੈਵਲ ਦੀ ਰਾਜਨੀਤਿਕ ਪਾਰਟੀ ਹਾਂ, ਵਰਲਡ ਦੀ ਸਭ ਤੋਂ ਵੱਡੀ ਪਾਰਟੀ ਹਾਂ, ਮੈਨੂੰ ਵੀ ਲੜਨ ਦਾ ਅਧਿਕਾਰ। ਮੁਕਾਬਲਾ ਕਿੰਨਾ ਮੰਨਦੇ ਹੋ ਆਮ ਆਦਮੀ ਪਾਰਟੀ ਨਾਲ ਜਾਂ ਕਾਂਗਰਸ ਫੈਸਲਾ ਨਾਲ? ਜਨਤਾ ਨੇ ਕਰਨਾ ਹੈ। ਮੁਕਾਬਲਾ ਕਿੰਨਾ ਮੰਨਦੇ ਹੋ ਸਰ? ਜਨਤਾ ਜਿਹੜੀ ਝੋਲੀ 'ਚ ਪਾਏਗੀ, ਪੰਜਾਬ ਦਾ ਕਪਤਾਨ ਤੇ ਉਹ ਬਣੇਗਾ ਜਿਹਨੂੰ ਜਨਤਾ ਬਣਾਏਗੀ। ਪੰਜਾਬ ਦਾ ਚੀਫ ਮਿਨਿਸਟਰ ਨਾ ਮੈਂ ਬਣਾ ਸਕਦਾ ਨਾ ਤੁਸੀਂ ਬਣਾ ਸਕਦੇ, ਮੈਂ ਵੀ ਇੱਕ ਵੋਟਰ ਹਾਂ, ਤੁਸੀਂ ਵੀ ਇੱਕ ਵੋਟਰ ਆ, ਲੇਕਿਨ ਪੰਜਾਬ ਦੀ ਜਨਤਾ ਮੈਨੂੰ ਚਾਹੇਗੀ, ਮੇਰੀ ਪਾਰਟੀ ਨੂੰ, ਤੇ ਮੇਰੀ ਪਾਰਟੀ ਆਏਗੀ। ਉਹ ਕਾਂਗਰਸ ਨੂੰ ਚਾਹੇਗੀ, ਕਾਂਗਰਸ ਆਏਗੀ। ਉਹ ਆਮ ਆਦਮੀ ਪਾਰਟੀ ਨੂੰ ਚਾਹੇਗੀ, ਆਮ ਆਦਮੀ ਪਾਰਟੀ ਆਏਗੀ। ਫੈਸਲਾ ਜਨਤਾ ਦਾ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਬਿਨਾਂ ਡਗਰ ਕਿੰਨੀ ਆਸਾਨ ਜਾਂ ਕਿੰਨੀ ਮੁਸ਼ਕਿਲ ਲੱਗਦੀ ਹੈ? ਭੈਣ ਜੀ, ਜਦੋਂ ਮੈਂ 1992 ਚ 7 ਜਿੱਤ ਕੇ ਆਇਆ ਸਾਂ ਜੀ, ਤੇ 16.8% ਸ਼ੇਅਰ ਲਿੱਤਾ ਸੀ। ਅੱਜ 4 ਵੱਡੇ ਭਲਵਾਨ ਤੇ ਮਾਰਕੀਟ 'ਚ ਗਈ ਹੈ। ਹੋ ਲੈਂਦਾ ਫੈਸਲਾ, ਔਰ ਤੁਸੀਂ ਵੀ ਤਿਆਰ ਰਹੋ, ਮੈਂ ਵੀ ਤਿਆਰ ਹਾਂ। ਜ਼ਰੂਰੀ ਹੋਗਾ ਨਾ ਇੱਕ ਵੱਡਾ ਵੋਟ ਬੈਂਕ, ਇੱਕ ਵੱਡਾ ਵੋਟ ਬੈਂਕ 70% ਵੋਟ ਬੈਂਕ ਪਿੰਡਾਂ ਦੇ ਵਿੱਚ ਆਧਾਰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ। ਪਿੰਡਾਂ ਤੱਕ ਆਧਾਰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਸਾ ਭੈਣ ਜੀ, ਬੀਜੇਪੀ ਕੋਲ ਅਰਬਨ ਵੋਟ ਹੈ। 1952 ਦਾ ਬੀਜੇਪੀ ਨੇ ਪਹਿਲਾ ਇਲੈਕਸ਼ਨ ਵੀ ਪੰਜਾਬ 'ਚ ਲੜਿਆ ਸੀ, ਮੈਂ ਨਹੀਂ ਸੀ ਪੈਦਾ ਹੋਇਆ ਜੀ, ਸ਼ਾਇਦ ਸੁਖਬੀਰ ਜੀ ਵੀ ਨਹੀਂ ਹੋਏ ਹੋਣਗੇ, ਭਾਜੀ ਵੀ ਨਹੀਂ ਹੋਣਗੇ, ਵੱਡੇ ਬਾਦਲ ਸਾਹਿਬ ਹੋਣਗੇ। ਐਸੀ 'ਚ ਪਾਰਟੀ ਬਹੁਤ ਪੁਰਾਣੀ ਹੈ। ਠੀਕ ਹੈ, ਸਾਡਾ ਸਮਝੌਤਾ ਸੀ, ਅਸੀਂ 1997 ਤੋਂ ਲਗਾਤਾਰ ਇਕੱਠੇ ਇਲੈਕਸ਼ਨ ਲੜੇ। 1997 ਤੋਂ ਪਹਿਲੇ ਅਸੀਂ ਅਲੱਗ ਹੀ ਇਲੈਕਸ਼ਨ ਲੜਨੇ ਸਾਂ। ਇੱਕੋ ਵਾਰੀ ਲੜਿਆ ਸੀ ਪੰਜਾਬ 'ਚ 1977 'ਚ ਮਿਲ ਕੇ ਇਲੈਕਸ਼ਨ, ਅਸੀਂ 45 ਸੀਟਾਂ ਲੜੀਆਂ ਸੀ, ਬਾਕੀ ਅਕਾਲੀ ਦਲ ਲੜਿਆ ਸੀ। ਇਸ ਪਿੱਛੇ ਹਰ ਪਾਰਟੀ ਐਸੇ, ਹੁਣ ਕੱਲ ਸਵੇਰੇ ਇੱਕ ਨਵੀਂ ਪਾਰਟੀ ਆਏਗੀ, ਉਹ ਵਧੇਗੀ, ਮੰਨ ਲਓ, ਰੋਕ ਥੋੜੀ ਸਕਦੇ ਹੋ, ਤੇ ਜਨਤਾ ਦਾ ਆਸ਼ੀਰਵਾਦ ਹੈ, ਕਿਸੇ ਨੂੰ ਵੀ ਮਿਲ ਸਕਦਾ ਹੈ। ਲੇਕਿਨ ਮੈਂ 117 ਲੜਾਂਗਾ, ਕੁਐਸਚਨ ਕਿਉਂ? ਅਕਾਲੀ ਦਲ ਨੂੰ ਪੁੱਛੋ, ਤੁਸੀਂ 117 ਲੜੋਗੇ? ਔਰ ਮੈਂ ਦੂਜੀ ਗੱਲ ਕਹਿ ਰਿਹਾ ਸਾਹਿਬ, ਕੋਈ ਸਵਾਲ, ਇੱਕ ਦੋ ਸਵਾਲ ਅਸੀਂ ਆਡੀਅנס ਤੋਂ ਲੈ ਲਈਏ, ਬੜੇ ਡਿਸਟ੍ਰਿਕਟ ਗੈਸਟ ਬੈਠੇ ਆ, ਕੋਈ ਮਾਈਕ ਦਿਓ, ਇੱਥੇ ਬਹੁਤ ਸਾਰੇ ਲੋਕ ਸਵਾਲ ਪੁੱਛਣਾ ਚਾਹ ਰਹੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਵੀਰ ਸਿੰਘ ਵਾਲੀਆ ਤੇ ਮੇਰਾ ਸਵਾਲ ਚੁੱਕ ਸਾਹਿਬ ਤੋਂ ਹੈ। ਜੋ ਸਕਾਲਰਸ਼ਿਪ ਸਕੈਮ ਦੀ ਗੱਲ ਚੁੱਕ ਸਾਹਿਬ ਨੇ ਕੀਤੀ
ਮੇਰੇ ਨਾਮ ਤੇ ਇੱਕ ਸਤਵੀਰ ਸਿੰਘ ਵਾਲੀਆ ਵਰਸਸ ਯੂਨੀਅਨ ਆਫ ਇੰਡੀਆ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਫਾਈਲ ਕੀਤੀ ਹੋਈ ਹੈ ਫੈਰੀ ਸੋਫਾ ਜੀ ਉਸ ਐਡਵੋਕੇਟ ਨੇ ਉਸ ਲਿਟੀਗੇਸ਼ਨ 'ਚ। ਸੋ ਉਸ 'ਚ ਪੰਜਾਬ ਸਰਕਾਰ ਨੇ ਜਿੱਥੇ ਕਲੀਨ ਚਿੱਟ ਚੂਕ ਸਾਹਿਬ ਨੇ ਕਿਹਾ ਵੀ ਕਲੀਨ ਚਿੱਟ ਦੇ ਚੁੱਕੀ ਪੰਜਾਬ ਸਰਕਾਰ, ਪਰ ਕੋਰਟ 'ਚ ਕੇਸ ਪੈਂਡਿੰਗ ਹੈ, ਅਸੀਂ ਕਲੀਨ ਚਿੱਟ ਹਜੇ ਨਹੀਂ ਮੰਨ ਰਹੇ। ਦੂਜੇ ਪਾਸੇ ਸੈਂਟਰ ਸਰਕਾਰ ਨੇ ਜੋ, ਕਿਉਂਕਿ ਸੈਂਟਰ ਦਾ ਪੈਸਾ ਸੀਗਾ, ਮੇਰਾ ਸਵਾਲ ਇਹੀ ਹੈ ਬੇਸਿਕਲੀ ਕਿ ਜੋ ਸੈਂਟਰ ਨੇ ਵੀ 4 ਸਤੰਬਰ ਨੂੰ 3 ਮੈਂਬਰੀ ਕਮੇਟੀ ਬਣਾਈ ਸੀਗੀ, ਤੇ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰਗਾ, ਉਹੀ ਕਮੇਟੀ ਨੇ ਵੀ ਕਿਹਾ ਸੀ ਕਿ ਵੀ 4 ਹਫ਼ਤਿਆਂ 'ਚ ਅਸੀਂ ਰਿਪੋਰਟ ਸਬਮਿਟ ਕਰ ਦਾਂਗੇ। ਤੇ ਅੱਜ 4 ਸਤੰਬਰ ਤੋਂ ਲਾ ਲਓ ਤਕਰੀਬਨ 12 ਹਫ਼ਤੇ ਦੇ ਕਰੀਬ ਪਹੁੰਚ ਚੁੱਕੇ ਨੇ। ਪਿੱਛੇ ਮੈਂ ਆਰਟੀਆਈ ਫਾਈਲ ਕੀਤੀ ਸੀ, ਲੱਕੀਲੀ ਕੱਲ੍ਹ ਹੀ ਸੈਂਟਰ ਦਾ ਜਵਾਬ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ ਮੈਟਰ ਅੰਡਰ ਕੰਸੀਡਰੇਸ਼ਨ, ਤੇ ਆਨਰੇਬਲ ਹਾਈ ਕੋਰਟ 'ਚ ਵੀ ਨਹੀਂ ਦੱਸ ਸਕੀ ਸੈਂਟਰ ਸਰਕਾਰ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ। ਸੋ ਜੇ ਕੱਲੀ ਪੰਜਾਬ ਸਰਕਾਰ ਦੀ ਕਲੀਨ ਚਿੱਟ ਨੂੰ ਤੁਸੀਂ ਕਹਿੰਦੇ ਅਸੀਂ ਨਹੀਂ ਮੰਨਦੇ, ਅਸੀਂ ਵੀ ਨਹੀਂ ਮੰਨਦੇ, ਅਸੀਂ ਤਾਂ ਹੀ ਪੀਐਲ ਫਾਈਲ ਕੀਤੀ ਹੈ, ਤੇ ਕੀ ਸੈਂਟਰ ਸਰਕਾਰ ਵੀ ਹੁਣ ਚੁੱਪ ਕਰਕੇ ਬਹਿ ਗਈ ਹੈ ਇਸ ਸਕਾਲਰਸ਼ਿਪ ਸਕੈਮ ਤੇ, ਜਾਂ ਜਿਵੇਂ ਹਿਮਾਚਲ ਪ੍ਰਦੇਸ਼ 'ਚ ਸੀਬੀਆਈ ਦੀ ਇਨਕੁਆਇਰੀ ਚੱਲ ਰਹੀ ਹੈ, ਪਰਚੇ ਦਰਜ ਹੋਏ ਨੇ, ਹਰਿਆਣਾ 'ਚ ਛੋਟੀ ਸਰਕਾਰ ਥੋੜਾ ਸਵਾਲ ਛੋਟਾ ਰੱਖੋ ਜੀ, ਬਹੁਤ ਲੰਬਾ ਹੋ ਗਿਆ ਤੁਹਾਡਾ। ਮੈਂ ਹਰਿਆਣਾ ਦੇ ਨਾਂ ਦਾ ਮਿਲ ਜਾਏਗਾ, ਹੁਣੇ ਗੂਗਲ ਕਰੋ। ਰਹੀ ਗੱਲ ਤੁਸੀਂ ਕਿਹਾ ਕੇਂਦਰ ਸਰਕਾਰ ਦਾ ਕੀ ਸਟੈਂਡ ਹੈ, ਅਸੀਂ ਗਵਰਨਮੈਂਟ ਵਰਕ ਲਾਈਕ ਅ ਗਵਰਨਮੈਂਟ ਨੋਟ ਇੰਡੀਵਿਜੂਅਲ। ਅਸੀਂ ਜੁਆਇੰਟ ਸੈਕਟਰੀ ਦੀ ਲੈਵਲ ਦੀ ਕਮੇਟੀ ਬਣਾਈ, ਜੁਆਇੰਟ ਸੈਕਟਰੀ ਦੀ ਕਮੇਟੀ ਪੰਜਾਬ ਸਰਕਾਰ ਕੋਲ ਆਈ, ਔਰ ਇਹ ਕੋਰਟ 'ਚ ਵੀ ਅਸੀਂ ਲਿਖ ਕੇ ਦਿੱਤਾ ਹੈ ਕਿ ਸਾਨੂੰ ਸਟੇਟ ਗਵਰਨਮੈਂਟ ਦੇ ਆਫੀਸਰਸ ਰਿਕਾਰਡ ਨਹੀਂ ਦੇ ਰਹੇ। ਹੁਣ और ऐसे अलग प्रोसेस शुरू होएगा और निश्चित रूप से केंद्र सरकार और ते कमेटी बनाई है। ਅਸੀਂ ਤੇ ਸੀਬੀਆਈ ਇਨਕੁਆਇਰੀ ਅਸੀਂ ਵੀ ਕਿਹਾ ਸੀ, ਸਟੇਟ ਗਵਰਨਮੈਂਟ ਭੱਜ ਗਈ। ਅਸੀਂ ਤੇ ਸੀਬੀਆਈ ਇਨਕੁਆਇਰੀ ਅਸੀਂ ਵੀ ਚਾਹੁੰਦੇ ਹਾਂ ਕਿ ਸੀਬੀਆਈ ਇਨਕੁਆਇਰੀ ਹੋਵੇ, ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਨਿਕਲੇ। ਜਿਸ ਵਿਅਕਤੀ ਨੇ 63 ਕਰੋੜ ਰੁਪਈਆ ਉਜਾਗਰ ਕੀਤਾ ਹੈ ਉਹ ਵਿਅਕਤੀ ਆਈਐਸ ਅਫਸਰ ਹੈ ਔਰ ਪੰਜਾਬ ਸਰਕਾਰ ਦਾ ਅਤਿਰਿਕਤ ਮੁੱਖ ਸਚਿਵ ਹੈ। ਐਸੀ ਜੇ ਛੋਟੀ ਗੱਲ ਨਹੀਂ ਹੈਗੀ। ਔਰ ਰਿਕਾਰਡ ਤੇ ਉਹਨੇ ਮਿੰਨੀ ਮਹਾਜਨ ਜੀ ਨੂੰ ਲਿਖ ਕੇ ਭੇਜਿਆ ਕਿ ਇਹ ਫੈਕਟਸ ਨੇ, ਇਹ ਪੈਸਾ ਚੋਰੀ ਹੋਇਆ। ਉਹਨੇ ਵਰਡ ਯੂਜ਼ ਕੀਤਾ ਗਬਨ ਹੋਇਆ। ਸੀਬੀਆਈ ਦੀ ਨੋ ਐਂਟਰੀ, ਇੱਕ ਸਵਾਲ ਪੂਨਮ ਸਰ ਸੀਬੀਆਈ ਦੀ ਨੋ ਐਂਟਰੀ ਤੇ ਕੀ ਜਵਾਬ ਹੈ? ਭੈਣ ਜੀ पूनम भाट जी ने सीनियर I'm जर्नलिस्ट a senior journalist, Poonam Bhatt, and I've been talking to you because मैं शेरे पंजाब रेडियो चैनल ਦੀ ਇੰਡੀਅਨ ਕੋਰਸਪੋਂਡੈਂਟ ਹੈ। ਤੁਹਾਡੇ ਨਾਲ ਮੇਰਾ ਇਹ ਸਵਾਲ ਹੈ ਕਿ ਜਿਹੜੇ ਫਾਰਮਰਸ ਦੇ ਬਿੱਲਾਂ ਵਾਲਾ ਇਸ਼ੂ ਹੈਗਾ ਆ, ਇਹਦੇ ਤੇ ਇੰਨੇ ਬਿੱਲ ਐਂਬੀਗੂਅਸ ਕਿਉਂ ਆ ਕਿ ਫਾਰਮਰਸ ਇੰਨਾ ਪ੍ਰੋਟੈਸਟ ਕਰ ਰਹੇ ਆ? ਜਿਹੜੀ ਐਮਐਸਪੀ ਦੀ ਗੱਲ ਹੈ, ਵਾਈ ਇਜ਼ ਇਟ ਨਾਟ ਮੈਂਸ਼ਨਡ ਇਨ ਦ ਬਿੱਲ ਇਟਸੈਲਫ? ਪੀਪਲ ਸ਼ੁੱਡ ਬੀ ਵੈਰੀ ਸ਼ੋਰ ਆਫ ਇਟ ਕਿ ਵੀ ਐਮਐਸਪੀ ਹੈਗੀ ਆ। ਜਿਹੜਾ ਟ੍ਰੈਡੀਸ਼ਨਲ ਫਾਰਮ ਸਟਰਕਚਰ ਹੈ, ਆੜਤੀਏ ਹੈਗੇ ਆ, ਮਨੀ ਲੈਂਡਰਸ ਹੈ, ਉਹ ਸਾਰੇ ਐਗਜ਼ਿਸਟ ਕਰਦੇ ਆ। ਬਿਲਸ ਆਰ ਵੈਰੀ ਐਂਬੀਗੂਅਸ ਜਿੱਥੇ ਤੱਕ ਮੈਂ ਸਮਝ ਸਕਦੀ ਹਾਂ। ਭੈਣ ਜੀ ਥੈਂਕ ਯੂ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ। ਤੁਹਾਡਾ ਕੁਐਸਚਨ ਬਿਲਕੁਲ ਸਹੀ ਹੈ ਕਿ ਵੀ ਲਿਖਤ ਕਿਉਂ ਨਹੀਂ ਇਸ ਤਰ੍ਹਾਂ। ਭੈਣ ਜੀ ਇੱਕ ਐਗਜ਼ੀਕਿਊਟਿਵ ਆਰਡਰ ਹੈ, ਉਹ ਐਗਜ਼ੀਕਿਊਟਿਵ ਆਰਡਰ ਚੱਲਦਾ ਆ ਰਿਹਾ। ਇਹਨਾਂ ਬਿੱਲਾਂ 'ਚ ਉਹਦੀ ਡਿਨਾਇਲ ਨਹੀਂ ਹੈਗੀ। 1 ਨੰਬਰ 2 ਜਦੋਂ ਇਹ ਸਾਰੀ ਗੱਲਬਾਤ ਆਈ, ਹਿੰਦੁਸਤਾਨ ਦੇ ਕ੍ਰਿਸ਼ੀ ਮੰਤਰੀ ਨੇ ਲਿਖਤ ਚਿੱਠੀ, ਕਹੋਗੇ ਤਾਂ ਮੈਂ ਚਿੱਠੀ ਵੀ ਤੁਹਾਨੂੰ ਫਾਰਵਰਡ ਕਰ ਦਾਂਗਾ, ਰਿਟਨ ਲੈਟਰ ਜਾਰੀ ਕੀਤਾ। ਉਸ ਤੋਂ ਬਾਅਦ ਇਹ ਮੰਗ ਆਈ ਫਾਰਮਰਸ ਐਸੋਸੀਏਸ਼ਨ ਵੱਲੋਂ ਕਿ ਤੁਸੀਂ ਹਾਊਸ ਆਫ ਦੀ ਫਲੋਰ ਫਾਈਨਾਂਸ ਆਪਣਾ ਕ੍ਰਿਸ਼ੀ ਮੰਤਰੀ ਹਾਊਸ ਆਫ ਦੀ ਫਲੋਰ ਇਹ ਕਮਿਟ ਕਰੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਭ ਨਾਲੋਂ ਵੱਡੀ ਪੰਚਾਇਤ ਲੋਕਤੰਤਰ ਦੇ ਅੰਦਰ ਲੋਕ ਸਭਾ ਹੈ। ਔਰ ਲੋਕ ਸਭਾ ਦੇ ਵਰਡਸ ਮੇਰੇ ਭਾਜੀ ਤੇ ਤੀਜੀ ਵਾਰੀ ਭਾਜੀ ਦੂਜੀ ਰੱਬ ਕਰੇ ਦੂਜੀ ਵਾਰੀ ਨੇ ਇਹਨਾਂ ਨੇ ਉੱਥੇ ਜਿਹੜੀ ਗੱਲ ਕਹਿਤੀ ਉਹ ਰਿਕਾਰਡ ਹੈ, 50 ਸਾਲ ਬਾਅਦ ਵੀ ਨਿਕਲ ਸਕਦਾ। ਉੱਥੇ ਕਹੋ ਜੀ ਨਰਿੰਦਰ ਸਿੰਘ ਤੋਮਰ ਜੀ ਨੇ ਉੱਥੇ ਕਿਹਾ ਕਿ ਐਮਐਸਪੀ ਥਾ ਹੈ ਵ ਰਹੇਗਾ। ਉਸ ਤੋਂ ਬਾਅਦ ਗੱਲ ਹੈ ਕਿ ਪ੍ਰਾਈਮ ਮਿਨਿਸਟਰ ਦੇ ਮਾਊਥ ਚੋਂ ਆਏ। ਪ੍ਰਾਈਮ ਮਿਨਿਸਟਰ ਨੇ ਪੰਜਾਬੀ 'ਚ ਹਿੰਦੀ 'ਚ ਦੋਨਾਂ 'ਚ ਟਵੀਟ ਵੀ ਕੀਤਾ ਔਰ ਉਹਨਾਂ ਮਾਊਥ ਉਹਨਾਂ ਨੇ ऑफिशियली किया कि ये एमएसपी भी रहेगी, मंडी भी रहेगी, ये उसके अलावा है जो चाहे उस। हाँ ਹੁਣ ਤੁਸੀਂ ਕਹਿ ਰਹੇ ਹੋ ਕਿ ਅੰਦੋਲਨ ਕਿਉਂ ਹੋ ਰਿਹਾ। ਅੰਦੋਲਨ ਭੈਣ ਜੀ ਮੈਂ ਤੁਹਾਨੂੰ ਤਾਂ ਦੱਸਿਆ ਹੈ, ਦੇਖੋ ਅੰਦੋਲਨ ਖੜਾ ਕੀਤਾ ਗਿਆ, ਸਰਕਾਰੀ ਆਰਡਰਸ ਨਾਲ ਖੜਾ ਕੀਤਾ ਗਿਆ। ਕਹਿ ਕੇ ਯੂਨੀਅਨਾਂ ਦੀਆਂ ਮੀਟਿੰਗਾਂ ਪੰਜਾਬ ਭਵਨ 'ਚ ਬੁਲਾ ਕੇ ਅੰਦੋਲਨ ਖੜਾ ਕੀਤਾ ਹੈ, ਕਿਉਂਕਿ ਪੰਜਾਬ ਦੀ ਸਰਕਾਰ ਇੱਕ
ਕਿਤਾਬ ਮੈਂ ਤੁਹਾਡੇ ਅੱਗੇ ਰੱਖਣਗਾ। ਇਹ ਮੇਰੇ ਵੀਰ ਜੀ ਗੱਲ ਕਰ ਰਹੇ ਸੀ, ਮੈਂ ਕਿਤਾਬ ਲੈ ਕੇ ਆਇਆ। ਇਹਦੇ ਵਿੱਚ ਜਿੰਨੇ ਵਾਅਦੇ ਕੀਤੇ ਨੇ 9/1/2017 ਨੂੰ ਸਰਦਾਰ ਮਨਮੋਹਨ ਸਿੰਘ ਜੀ ਦੀ ਪ੍ਰੈਜ਼ੈਂਸ, ਇਹ 'ਚ ਵਾਅਦਾ ਹੈ ਕਿ 70 ਲੱਖ ਲੋਕਾਂ ਨੂੰ ਨੌਕਰੀਆਂ ਦੇਵਾਂਗੇ। ਇਹ ਪੰਜਾਬ ਦੇ ਐਮਪੀ ਨੇ, ਤੁਸੀਂ ਦੋਨੋਂ ਬਹੁਤ ਵੱਡੇ ਸੰਪਾਦਕ ਹੋ, ਐਂਕਰ ਨੇ। ਦੱਸੋ ਇਹਨੂੰ 10 ਨਾਲ ਤਕਸੀਮ ਕਰ ਲਈਏ, 100 ਨਾਲ ਤਕਸੀਮ ਕਰ ਲਈਏ, ਪੰਜਾਬ 'ਚ ਨੌਕਰੀਆਂ ਮਿਲੀਆਂ। ਇਹ 'ਚ ਲਿਖਿਆ ਹਰ ਘਰ ਹਰ ਨੌਜਵਾਨ ਨੂੰ ਮੋਬਾਈਲ ਦੇਵਾਂਗੇ, ਮਿਲਿਆ। 90,000 ਕਰੋੜ ਦਾ ਕਿਸਾਨੀ ਕਰਜ਼ਾ ਉਹ ਕਹਿੰਦੇ ਮੈਂ ਕੱਲੀ ਕੋਲਮ ਪੜ੍ਹ ਕੇ ਉਹ ਤੇ ਜਨਤਾ ਜਵਾਬ ਦੇ ਦੇਗੀ। ਮੇਰਾ ਉਹਨਾਂ ਨੇ ਪੁੱਛਿਆ ਨਾ ਜਨਤਾ ਕਿ ਕਿਉਂ ਉਹਨਾਂ ਨੇ ਕੀਤਾ, ਸਮੇਂ ਦੀ ਉਹਨਾਂ ਥੋੜੀ ਨੇ ਘਾਟ ਅੰਦੋਲਨ ਹੈ। ਇਸ ਪਿੱਛੇ ਖੜਾ ਕੀਤਾ ਹੈ, ਜਨਤਾ ਕਿ ਉਹਨਾਂ ਕੋਲ ਜਵਾਬ ਜੇ ਨਹੀਂ ਵਾਅਦੇ Thank ਪੂਰੇ you। ਹੋਣਗੇ। ਅੱਛਾ, ਇੱਕ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਦੇ ਦਿਓ। ਭਗਵੰਤ ਮਾਨ ਜੀ ਮੈਨੂੰ ਕਹਿ ਰਹੇ ਸੀ ਨੂੰਹ ਸੱਸ ਦੀ ਲੜਾਈ ਹੈ। ਮੈਨੂੰ ਦੱਸੋ ਅਕਾਲੀ ਦਲ ਤੇ ਬੀਜੇਪੀ ਚ ਨੂੰਹ ਕਿਹੜੀ ਤੇ ਸੱਸ ਕਿਹੜੀ ਹੈ? ਐਸਾ ਹੈ ਪਹਿਲਾਂ 9 ਮਾਸ ਦਾ ਰਿਸ਼ਤਾ ਸੀ, ਉਹ ਨੂੰ ਸੱਸ ਚ ਬਦਲ ਗਿਆ। ਹੁਣ ਅਕਸਰ ਡਿਬੇਟਾਂ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦੇ ਜਿਹੜੇ ਉਹ ਤੂੰ ਮਾੜਾ ਹੈ, ਉਹ ਤੂੰ ਕੀ ਕੀਤਾ ਸੀ, ਤੂੰ ਕੀ। ਸੋ ਮੈਂ ਤਾਂ ਜਗਦੀਪ ਜੀ ਇਸ ਤੋਂ ਪਹਿਲਾਂ ਕਿ ਚੁਗ ਸਾਹਿਬ ਕਹਿਣ, ਮੈਂ ਇੰਨਾ ਹੀ ਕਹਿਣਾ ਚਾਹੂੰਗਾ, ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ, ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਜਿਹੜੀ ਮਰਜ਼ੀ ਪਾਰਟੀ ਲੜੇ, ਭਾਵੇਂ ਕੱਲ ਨੂੰ ਕੋਈ ਪਾਰਟੀ ਬਣੇ 117 ਲੜੇ, 100 ਲੜੇ, 70 ਲੜੇ, ਪਰ ਦਿੱਲੀ ਤੋਂ ਇੱਕ ਸਬਕ ਜ਼ਰੂਰ ਸ਼ਾਇਦ ਵੋਟਰ ਨੇ ਲੈ ਲਿਆ, ਤਾਂ ਲੀਡਰਾਂ ਨੂੰ ਵੀ ਲੈਣਾ ਚਾਹੀਦਾ ਹੈ ਕਿ ਜੇ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਹੈ, ਕਿਰਪਾ ਕਰਕੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਹੈ, ਉਹ ਮੁੱਦਿਆਂ ਤੇ ਆਧਾਰਿਤ ਲੜੇ, ਉਹ ਸਕੂਲਾਂ ਦੇ ਨਾਂ ਤੇ ਲੜੇ, ਉਹ ਹਸਪਤਾਲਾਂ ਦੇ ਨਾਂ ਤੇ ਲੜੇ, ਉਹ ਉਹ ਬੈਟਰ ਹੈਲਥ ਦੇ ਨਾਂ ਤੇ ਲੜੇ, ਉਹ ਬੇਰੁਜ਼ਗਾਰੀ ਦੇ ਨਾਂ ਤੇ ਲੜੇ, ਉਹ ਕਰਪਸ਼ਨ ਦੇ ਨਾਂ ਤੇ ਲੜੇ, ਉਹ ਪੰਜਾਬ ਦੀ ਜਿਹੜੀ ਇਕਨੋਮੀ ਡਿੱਗ ਰਹੀ ਹੈ, ਜਿਹੜਾ ਪੰਜਾਬ ਕਰਜ਼ਾਈ ਹੋ ਰਿਹਾ, ਉਹਨੂੰ ਕਿਵੇਂ ਆਪਾਂ ਉਸ ਕਰਜ਼ੇ ਚੋਂ ਕੱਢੀਏ, ਉਹਦੇ ਨਾਂ ਤੇ ਲੜੇ। ਧਰਮ ਜਾਂ ਕੋਈ ਫਿਰਕੇ ਦੇ ਨਾਂ ਤੇ ਜਾਂ ਕੋਈ ਅੱਗ ਲਾਉਣ ਦੀਆਂ ਜਾਂ ਕੋਈ ਵੰਡ ਪਾਉਣ ਦੀਆਂ ਨੀਤੀਆਂ ਤੇ ਨਾ ਲੜੇ। ਮੈਂ ਇਹ ਗੱਲ ਪਾਰਲੀਮੈਂਟ 'ਚ ਵੀ ਬੋਲੀ ਸੀ ਜਦੋਂ ਇਸ ਤਰ੍ਹਾਂ ਦੇ ਕਾਨੂੰਨ ਆਉਂਦੇ ਨੇ। ਮੈਂ ਕਿਹਾ ਸੀ ਲੰਬੇ ਸਫ਼ਰ को मीलों में मत बांटिए, कौम को कबीलों में मत बांटिए, एक बहता दरिया है मेरा भारत देश, इसको नदियों और झीलों में मत बांटिए। ठीक है मान साहब, वो एक सवाल आ रहा ਤੁਹਾਡੇ ਕੋਲ। ਭੈਣ ਜੀ ਮੇਰੇ ਕੋਲ ਕੁਐਸਚਨ ਪੁੱਛਿਆ ਸੀ, ਇਹਨਾਂ ਨੂੰ ਜਵਾਬ ਲੈ ਲਿਆ, ਮੇਰੇ ਕੋਲ ਨਹੀਂ ਲੈਣਾ। ਚਲੋ ਉਹਨਾਂ ਦੀ ਜਿਹੜੀ ਐਸਾ ਸੀਰੀਅਸ ਬੀਜੇਪੀ ਨੂੰ ਨਾ ਲਓ। ਚੁਗ ਸਾਹਿਬ, ਇੱਕ 2022 ਚੁਗ ਦਾ ਸਾਹਿਬ ਰਿਜ਼ਲਟ ਆਉਣਾ। ਇੱਕ ਲਾਸਟ ਕੁਐਸਚਨ ਹੋਰ ਲੈ ਲਈਏ, ਦੋਨਾਂ ਦਾ ਆਨਸਰ ਦੇ ਦਿਓ, ਫਿਰ ਖਤਮ ਕਰੀਏ। ਸ਼ਾਇਦ ਉਹ ਮੇਰੇ ਨਾਲ ਹੀ ਉਹਨੂੰ ਕਲੱਬ ਕਰ ਲਓ। ਨਹੀਂ, ਇੱਕ ਲੈ ਲਈਏ ਮਿੰਟ ਫਿਰ ਪਹਿਲੇ ਮੇਰੀ ਗੱਲ, ਹਾਂ ਭੈਣ ਜੀ ਗੱਲ ਸੁਣੋ। ਗੱਲ ਕੀ ਹੈ, ਅੱਛਾ ਰਿਸ਼ਤਾ क्या कहलाता है, ਇਹਨਾਂ ਨੇ ਕੁਐਸਚਨ ਪੁੱਛਿਆ। ਮੈਂ ਪੁੱਛਣਾ ਚਾਹਨਾ, ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਸਹੁੰ ਖਾਦੀ ਕਿ ਮੈਂ ਆਪਣੇ ਬੱਚਿਆਂ ਦੀ ਸਹੁੰ ਖਾਨਾ ਕਿ ਮੈਂ ਕਾਂਗਰਸ ਪਾਰਟੀ ਨਾਲ ਜਾਂ ਬੀਜੇਪੀ ਨਾਲ ਗਠਬੰਧਨ ਨਹੀਂ ਬਣਾਵਾਂਗਾ। ਇਹਨਾਂ ਨੇ ਸਰਕਾਰ ਚਲਾਈ, 6 ਮਹੀਨਿਆਂ ਤੋਂ ਪਹਿਲੇ ਤੋੜਤੀ। ਉਹ ਰਿਸ਼ਤਾ क्या कहलाता था? ਦੂਸਰੀ ਭਾਜੀ ਪਲੀਜ਼, ਮੈਂ ਤੁਹਾਡੇ ਇੰਟਰਪਟ ਨਹੀਂ ਕੀਤਾ। 6 ਮਹੀਨੇ ਕਿਉਂ ਨਹੀਂ ਮੈਂ ਕਹਿੰਦੀ ਮੈਂ ਤੁਹਾਡੇ ਤੇ ਇੰਟਰਪਟ ਹੀ ਨਹੀਂ ਕੀਤਾ, ਤੁਸੀਂ ਅੱਧਾ ਘੰਟਾ ਬੋਲਦੇ। ਸਵਾਲ ਹੈ ਕਿ ਰਾਜਨੀਤਿਕ ਪਾਰਟੀਆਂ ਕੁਝ ਏਜੰਡਿਆਂ ਤੇ ਇਕੱਠੀਆਂ ਹੁੰਦੀਆਂ, ਕੁਝ ਏਜੰਡਿਆਂ ਤੇ ਕੰਮ ਕਰਦੀਆਂ। ਜੇ ਪਰ ਇਹ ਐਗਜ਼ਾਮਪਲ ਨਹੀਂ ਕਿਲੇ ਮਿਲੇਗੀ ਕਿ ਇੱਕ ਪਾਰਟੀ ਦੇ ਚੀਫ ਨੇ ਆਪਣੇ ਬੱਚਿਆਂ ਦੀ ਸਹੁੰ ਖਾਧੀ ਹੋਵੇ ਔਰ ਉਸ ਪਾਰਟੀ ਦੇ ਨਾਲ ਮਿਲ ਕੇ ਫਿਰ ਸਰਕਾਰ ਵੀ ਬਣਾਈ ਹੋਵੇ ਔਰ ਫਿਰ ਛੱਡੀ ਵੀ ਹੋਵੇ। ਠੀਕ ਹੈ, ਸਾਡਾ ਰਿਸ਼ਤਾ ਰਿਹਾ ਕਾਮਨ ਏਜੰਡੇ ਦਾ ਰਿਸ਼ਤਾ ਰਿਹਾ, ਇੱਕ ਏਜੰਡੇ ਤੇ ਕੰਮ ਅਸੀਂ ਕੀਤਾ ਔਰ ਇਹ 'ਚ ਕੋਈ ਡਿਨਾਇਲ ਨਹੀਂ ਸੀ। ਲਗਭਗ 1 ਦਰਜਨ ਚੁਣਾਵ ਇਕੱਠੇ ਲੜੇ। ਅੱਜ ਅਸੀਂ ਅਲੱਗ-ਅਲੱਗ ਔਰ ਜਿਹੜੇ ਅਲੱਗ ਹੋਏ ਨੇ ਸਾਡੇ ਉੱਤੇ, ਅਸੀਂ ਅੱਜ ਨਿਤਿਸ਼ ਕੁਮਾਰ ਜੀ ਤੋਂ ਜ਼ਿਆਦਾ ਸਾਡੀਆਂ ਸੀਟਾਂ ਨੇ, ਲੇਕਿਨ ਸਾਡੇ ਚੀਫ ਮਿਨਿਸਟਰ ਕੈਂਡੀਡੇਟ ਉਹ ਨੇ, ਉਹਨਾਂ ਨਾਲ ਅਸੀਂ ਸਰਕਾਰ ਬਣਾਈ ਹੈ। ਐਸੀ ਜੇ ਭਾਰਤੀ ਜਨਤਾ ਪਾਰਟੀ ਆਪਣੇ ਆਦਰਸ਼ਾਂ ਤੇ ਆਪਣੇ ਮੁੱਦਿਆਂ ਤੇ ਕੰਮ ਕਰਦੀ ਹੈ ਔਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੰਜਾਬ ਦਾ ਚੁਣਾਵ ਅੱਜ ਲੋੜ ਹੈ ਪੰਜਾਬ ਦੇ ਨੌਜਵਾਨ ਨੂੰ ਦੱਸਣ ਦੀ ਕਿ ਤੈਨੂੰ ਤੇਰਾ ਭਵਿੱਖ ਕੀ ਹੈ। ਅਸੀਂ ਰਿਪਰੈਜ਼ੈਂਟ ਕਰਾਂਗੇ ਉਸ ਕੌਂਸਟੀਟਿਊਂਸੀ ਨੂੰ। ਅਸੀਂ ਪੰਜਾਬ ਦੇ ਅੰਦਰ ਅੱਜ 10 ਰੁਪਏ ਯੂਨਿਟ ਰੇਟ ਹੈ ਬਿਜਲੀ ਦਾ ਪੰਜਾਬ 'ਚ। ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ 3 ਰੁਪਏ ਯੂਨਿਟ ਦਿੱਲੀ 'ਚ ਵੇਚ ਰਹੀ ਹੈ, ਪੰਜਾਬ 'ਚ ਪਹੁੰਚਦੇ ਆ ਕਿਹੜੇ 7 ਰੁਪਏ ਪੈਂਦੇ ਨੇ। ਕਿਉਂ ਪੈਂਦੇ ਨੇ 7 ਰੁਪਏ? ਅਸੀਂ ਪੰਜਾਬ ਕੇਂਦਰ ਸਰਕਾਰ ਵੀ ਤੁਹਾਡੀ ਸਰਕਾਰ ਸੀ ਜਦੋਂ ਇਹ ਮੈਮੋਰੈਂਡਮ, ਸਰ ਮੈਂ ਤੇ 22 ਦੀ ਜਦੋਂ ਤੁਹਾਡੀ ਪੰਜਾਬ ਸਰਕਾਰ ਸੀਗੀ ਅਕਾਲੀ ਦਲ ਦੇ ਨਾਲ, ਜਦੋਂ ਨਹੀਂ ਮੈਂ ਤੁਹਾਡੇ ਸਵਾਲ ਦਾ ਜਵਾਬ ਤੇ ਦੇ ਸਕਦਾ ਨਾ। ਮੇਰੇ ਵੀ ਸਵਾਲਾਂ ਦਾ ਜਵਾਬ ਦੇਣਾ ਜਵਾਬ ਨਹੀਂ ਵੀ ਦਿੱਤਾ। ਤੁਸੀਂ ਕਹਿ ਰਹੇ ਹੋ ਜੀ ਜਿਹੜੇ 10 ਰੁਪਏ ਯੂਨਿਟ ਹੈ ਉਹ ਤੁਹਾਡੀ ਸਰਕਾਰ ਨੇ ਕੀਤੇ ਸੀ ਅਕਾਲੀ ਦਲ ਨਾਲ। ਮੇਰੀ ਗੱਲ ਸੁਣ ਲਓ, ਨਵੇਂ ਤੇ ਹੋਏ ਨਹੀਂ ਰੇਟ। ਸਰ ਦੇਖੋ, ਇਹਨਾਂ ਨੇ 5 ਮਿੰਟ ਬੋਲਣਾ ਚਾਹੀਦਾ ਆਈ ਇਸੇ ਪਿੱਛੇ, ਲੇਕਿਨ ਇਹਨਾਂ ਨੂੰ ਤੁਸੀਂ ਕਾਊਂਟਰ ਕੁਐਸਚਨ ਨਹੀਂ ਕੀਤਾ। ਇਹਨਾਂ ਨੇ ਅਸੀਂ ਨਾ ਸੈਂਟਰ ਸਰਕਾਰ ਚ ਨਾ ਪੰਜਾਬ ਸਰਕਾਰ ਪਹਿਲਾਂ ਇਹਨਾਂ ਨੂੰ ਕਾਊਂਟਰ ਆ ਗਏ ਉੱਤੇ ਅਸੀਂ ਵੀ ਗੱਲ ਤਾਂ ਆ ਗਈ ਨਾ ਜੀ। ਪਹਿਲਾਂ ਬਹੁਤ ਕਾਊਂਟਰ ਸਵਾਲ ਕਰ ਚੁੱਕੇ ਸੀ। ਹੁਣ ਮੇਰੀ ਗੱਲ ਤੁਸੀਂ ਲੇਟ ਆਏ ਸੀ। ਮੇਰੀ ਗੱਲ ਸੁਣੋ ਸੰਧੂ ਸਾਹਿਬ, ਅਸੀਂ 10 ਰੁਪਏ ਯੂਨਿਟ 22 ਦੇ ਵਿੱਚ ਸਾਡਾ ਵਾਅਦਾ ਹੈ ਹੋਰ ਵੀ ਆਣ ਕਿ ਪੰਜਾਬ 'ਚ ਇਲੈਕਟ੍ਰਿਸਿਟੀ ਰਿਫਾਰਮਸ ਦੀ ਜ਼ਰੂਰਤ ਹੈ। ਕਿੱਥੇ ਹੈ ਚੋਰੀ?
ਅਸੀਂ ਕਿੰਨੀ ਦੇਰ ਪੰਜਾਬ ਦੇ ਉਪਭੋਗਤਾ ਨੂੰ, ਚਾਹੇ ਉਹ ਸ਼ਹਿਰੀ ਹੋਵੇ ਚਾਹੇ ਗ੍ਰਾਮੀਣ ਹੋਵੇ, ਅਸੀਂ ਕਿਉਂ ਨਹੀਂ ਖੇਤ ਨੂੰ 365 ਦਿਨ 24 ਘੰਟੇ ਇਲੈਕਟ੍ਰਿਸਿਟੀ ਦੇ ਸਕਦੇ? ਅਸੀਂ ਦਿਆਂਗੇ। ਅਸੀਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਉੱਤੇ ਕਿੰਨੀ ਗੱਲਬਾਤ ਹੋਈ, ਕਈ ਪਾਰਟੀਆਂ ਨਸ਼ਿਆਂ ਦੇ ਉੱਤੇ ਬਣੀਆਂ ਉੱਠ ਗਈਆਂ, ਸੌਹਾਂ ਖਾਧੀਆਂ ਗਈਆਂ, ਹਰ ਗੁਰਦੁਆਰਾ ਸਾਹਿਬ ਨੂੰ ਮੂੰਹ ਕਰਕੇ ਹੱਥਾਂ 'ਚ ਧਾਰਮਿਕ ਗ੍ਰੰਥ ਲੈ ਕੇ। ਕਿਉਂ ਨਹੀਂ ਕੁਐਸਚਨ ਪੁੱਛੇ ਜਾ ਰਹੇ? ਕਿੱਥੇ ਹੈ ਕੈਪਟਨ ਸਾਹਿਬ? ਉਹ 4 ਹਫ਼ਤੇ, ਫਿਰ 4 ਹਫ਼ਤਿਆਂ ਦੇ 8 ਹਫ਼ਤੇ, ਫਿਰ ਡੋਪ ਟੈਸਟ, ਫਿਰ ਵਿਦੇਸ਼, ਫਿਰ ਫੋਰਨ ਟੈਸਟ ਆ ਰਿਹਾ। ਅੱਜ ਤੇ ਕੈਪਟਨ ਸਾਹਿਬ ਦੀ ਜਾਨ ਵਾਲੀ ਪਾਰਟੀ ਤੈਅ ਹੋ ਗਈ। ਹੁਣ ਤੇ ਉਹ ਜਿਹੜੀ ਕਹਿੰਦੇ ਨਾ ਜਾਨ ਵਾਲੇ ਮੁਸਾਫਿਰ, ਉਹ ਜਾਨ ਵਾਲੇ ਮੁਸਾਫਿਰ ਹੈ। ਇੱਕ ਸਵਾਲ ਦਾ Sir, ਇੱਕ ਸਵਾਲ ਲਾਸਟ ਸਵਾਲ ਦਾ ਜਵਾਬ ਲੈ ਲਈਏ। ਮੇਰਾ ਸਵਾਲ ਸਰ, ਮੈਂ ਕੁਦਰਤਜੋਤ ਕੌਰ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਹਾਂ। ਮੇਰਾ ਸਵਾਲ ਭਗਵੰਤ ਮਾਨ ਸਾਹਿਬ ਨੂੰ ਹੈ। ਸਰ, ਨੈਸ਼ਨਲ ਐਜੂਕੇਸ਼ਨ ਪਾਲਿਸੀ ਬਾਰੇ ਤੁਹਾਡੇ ਕੀ ਵਿਚਾਰ ਨੇ? ਜੇ ਤੁਸੀਂ ਇਸ ਪਾਲਿਸੀ ਦਾ ਸਮਰਥਨ ਕਰਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਪੰਜਾਬ ਵਿੱਚ ਇਸ ਟਾਈਮ ਆਪੋਜੀਸ਼ਨ ਵਿੱਚੋਂ, ਤਾਂ ਪੰਜਾਬ ਸਰਕਾਰ ਨੂੰ ਤੁਹਾਨੂੰ ਆਗਰੇ ਕਰਨਾ ਚਾਹੀਦਾ, ਤੁਹਾਨੂੰ ਪੰਜਾਬ ਸਰਕਾਰ ਨੂੰ ਆਗਰੇ ਕਰਨਾ ਚਾਹੀਦਾ ਕਿ ਉਹ ਇਸ ਪਾਲਿਸੀ ਨੂੰ ਇੰਪਲੀਮੈਂਟ ਕਰੇ। ਤੇ ਜੇ ਤੁਸੀਂ ਇਸ ਪਾਲਿਸੀ ਦੇ ਅਗੇਂਸਟ ਹੋ ਤਾਂ ਔਨ ਵਾਟ ਗਰਾਊਂਡਸ ਆਰ ਯੂ ਰਿਜੈਕਟਿੰਗ ਦਿਸ ਪਾਲਿਸੀ? ਦੇਖੋ, ਐਜੂਕੇਸ਼ਨ, ਹੈਲਥ ਤੇ ਐਗਰੀਕਲਚਰ ਇਹ ਸਟੇਟ ਸਬਜੈਕਟ ਨੇ। ਆਲਰੇਡੀ ਸਾਡੇ ਕੋਲੋਂ ਹੈਲਥ ਤਾਂ ਸਾਡੇ ਕੋਲੋਂ ਲੈ ਕੇ ਪਹਿਲਾਂ ਹੀ, ਅੱਜ ਜੇ ਅਸੀਂ ਪੀਜੀਆਈ ਬਣਾਉਣਾ ਹੋਵੇ ਕਿਤੇ ਸਾਨੂੰ ਸੈਂਟਰ ਵੱਲ ਦੇਖਣਾ ਪਊ। ਐਗਰੀਕਲਚਰ ਆ ਬਿੱਲ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ। ਬਿਜਲੀ ਜਿਹੜੀ ਹੈ ਉਹ ਵੀ ਸਟੇਟ ਸਬਜੈਕਟ ਹੈ, ਉਹਦੇ ਬਾਰੇ ਵੀ ਬਿੱਲ ਅਮੈਂਡਮੈਂਟ 2020 ਤਿਆਰ ਹੈ। ਐਜੂਕੇਸ਼ਨ ਦਾ ਜਿੱਥੇ ਤੱਕ ਸਵਾਲ ਹੈ ਉਹਦੇ ਵਾਸਤੇ ਵੀ ਸੈਂਟਰ ਵੱਲੋਂ ਸਿਲੇਬਸ ਬਦਲ ਦਿੱਤਾ ਜਾਂਦਾ ਹੈ। ਸਿਲੇਬਸ ਨਾਲ ਸਾਡੀ ਹਿਸਟਰੀ ਨਾਲ ਛੇੜਛਾੜ ਕੀਤੀ ਜਾਂਦੀ ਹੈ। ਅਸੀਂ ਸਿਰਫ ਨਿੰਦਾ ਕਰਨ ਜੋਗੇ ਰਹਿ ਜਾਂਦੇ ਹਾਂ। ਸੋ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਨਲੈਸ ਉਹ ਸਟੇਟਾਂ ਦੇ ਅਧਿਕਾਰਾਂ ਨੂੰ ਨਾ ਛੇੜਦੀ ਹੋਵੇ ਤਾਂ ਠੀਕ ਹੈ। ਜੇ ਸਟੇਟ ਸਿਰਫ ਜਿਵੇਂ ਜੀਐਸਟੀ ਹੈ, ਜੀਐਸਟੀ ਕੀ ਹੈ? ਜੀਐਸਟੀ ਅਸੀਂ ਸੈਂਟਰ ਨੂੰ ਦਿੰਦੇ ਹਾਂ ਟੈਕਸ ਇਕੱਠਾ ਕਰਕੇ, ਬਾਅਦ ਚ ਆਪਣਾ ਮੰਗਣ ਵਾਸਤੇ ਉਹਨਾਂ ਦੀ ਮਿਹਨਤਾਂ ਕਰਦੇ ਹਾਂ ਕਿ ਸਾਡੇ ਵਾਲਾ ਤਾਂ ਮੋੜ ਦਿਓ ਜੀ। ਸੋ ਫੈਡਰਲ ਸਟਰਕਚਰ ਜਿਹੜਾ ਹੈ ਉਹਨੂੰ ਜਿੰਨਾ ਚਿਰ ਕੋਈ ਵੀ ਪਾਲਿਸੀ ਡੈਮੇਜ ਨਹੀਂ ਕਰਦੀ ਉਹਨਾਂ ਚਿਰ ਠੀਕ ਹੈ। ਜੇ ਫੈਡਰਲ ਸਟਰਕਚਰ ਨੂੰ, ਰਾਜਾਂ ਦੇ ਅਧਿਕਾਰਾਂ ਨੂੰ ਕੋਈ ਵੀ ਜਿਹੜੀ ਪਾਲਿਸੀ ਹੈ, ਚਾਹੇ ਉਹ ਐਜੂਕੇਸ਼ਨ ਪਾਲਿਸੀ ਹੈ ਚਾਹੇ ਐਗਰੀਕਲਚਰ ਪਾਲਿਸੀ ਹੈ, ਉਹ ਡੈਮੇਜ ਕਰਦੀ ਹੈ ਤਾਂ ਅਸੀਂ ਉਹਦਾ ਉਸ ਬੇਸ ਤੇ, ਅਸੀਂ ਸੰਵਿਧਾਨਿਕ ਬੇਸ ਤੇ ਅਸੀਂ ਉਹਦਾ ਵਿਰੋਧ ਕਰਾਂਗੇ। ਠੀਕ ਹੈ, ਤਰੁਣ ਚੁਗ ਜੀ। ਇੱਕ ਗੱਲ ਤੁਹਾਡੇ ਧਿਆਨ 'ਚ ਰਵੇ, ਬੜਾ ਵੱਡਾ ਵਹਿਮ ਪਾਇਆ। ਜੀਐਸਟੀ 'ਚ 2 ਤਰ੍ਹਾਂ ਦੇ ਟੈਕਸ ਨੇ, ਇੱਕ ਸਟੇਟ ਟੈਕਸ ਹੈ, ਇੱਕ ਸੈਂਟਰ ਟੈਕਸ ਹੈ, ਔਰ ਆ ਕਨਕਲੂਡ ਜੀਐਸਟੀ ਹੈ। ਜਿਹੜਾ ਸਾਡਾ ਸ਼ੇਅਰ ਐਜ਼ ਏ ਸਟੇਟ ਉਹ ਸਾਡੇ ਅਕਾਊਂਟ 'ਚ ਰਹਿੰਦਾ, ਉਹ ਸਾਨੂੰ ਹੀ ਮਿਲਦਾ। ਝਗੜਾ ਇਸ ਗੱਲ ਦਾ ਹੈ ਕਿ ਇੱਕ ਸਮਝੌਤਾ ਹੋਇਆ ਸੀ ਕਿ ਜਦੋਂ ਜੀਐਸਟੀ ਲਾਗੂ ਹੋ ਰਹੀ ਹੈ, ਜਿਨ੍ਹਾਂ ਇੱਕ ਟੈਕਸ ਜਦੋਂ ਕਰਾਂਗੇ, ਕੁਝ ਚੀਜ਼ਾਂ 'ਚ ਸਾਡੀ ਸਟੇਟ ਜ਼ਿਆਦਾ ਟੈਕਸ ਲੈਂਦੀ ਸੀ, ਸਾਨੂੰ ਪਿੱਛੇ ਆਣਾ ਪਿਆ, ਔਰ ਇਹ ਬਦਲੇ 'ਚ ਸੈਂਟਰ ਸਾਨੂੰ ਕੁਛ ਨਾ ਕੁਛ ਮਦਦ ਕਰੇਗਾ। ਮਦਦ ਦੀ ਟੈਕਸ ਦੀ ਪੇਮੈਂਟ ਰੁਕਦੀ ਹੈ। ਤੁਹਾਡੀ ਸਾਡੀ ਸਟੇਟ ਦੀ ਫੈਡਰਲ ਸਿਸਟਮ ਸਲੂਟ ਹੈ ਡਾਕਟਰ ਭੀਮ ਰਾਓ ਅੰਬੇਦਕਰ ਨੂੰ। ਉਹਨਾਂ ਨੇ ਇੰਨਾ ਜ਼ਬਰਦਸਤ ਬਣਾਇਆ ਕਿ ਹਿੰਦੁਸਤਾਨ ਦੇ ਅੰਦਰ ਅੱਜ ਵੀ ਫੈਡਰਲ ਸਿਸਟਮ ਤੇ ਉਂਗਲ ਨਹੀਂ। ਗੱਲ ਰਹੀ ਹੈਲਥ, ਸੈਂਟਰ ਵੀ ਹੈਲਥ ਮਿਨਿਸਟਰੀ ਔਰ ਸਟੇਟ ਵੀ ਹੈਲਥ ਮਿਨਿਸਟਰੀ। ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਸਟੇਟ ਨੇ ਚਲਾਣਾ ਹੈ, ਪੀਜੀਆਈ ਸੈਂਟਰ ਨੇ ਚਲਾਣਾ। ਜੇ ਸਟੇਟ ਨੂੰ ਹੈਲਪ ਦੇਣ ਵਾਸਤੇ ਕੇਂਦਰ ਸਰਕਾਰ ਕੋਈ ਨੈਸ਼ਨਲ ਲੈਵਲ ਤੇ ਰਿਫਾਰਮਸ ਲਿਆਂਦੀ ਹੈ, ਨਰਸਿੰਗ ਤੇ ਲਿਆਂਦੀ ਹੈ, ਮਹਿਲਾਵਾਂ ਦੇ ਟੀਕਾਕਰਨ ਤੇ ਲਿਆਂਦੀ ਹੈ, ਬੱਚਿਆਂ ਦੇ ਟੀਕਾਕਰਨ ਤੇ ਲਿਆਂਦੀ ਹੈ, ਉਹ ਸਟੇਟ ਨੂੰ ਹੈਲਪ ਕਰਦੀ ਹੈ। ਇੰਪਲੀਮੈਂਟਿੰਗ ਏਜੰਸੀ ਸਟੇਟ ਹੀ ਹੁੰਦਾ। ਮਾਫੀ ਚਾਹਨਾ, ਤੁਸੀਂ ਮੇਰੇ ਤੋਂ ਸੀਨੀਅਰ ਹੋ, ਲੇਕਿਨ ਆਪਾਂ ਗਲਤ ਗੱਲ ਜਦੋਂ ਕਰਨੇ ਆ। ਹੁਣ ਤੁਸੀਂ ਕਹਿ ਰਹੇ ਹੋ ਐਜੂਕੇਸ਼ਨ, ਜਦੋਂ ਇੱਕ ਸੈਂਟਰ ਯੂਨੀਵਰਸਿਟੀ ਐਸੇ ਕਾਨੂੰਨ ਸੈਂਟਰ ਨੇ ਬਣਾਉਣਾ ਹੈ। ਲੋਕਲ ਸਕੂਲ, ਪ੍ਰਾਇਮਰੀ ਸਕੂਲ ਕਿਸ ਤਰ੍ਹਾਂ ਚੱਲੇਗਾ? ਪ੍ਰਾਇਮਰੀ ਸਕੂਲ ਸਟੇਟ ਨੇ ਬਣਾਉਣਾ। ਹਰ ਇੱਕ ਦਾ ਕੰਮ ਵੰਡਿਆ ਹੈ, ਔਰ ਮੈਂ ਨਹੀਂ ਵੰਡਿਆ। ਡਾਕਟਰ ਭੀਮ ਰਾਓ ਅੰਬੇਦਕਰ ਵੰਡ ਕੇ ਗਏ ਔਰ ਬੜੀ ਅੱਛੀ ਵੰਡ ਕਰਕੇ ਗਏ। ਦੇਸ਼ ਉਰ ਤੇ ਹੀ ਚੱਲ ਰਿਹਾ। ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਲੈਕਸ਼ਨ ਰੋਕ ਲਿਆ ਗਿਆ ਕਿ ਸਿੰਡੀਕੇਟ ਦਾ ਹੁਣ ਇਲੈਕਸ਼ਨ ਨਹੀਂ ਕਰਾਉਣਾ, ਉਹਨੂੰ ਸੈਂਟਰ ਦੇ ਅੰਡਰ ਹੀ ਚੱਲੇ ਜਾਊਗਾ। ਸਰ ਦੇਖੋ, ਆਪਾਂ ਆਪਣੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਜਿਹੜੀ ਯੂਨੀਵਰਸਿਟੀ ਸੈਂਟਰ ਦੀ ਹੋਏਗੀ ਔਰ ਤੇ ਸੈਂਟਰ ਨੇ ਡਿਸੀਜਨ ਲੈਣਾ ਹੈ। ਜਿਹੜੀ ਸਟੇਟ ਯੂਨੀਵਰਸਿਟੀ ਹੈ ਉਹਨੇ ਸਟੇਟ ਨੇ, ਹੁਣ ਮੈਨੂੰ ਦੱਸੋ ਸਾਨੂੰ ਕਿਹਦੇ ਨੇ ਰੋਕਿਆ? ਸਾਨੂੰ ਕਿਹਦੇ ਨੇ ਰੋਕਿਆ? 4 ਪੀਜੀਆਈ ਪੰਜਾਬ ਚ ਬਣਾਈਏ। ਅੰਮ੍ਰਿਤਸਰ ਚ ਮੈਡੀਕਲ ਕਾਲਜ ਹੈਗਾ, ਪਟਿਆਲੇ ਚ ਮੈਡੀਕਲ ਕਾਲਜ ਹੈਗਾ। ਹਾਲਾਤ ਕੀ ਭਾਜੀ ਤੁਸੀਂ ਦੱਸੋ? ਜੇ ਹਾਲਾਤ ਮਾੜੇ ਨੇ ਤਾਂ ਤੁਸੀਂ ਇਹਦਾ ਥੋੜੀ ਕਰਨਾ ਹੈ, ਸਟੇਟ ਨੇ ਕਰਨਾ ਹੈ, ਫਾਈਨੈਂਸ਼ੀਅਲੀ ਸਟੇਟ ਨੇ ਕਰਨਾ ਹੈ। ਸਟੇਟ ਦੇ ਕੇ ਉਹਨੂੰ ਠੀਕ ਕਰਨ ਦੀ ਹੈਲਪ ਕਰ ਸਕਦੇ ਹੋ ਥੋੜੀ ਹੈ। ਅਸੀਂ ਤੇ ਦੇ ਹੀ ਰਹੇ ਹਾਂ, ਇਹਨੂੰ ਲੈ ਲਓ। ਨਹੀਂ ਅਸੀਂ ਦਿੱਤੇ, ਲਿੱਤਾ ਕੀ ਇਹ ਦੱਸੋ ਨਾ, ਨਾ ਤਾਂ ਗੱਲ ਦੱਸੋ। ਰੇਲਵੇ ਤੁਹਾਡੀ ਜੀਐਸਟੀ ਗੱਲ ਤਾਂ ਬੈਂਕਾਂ ਸਰ ਵਿਕੀਆਂ, ਐਲਆਈਸੀ ਵਿਕ ਗਈ, ਬੈਂਕ ਕਿਹੜੇ ਰੋਕਤੇ ਜੀ? ਬੈਂਕ ਰੋਕਤੇ। ਸਰ ਠੀਕ ਹੈ, ਦੇਖੋ ਆਪਣੀ ਸਰਕਾਰ ਪੰਜਾਬ ਦੀ ਐਡੀ ਵੱਡੀ ਮਹਾਮਾਰੀ ਸੀ, ਮੈਨੂੰ ਲੱਗਦਾ ਸੀ ਭਾਜੀ ਕੁਐਸਚਨ ਪੁੱਛਣਗੇ।
ਇਹਦੇ ਵਿੱਚ 1 ਰੁਪਈਆ ਸਟੇਟ ਗਵਰਨਮੈਂਟ, ਮੈਂ ਕਹਿੰਦਾ ਦਿੱਲੀ ਵੀ ਸਰਕਾਰ ਵਿਪਕਸ਼ ਦੀ ਹੈ, ਹੋਰ ਵੀ ਸਟੇਟਾਂ 'ਚ ਉਹਨਾਂ ਨੇ ਪੈਸਾ ਦਿੱਤਾ ਹੈ। ਪੰਜਾਬ 'ਚ ਇੱਕ ਰੇਹੜੀ ਵਾਲੀ ਦੀ ਜੇਬ 'ਚ 5 ਰੁਪਏ ਨਹੀਂ ਪਾਏ ਕੈਪਟਨ ਸਾਹਿਬ ਨੇ। ਅੱਜ 7 ਮਹੀਨੇ ਹੋ ਗਏ ਮਹਾਮਾਰੀ ਦੇ ਚਲਦੇ ਆ, ਅਸੀਂ ਕਿਸੇ ਨੇ ਕੁਐਸਚਨ ਨਹੀਂ ਪੁੱਛਿਆ। ਕੇਂਦਰ ਨੇ ਅਸੀਂ ਤਾਂ ਹਰ ਰੋਜ਼ ਪੁੱਛਦੇ ਹਾਂ 1 ਕਰੋੜ 41 ਲੱਖ ਰੁਪਈਆ, 1 ਕਰੋੜ 41 ਲੱਖ ਪੰਜਾਬ ਦੇ ਲੋਕਾਂ ਨੂੰ 9 ਮਹੀਨੇ ਦਾ ਰਾਸ਼ਨ ਕੇਂਦਰ ਸਰਕਾਰ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਭੇਜਿਆ। ਠੀਕ ਹੈ, ਹਰ ਸਟੇਟ ਨੇ ਆਪਣਾ ਆਪਣਾ ਕੰਮ ਕੀਤਾ, ਪਰ ਸਾਡੀ ਸਟੇਟ ਨੇ ਜ਼ੀਰੋ ਵਰਕ ਕੀਤਾ। ਠੀਕ ਹੈ ਸਰ, ਮੈਂ 2 ਸਵਾਲ ਕਰੂੰਗੀ, ਉਸ ਤੋਂ ਬਾਅਦ ਹਾਂ, ਵਾਈਂਡ ਅਪ ਕਰੋ। ਕਰਨਾ ਸਰ। ਸਰ ਨੰਬਰ 1 ਕਿ ਪੰਜਾਬ ਦੇ ਵਿੱਚ ਨੋ ਐਂਟਰੀ ਸੀਬੀਆਈ ਦੀ। ਨੰਬਰ 2 ਇਹ ਕਿ ਸੁਰਜੀਤ ਜਿਆਨੀ ਨੇ ਕਿਹਾ ਹੈ ਕਿ ਕੋਈ ਪਾਰਟੀ ਬੁਰੀ ਨਹੀਂ ਹੁੰਦੀ, ਪਾਰਟੀ ਦੇ ਲੋਕ ਬੁਰੇ ਹੁੰਦੇ ਨੇ। ਸਰ ਉਹ ਬੁਰੇ ਲੋਕ ਲੱਭੇ ਤੁਹਾਨੂੰ ਪਾਰਟੀ ਚੋਂ, ਬੁਰੇ ਲੋਕ ਮਿਲੇ ਤੁਹਾਨੂੰ ਪਾਰਟੀ ਦੇ ਅੰਦਰੋਂ? ਐਸਾ ਕਿਹਨਾਂ ਦੀ ਗੱਲ ਕਰ ਰਹੇ ਨੇ? ਦੇਖੋ, ਹਰ ਪਾਰਟੀ ਦੇ ਅੰਦਰ ਇੱਕ ਸਿਸਟਮ ਹੈ। ਮੇਰੀ ਪਾਰਟੀ 'ਚ ਸਿਸਟਮ ਹੈ, ਕਿਉਂਕਿ ਓਪਨ ਮੈਂਬਰਸ਼ਿਪ ਹੁੰਦੀ ਹੈ, ਲੋਕ ਆਉਂਦੇ, ਔਰ ਅਸੀਂ ਬੁਰੇ ਲੋਕ ਸੱਤਾ ਦੇ ਕੇਂਦਰ ਤੱਕ ਨਾ ਪਹੁੰਚ ਪਾਣ, ਅਸੀਂ ਬਾਰਜ਼ ਲਗਾਈਆਂ ਔਰ ਨਹੀਂ ਪਹੁੰਚ ਪਾਏ, ਰੋਕੇ ਵੀ। ਔਰ ਜਿੱਥੇ ਧਿਆਨ ਆਇਆ ਉਹਨੂੰ ਸਜ਼ਾ ਵੀ ਦਿੱਤੀ ਹੈ। ਮੈਂ ਲੰਬੇ ਉਦਾਹਰਨ ਨੇ, ਮੈਂ ਤੁਹਾਨੂੰ ਦੱਸ ਵੀ ਸਕਦਾ। ਕਈ ਕੇਸਾਂ ਦੀ ਜਾਂਚ ਦੀ ਗੱਲ ਕਹੀ ਹੈ ਤੁਸੀਂ ਕਿ ਸੀਬੀਆਈ ਜਾਂਚ ਕਰਾਵਾਂਗੇ, ਕਈ ਕੇਸਾਂ ਨੂੰ ਲੈ ਕੇ ਤੁਸੀਂ ਕਿਹਾ ਸੀਬੀਆਈ ਦੀ ਤਾਂ ਨੋ ਐਂਟਰੀ ਹੈ, ਕਿਸ ਤਰ੍ਹਾਂ ਕਰਾਓਗੇ ਸਰ? ਐਸਾ ਹੈ ਭੈਣ ਜੀ, ਇੱਕ ਕੇਂਦਰ ਦੀ ਸਰਕਾਰ ਆਪਣਾ ਭੇਜਿਆ ਹੈ ਪੈਸਾ, ਜਦੋਂ 63 ਕਰੋੜ ਪੰਜਾਬ ਦਾ ਅਤਿਰਿਕਤ ਮੁੱਖ ਸਚਿਵ ਕਹਿ ਰਿਹਾ ਕਿ ਗਬਨ ਹੋ ਗਿਆ। ਸਾਡੇ ਕੋਲ ਰਸਤੇ ਨੇ, ਉਹਨਾਂ 'ਚ ਪਹਿਲਾ ਰਸਤਾ ਹੈ ਕਿ ਅਸੀਂ ਇੱਕ ਸੈਂਟਰ ਦੀ, ਉਸ ਡਿਪਾਰਟਮੈਂਟ ਦੀ ਕਿਸੇ ਸੀਨੀਅਰ ਆਈਐਸ ਦੀ ਕਮੇਟੀ ਬਣਾ ਕੇ ਭੇਜੀ, ਅਸੀਂ ਭੇਜੀ। ਹੁਣ ਇਸ ਤੋਂ ਬਾਅਦ ਅਗਰ ਰਿਪੋਰਟ ਜਾਂ ਕਾਗਜ਼ਾਤ ਨਹੀਂ ਦਿਖਾਣਗੇ ਤੇ ਜੋ ਕਾਨੂੰਨ ਕਹੇਗਾ ਅਸੀਂ ਉਹ ਕਾਨੂੰਨ ਦਾ ਪਾਲਨ ਕਰਾਂਗੇ। ਲੇਕਿਨ ਕੇਂਦਰ ਦਾ ਪੈਸਾ ਭਾਰਤੀ ਜਨਤਾ ਪਾਰਟੀ ਦਾ ਪੈਸਾ ਨਹੀਂ, ਗਰੀਬ ਆਦਮੀ ਦਾ, ਟੈਕਸ ਪੇਅਰਸ ਦਾ ਬਣੀ ਹੈ। ਤੁਸੀਂ 63 ਕਰੋੜ ਰੁਪਇਆ ਖਜ਼ਾਨੇ 'ਚੋਂ ਗਬਨ ਕਰ ਲਓ। ਔਰ ਉਹਦੀ ਰਿਪੋਰਟ ਕਰ ਰਿਹਾ ਚੀਫ ਸੈਕਟਰੀ ਨੂੰ, ਖੁਦ ਮੁੱਖ ਅਤਿਰਿਕਤ ਸਚਿਵ, ਉਹਦੀ ਬਦਲੀ ਕਰ ਦਿਓ। ਕਿੰਨਾ ਨੇਰਗਰਦੀ ਹੋਏਗੀ। ਉਸ ਨੇਰਗਰਦੀ ਨੂੰ ਕਿਤੇ ਤਾਂ ਰੋਕਣਾ ਪਏਗਾ। ਉਹਦੇ ਰੋਕਣ ਵਾਸਤੇ ਅਸੀਂ ਖੜੇ ਹਾਂ ਔਰ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤਰੁਣ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਜੁੜੇ। ਔਰ ਇਸ ਦੇ ਨਾਲ ਜਾਨਵੀ ਇੱਕ ਪਰਫਾਰਮਰ ਹੈ ਔਰ ਸਕੇਟਰ ਹੈ ਔਰ ਯੋਗਾ ਕਰਦੀ ਹੈ, ਸਕੇਟਿੰਗ ਕਰਦੀ ਹੈ, ਯੋਗਾ ਕਰਦੀ ਹੈ। ਉਹ ਚਾਹੁੰਦੀ ਹੈ ਕਿ ਤੁਹਾਡੇ ਸਾਹਮਣੇ ਵੀ ਆਪਣਾ ਪ੍ਰਦਰਸ਼ਨ ਕਰੇ, ਪਰਫਾਰਮ ਕਰਕੇ ਦਿਖਾਣਾ ਚਾਹੁੰਦੀ ਹੈ ਸਰ। Please play the music.